ਜੁਆਇੰਟ ਪੰਜਾਬ ਜਿਹੜੀ ਗਵਰਨਮੈਂਟ ਡਾਕਟਰਸ ਐਸੋਸੀਏਸ਼ਨ ਬਣੀ ਹੈ ਉਹਦੇ ਵੱਲੋਂ ਸਾਡੇ ਸਾਰੇ ਜਿਹੜੇ ਜਰਨਲਿਸਟ ਇੱਥੇ ਆਏ ਨੇ ਸਾਰੇ ਤੁਸੀਂ ਟਾਈਮ ਕੱਢਿਆ। ਤੁਹਾਡਾ ਬੜਾ ਬਿਜ਼ੀ ਸ਼ਡਿਊਲ ਹੁੰਦਾ ਸੀ। ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਵੀ ਥੈਂਕਫੁਲ ਟੂ ਯੂ ਐਂਡ ਵੀ ਆਰ ਹਾਈਲੀ obliged ਕਿ ਵੀ ਆਰ ਯੂ ਆਰ ਕਵਰਿੰਗ ਆਰ ਦਿਸ ਪ੍ਰੋਟੈਸਟ ਜਿਹੜਾ ਅਸੀਂ ਗਵਰਨਮੈਂਟ ਦੇ ਅਗੇਂਸਟ ਕੰਮ ਜਿਹੜਾ ਸਾਨੂੰ ਕਰਨਾ ਪੈ ਰਿਹਾ। ਥੈਂਕ ਯੂ ਸੋ ਮਚ ਅਗੇਨ। मैं दसना चाहवागा कि साड़ी जी डॉक्टर्स दियाँ पंजाब दी एसोसीएशन है PCMS एसोसीएशन जी एलोपैथिक डॉक्टर्स एसोसीएशन है आयुर्वैदिक डॉक्टर्स एसोसीएशन होम्योपैथिक डॉक्टर्स एसोसीएशन वैटनरी डॉक्टर्स एसोसीएशन ते डेंटल डॉक्टर्स एसोसीएशन होम्योपैथिक डॉक्टर्स एसोसीएशन रूरल मैडिकल जोड़े डॉक्टर साढ़े RMOs जिन्होंने कहा जाता उन्हों की एसोसीएशन भी साढ़े नाल जिथे बैठी है। तो असी सारियां अलग अलग जिहड़ियां भी एसोसीएशन है ਉਹ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਜੋ ਸਾਡੇ ਪੰਜਾਬ ਗੌਰਮੈਂਟ ਸਾਡੇ ਨਾਲ ਧੱਕਾ ਕਰ ਰਹੀ ਹੈ, ਕਿਸੇ ਹਿਡਨ ਏਜੰਡੇ ਦੇ ਅੰਡਰ ਚਾਹੇ ਕੰਮ ਕਰ ਰਹੀ ਹੈ ਪੰਜਾਬ ਗੌਰਮੈਂਟ, ਉਹਦੇ ਬਾਰੇ ਅੱਜ ਅਸੀਂ ਇਕੱਠੇ ਹੋਏ ਹਾਂ ਤਾਂ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ। ਮੈਂ ਫਿਰ ਧੰਨਵਾਦ ਕਰਦਾ ਹੋਇਆ ਇਹ ਦੱਸਾਂਗਾ ਕਿ ਜਿਹੜੀ ਮੇਨ ਇਸ਼ੂ ਖੜਾ ਹੋਇਆ ਉਹ ਇੰਪਲੀਮੈਂਟੇਸ਼ਨ ਆਫ 6th ਪੇ ਕਮਿਸ਼ਨ ਤੋਂ ਬਾਅਦ ਪ੍ਰੋਬਲਮ ਆਈ ਹੈ। ਉਹਦੇ ਵਿੱਚ ਸਾਡੇ ਬੜੇ ਅਲਾਊਂਸਿਸ ਜਿਹਦੇ 'ਚ ਇੱਕ ਮੇਨ ਸਾਡਾ NPA 25% ਆਫ ਦਾ ਬੇਸਿਕ ਪੇ ਹੁੰਦਾ ਉਹ ਕੱਟਿਆ ਗਿਆ। ਸਾਡਾ ਉਹਦੇ ਨਾਲ ਫਰਦਰ ਜਿਹੜੀ ਹੈ ਡੀਲਿੰਕਿੰਗ ਕਰਕੇ ਉਹਨੂੰ ਬੇਸਿਕ ਪੇ ਤੋਂ ਸਾਡੀ ਜਿਹੜੀ ਹੈ ਪੇ ਫਰਦਰ ਕੈਲਕੂਲੇਸ਼ਨ ਆ ਉਹਦੇ 'ਚ ਪੇ ਬਹੁਤ ਘਟਾਈ ਜਾ ਰਹੀ ਹੈ। ਇਹ ਚਾਹੇ ਅਸੀਂ ਸਮਝਦੇ ਹਾਂ ਕਿ ਪੰਜਾਬ ਜਿਹੜੀ ਗਵਰਨਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਸਾਡੇ ਪੰਜਾਬ ਵਿੱਚ ਹਸਪੀਟਲ ਚਲਾਏ ਜਾ ਰਹੇ ਨੇ ਉਹਨਾਂ ਵਿੱਚ ਆਲਰੇਡੀ ਸ਼ਾਰਟੇਜ ਆਫ ਸਟਾਫ ਆਲਰੇਡੀ ਸ਼ਾਰਟੇਜ ਆਫ ਡਾਕਟਰਸ ਚੱਲ ਰਹੀ ਹੈ। ਇਹ ਜਿਹੜਾ ਹੁਣ ਡੀਮੋਰਲਾਈਜ਼ ਕਰਨ ਵਾਸਤੇ ਡਾਕਟਰਸ ਨੂੰ अपनी सरकारी नौकरी तो दूर तकन वास्ते जी कार्रवाई पंजाब सरकार वालों की गई है ये सारिया एसोसीएशन साड़ियाँ पूरियां असी इनू निंदते हैं। इहदा असी विरोध कर रहे हैं। ये असी अपना समझते हैं कि पंजाब के लोगों नाल धोखा हो रहा क्योंकि इनडायरैक्टली इट विल इफैक्ट दी गवर्नमेंट सर्विसिज जिहड़ियां हैल्थ सर्विसिज पंजाब विच है ਉਹਦੇ ਨਾਲ ਸਾਡੇ ਡਾਕਟਰਸ ਆਲਰੇਡੀ इस सर्विस ਨੂੰ ਅੱਜਕੱਲ੍ਹ ज्वाइन नहीं कर रहे पंजाब विच क्योंकि सानू बहुत काम करना पैंदा एक्सट्रा काम करना पैंदा। कोविड का साड़ी जिहड़ी है ड्यूटी सी असी वो भी कर रहे हैं बाकी होर डिफरेंट टाइप्स दी ड्यूटीज़ साडे डॉक्टर्स कर रहे हैं फिर भी साडे नाल ये धक्का किया गया उहदे वास्ते असी अज तुहाडे रूबरू हो रहे हैं। मेरे नाल साडे जॉइंट एक्शन कमेटी के प्रेजिडेंट डॉक्टर गगनदीप सिंह ते साडे डॉक्टर शेरगिल तो डॉक्टर रंधावा जी उन्हीं साढ़े सारी एसोसीएशन के इतने बैठे ने तो हुण मैं डॉक्टर साहब ਨੂੰ कहांगा कि वो अगे संभालेंगे। सत श्री अकाल जी सारिਆਂ डॉक्टर मनोहर साढ़े जनरल सकत्तर ने जी PCMS एसोसीएशन पंजाब के एक रह गए साढ़े नाल मैडिकल तो डेंटल टीचर एसोसीएशन भी है वो भी साढ़े नाल शामिल है। जी जॉइंट कोआर्डीनेशन कमेटी डॉक्टर की हैगी आ इस जिहड़ा मुद्दे नूं लैके बनी है। जिवें आपां सारे जाणदे हां भी ये पे कमिशन ने एक जो नॉन प्रैक्टिसिंग अलाउंस डॉक्टर्स को मिलता सी वो कट लाया जी। ये 4 तरीके नाल कट लाया। एक तो वह रेट घटाता जी 25% तो 20% करता। दूसरा उन्होंने बाकी भत्ते कैलकुलेट करने बेसिक पे तो अलग कर दिता। तीसरा इनू जी बेसिक पे भी है 1/1/2016 तो फिक्स करती है। और चौथा उन्होंने फिर वो करके पेंशन तो भी जोड़ा पेंशन कैलकुलेशन वास्ते तो भी बाहर रखा गया। ਇਹ NPA एक ਜਿਹੜਾ ਡਾਕਟਰ ਨੂੰ ਮਿਲਦਾ ਇਹ ਬੜਾ ਇੱਕ ਭਰਮ ਭੁਲੇਖਾ ਸਰਕਾਰਾਂ ਨੇ ਪਾਇਆ ਵੀ ਇਹ ਸ਼ਾਇਦ ਡਾਕਟਰ ਜਿਹੜੇ ਪ੍ਰੈਕਟਿਸ ਨਹੀਂ ਕਰਦੇ ਪ੍ਰਾਈਵੇਟ ਉਹਦੇ ਕਰਕੇ ਆ। ਇਹ ਬੜਾ ਕਲੀਅਰ ਅਸੀਂ ਕਰਨਾ ਚਾਹੁੰਦੇ ਵੀ ਇਹ ਸੁਪਰੀਮ ਕੋਰਟ ਨੇ ਜਿਹੜਾ NPA ਸਾਨੂੰ ਦਿੱਤਾ ਸਾਡਾ ਹੱਕ ਜਿਹੜਾ ਬਣਦਾ ਸੀ ਦਿੱਤਾ ਸੀ ਕਿਉਂਕਿ ਜਿਹੜੀ ਡਾਕਟਰ ਦੀ ਪੜ੍ਹਾਈ ਆ ਸਭ ਤੋਂ ਔਖੀ ਪੜ੍ਹਾਈ ਆ ਡਾਕਟਰ ਦੀ। ਪਹਿਲਾਂ ਤਾਂ ਐਡਮਿਸ਼ਨ ਲੈਣ ਲਈ ਫਿਰ ਇਹ 5.5 ਸਾਲ ਦਾ ਕੋਰਸ ਹੈ। ਜਿਵੇਂ ਇੰਜੀਨੀਅਰਿੰਗ ਹੈ ਉਹ 4 ਸਾਲ ਕਰਕੇ ਡਿਗਰੀ ਤੇ ਉਹ ਜੋਬ ਚਲਾ ਜਾਂਦਾ। ਇਹ ਸਾਡੀ ਜਿਹੜੀ ਪੜ੍ਹਾਈ ਹੈ 5.5 ਸਾਲ ਦੀ ਪੜ੍ਹਾਈ ਆ ਉਸ ਤੋਂ ਬਾਅਦ ਜੋਬ ਮਿਲਦੀ ਆ। ਸੋ ਲੰਬੀ ਪੜ੍ਹਾਈ ਹੋਣ ਕਰਕੇ ਅਸੀਂ ਲੇਟ ਸਰਵਿਸ ਚਾਹੁੰਦੇ ਆ। ਉਸ ਤੋਂ ਬਾਅਦ ਸਾਡੀ ਸਰਵਿਸ 'ਚ ਜਿਹੜੀਆਂ ਫਿਰ ਪ੍ਰਮੋਸ਼ਨਸ ਵੀ ਘੱਟ ਜਾਂਦੀਆਂ ਨੇ। ਤੀਸਰਾ ਜਿਹੜਾ ਸਾਰਿਆਂ ਨੂੰ ਪਤਾ ਹੀ ਆ ਵੀ ਅਸੀਂ ਇੱਕ ਡਾਕਟਰ ਕਈ ਵਾਰੀ ਨਾਈਟ ਡਿਊਟੀ ਜਾਂ 24 ਘੰਟੇ ਤੇ ਔਨ ਕਾਲ ਰਹਿ ਕੇ ਅਸੀਂ 2 ਡਾਕਟਰਾਂ ਦਾ ਜਿਹੜਾ ਕੰਮ ਕਈ ਵਾਰ ਇੱਕ ਡਾਕਟਰ ਕਰ ਰਿਹਾ ਹੁੰਦਾ। ਔਰ ਡਿਊਟੀ ਦੇ ਦੌਰਾਨ ਤਰ੍ਹਾਂ ਦੇ ਜਿਹੜੀਆਂ ਹਾਈ ਰਿਸਕ ਬਿਮਾਰੀਆਂ ਨੇ ਹੁਣ ਤਾਂ ਕੋਵਿਡ ਦਾ ਹੋਣਾ ਉਸ ਤੋਂ ਪਹਿਲਾਂ ਵੀ HIV AIDS ਹੈਪੇਟਾਈਟਸ C ਹੋਰ ਇੰਨੀਆਂ ਭਿਆਨਕ ਬਿਮਾਰੀਆਂ ਨੇ ਜਿਨ੍ਹਾਂ ਨਾਲ ਅਸੀਂ ਡੀਲ ਕਰਦੇ ਹਾਂ। ਇਹਨਾਂ ਚੀਜ਼ਾਂ ਕਰਕੇ ਜਿਹੜਾ ਹੈ ਸਾਨੂੰ ਜਿਹੜਾ NPA ਸੁਪਰੀਮ ਕੋਰਟ ਨੇ ਦਿੱਤਾ। ਲੇਕਿਨ ਇਹ ਹੁਣ ਦੀ ਸਰਕਾਰ ਨੇ ਪੇ ਕਮਿਸ਼ਨ ਦਾ ਬਹਾਨਾ ਬਣਾ ਕੇ ਇਹ ਸਾਡਾ NPA ਕੱਟਿਆ। ਇਹ NPA ਜਦੋਂ ਸਰਕਾਰ ਆਈ ਆ ਉਦੋਂ ਵੀ ਸਰਕਾਰ ਨੇ ਇੱਕ ਪ੍ਰਪੋਜ਼ਲ ਬਣਾਈ ਸੀ 2017 'ਚ ਵੀ ਇਹ ਡਾਕਟਰਾਂ ਦਾ NPA ਕੱਟਿਆ ਜਾਵੇ।
ਉਦੋਂ ਅਸੀਂ ਥੋੜ੍ਹਾ ਜਿਹਾ ਮਤਲਬ ਰੌਲਾ ਪਾਇਆ ਤੇ ਸਰਕਾਰ ਨੂੰ ਉਦੋਂ ਇਹ ਫੈਸਲਾ ਵਾਪਸ ਲੈਣਾ ਪਿਆ। ਇਹ ਸਾਰਾ ਕੁਝ ਜਿਹੜਾ ਹੈ ਇਹ ਪਬਲਿਕ ਹੈਲਥ ਸਿਸਟਮ ਨੂੰ ਕਮਜ਼ੋਰ ਕਰਨ ਦੀ ਕੜੀ ਦਾ ਹੀ ਇੱਕ ਹਿੱਸਾ ਹੈ। ਤੁਹਾਨੂੰ ਸ਼ਾਇਦ ਯਾਦ ਹੋਵੇ ਕਿ 2 ਸਾਲ ਪਹਿਲਾਂ ਤਕਰੀਬਨ ਸਰਕਾਰ ਨੇ ਇੱਕ ਇਸ਼ਤਿਹਾਰ ਕੱਢਿਆ ਸੀ ਪਿੰਡਾਂ ਦੀਆਂ ਡਿਸਪੈਂਸਰੀਆਂ ਤੇ ਅਰਬਨ ਜਿਹੜੇ ਅਰਬਨ ਹੈਲਥ ਸੈਂਟਰ ਆ ਉਹਨਾਂ ਨੂੰ ਪ੍ਰਾਈਵੇਟਾਈਜ਼ ਕਰਨ ਬਾਰੇ। ਲੋਕਾਂ ਤੋਂ ਮੰਗੇ ਸੀ ਵੀ ਕਿਸੇ ਨੇ ਉਹਨੂੰ ਲੈਣਾ ਠੇਕੇ 'ਤੇ ਚਲਾਉਣ ਲਈ। ਇਹ ਸਾਰਾ ਕੁਝ ਜਿਹੜੀਆਂ ਸਿਹਤ ਸੰਸਥਾਵਾਂ ਨੇ ਇਹਨਾਂ ਨੂੰ ਹੌਲੀ ਹੌਲੀ ਪ੍ਰਾਈਵੇਟਾਈਜ਼ ਕਰਨ ਦਾ ਹੀ ਇੱਕ ਦੀ ਕੜੀ ਦਾ ਇੱਕ ਹਿੱਸਾ ਹੈ। ਉਦੋਂ ਵੀ ਅਸੀਂ ਇਸ ਚੀਜ਼ ਦਾ ਪ੍ਰੋਟੈਸਟ ਕੀਤਾ ਤੇ ਸਰਕਾਰ ਨੂੰ ਉਹ ਫੈਸਲਾ ਜਿਹੜਾ ਰੋਕਣਾ ਪਿਆ। ਤੇ ਹੁਣ ਸਰਕਾਰ ਜਿਹੜਾ NPA ਸਾਡਾ ਉਹਨੂੰ ਕੱਟ ਲਾ ਕੇ ਜਿਹੜੀ ਸਾਡੀ ਜੌਬ ਹੈ ਡਾਕਟਰ ਦੀ ਉਹਨੂੰ ਘੱਟ ਲੁਕਰੇਟਿਵ ਬਣਾ ਕੇ ਲੋਕਾਂ ਨੂੰ ਡਿਸਕਰੇਜ ਕਰਨਾ ਚਾਹੁੰਦੀ ਕਿ ਲੋਕੀ ਜਿਹੜੀ ਅਗਲੀ ਪਨੀਰੀ ਆ ਉਹ ਡਾਕਟਰ ਬਣੇ ਤੇ ਤਾਂ ਕਿ ਫਿਰ ਹੌਲੀ ਹੌਲੀ ਜਿਹੜਾ ਇਹ ਸਿਹਤ ਸੰਸਥਾਵਾਂ ਜਿਹੜੀਆਂ ਕੋਲੈਪਸ ਕਰਨਗੀਆਂ, ਹੈਲਥ ਸਿਸਟਮ ਕੋਲੈਪਸ ਕਰੂਗਾ, ਲੋਕੀ ਆਪੇ ਜਿਹੜੇ ਕਾਰਪੋਰੇਟ ਹਸਪੀਟਲ ਚੱਲਣਗੇ, ਪ੍ਰਾਈਵੇਟਾਈਜ਼ ਹੋਊਗਾ ਤੇ ਇਹ ਅਲਟੀਮੇਟਲੀ ਪਬਲਿਕ ਤੇ ਹੀ ਬੋਝ ਪੈਣ ਵਾਲਾ ਜੀ। ਡਾਕਟਰ ਘੱਟ ਜੁਆਇਨ ਕਰਨਗੇ, ਸਰਕਾਰੀ ਹਸਪਤਾਲਾਂ 'ਚ ਡਾਕਟਰ ਨਹੀਂ ਹੋਣਗੇ। ਹੁਣ ਆਕਸੀਜਨ ਪਲਾਂਟ ਕਰੋੜਾਂ ਦੇ ਲੱਗ ਰਹੇ, ਇੱਕ ਜਿਹੜੇ 2-2 3-3 ਪਲਾਂਟ ਲੱਗ ਰਹੇ ਆ, ਲੇਕਿਨ ਜੇ ਉਹਦੇ 'ਚ ਆਪਾਂ ਡਾਕਟਰ ਹੀ ਨਹੀਂ ਰੱਖਾਂਗੇ ਹਸਪਤਾਲਾਂ 'ਚ ਤਾਂ ਆਪਾਂ ਆਕਸੀਜਨ ਦਊ ਕੌਣ? ਅਸੀਂ ਕੋਵਿਡ 'ਚ ਸਾਰਿਆਂ ਨੇ, ਤੁਸੀਂ ਵੀ ਦੇਖਿਆ, ਸਾਰਿਆਂ ਨੇ ਆਪਾਂ ਰਲ ਮਿਲ ਕੇ ਪੂਰੇ ਜੀ ਜਾਨ ਨਾਲ ਕੰਮ ਕੀਤਾ, ਲੇਕਿਨ ਜਿਹੜਾ ਸਾਨੂੰ ਅਲਟੀਮੇਟਲੀ ਕੋਵਿਡ ਵਾਰੀਅਰ ਕਹਿੰਦੇ ਸੀ ਉਹ ਸਿਰਫ ਹਾਰਾਂ ਤੱਕ ਹੀ ਸੀਮਤ ਸੀਗਾ। ਜਿਹੜੀ ਤਨਖਾਹ ਆ ਉਹਦੇ 'ਤੇ ਐਡਾ ਵੱਡਾ ਕੱਟ ਲਾ ਕੇ ਉਹਨਾਂ ਨੂੰ ਸਾਨੂੰ ਬਹੁਤ ਵੱਡਾ ਇੱਕ ਤਰ੍ਹਾਂ ਦੀ ਡਿਸਕਰੇਜਮੈਂਟ ਦਿੱਤੀ ਹੈ ਡਾਕਟਰਸ ਨੂੰ, ਔਰ ਪਬਲਿਕ ਨਾਲ ਵੀ ਇੱਕ ਧੋਖਾ ਕੀਤਾ ਵੀ ਡਾਕਟਰ ਦੀ ਜਿਹੜੀ ਇਸ ਤਰ੍ਹਾਂ ਦੀ ਬੇਕਦਰੀ ਕੀਤੀ ਹੈ ਜੀ। ਥੈਂਕ ਯੂ ਡਾਕਟਰ ਰੰਧਾਵਾ ਨੇ ਜੀ ਵੈਟਰਨਰੀ ਡਾਕਟਰ ਐਸੋਸੀਏਸ਼ਨ ਦੇ। ਸਾਰੀ ਸਮੁੱਚੀ ਪ੍ਰੈਸ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਤੇ ਧੰਨਵਾਦ। ਮੈਂ ਡਾਕਟਰ ਸਰਬਜੀਤ ਸਿੰਘ ਰੰਧਾਵਾ, ਪ੍ਰੈਜ਼ੀਡੈਂਟ ਪੰਜਾਬ ਸਟੇਟ ਵੈਟਰਨਰੀ ਆਫਿਸ ਐਸੋਸੀਏਸ਼ਨ। ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਦਾ ਜਿਹੜਾ ਉਹ NPA ਨੌਨ ਪ੍ਰੈਕਟਿਸ ਅਲਾਊਂਸ ਨੂੰ 6ਵੇਂ ਪੇ ਕਮਿਸ਼ਨ ਵਿੱਚ ਘਟਾ ਕੇ ਤੇ ਬੇਸਿਕ ਪੇ ਤੋਂ ਡੀਲਿੰਕ ਕਰਨ ਦਾ ਮੁੱਦਾ। ਦੋਸਤੋ, ਇਹ ਪੇ ਕਮਿਸ਼ਨ 1947 'ਚ ਸਟੈਬਲਿਸ਼ ਹੋਇਆ ਸੀ। ਐਵਰੀ 10 ਈਅਰਸ ਬਾਅਦ ਇੰਪਲਾਈਜ਼ ਨੂੰ ਇਨਫਲੇਸ਼ਨ ਦਰ ਦੇ ਨਾਲ ਜੋੜ ਕੇ ਤੇ ਭੱਤੇ ਦਿੱਤੇ ਜਾਂਦੇ ਆ ਤੇ ਪੇ ਵਧਾਈ ਜਾਂਦੀ ਆ ਤਾਂ ਜੋ ਆਪਣਾ ਪਰਿਵਾਰ ਸਾਰਾ ਸਿਸਟਮ ਚਲਾ ਸਕੇ। 6ਵਾਂ ਪੇ ਕਮਿਸ਼ਨ ਜਿਹੜਾ 2016 'ਚ ਡਿਊ ਸੀ ਆਫਟਰ 10 ਈਅਰਸ, ਉਹਦੀ ਰਿਪੋਰਟ 2021 'ਚ ਆਉਂਦੀ ਆ। 15 ਸਾਲ ਬਾਅਦ ਉਹਦੀ ਰਿਪੋਰਟ ਆਉਂਦੀ ਆ। ਜਦੋਂ ਰਿਪੋਰਟ ਆਉਂਦੀ ਆ ਤਾਂ ਉਹਦੇ ਵਿੱਚ ਡਾਕਟਰਸ ਨੂੰ ਖਾਸ ਕਰਕੇ ਦੇਣ ਦੀ ਬਜਾਏ ਉਹਨਾਂ ਨੇ ਘਟਾਇਆ। ਅਸੀਂ 33% ਮੰਗਦੇ ਸੀ, 25 ਤੋਂ 20 ਕੀਤਾ ਤੇ ਉਹਨੂੰ ਬੇਸਿਕ ਪੇ ਦੇ ਨਾਲ ਡੀਲਿੰਕ ਕਰਤਾ। ਇਸ ਮੁੱਦੇ ਨੂੰ ਲੈ ਕੇ ਆਪਾਂ ਇਹ ਸਾਰੀ ਅੱਜ ਪ੍ਰੈਸ ਕਾਨਫਰੰਸ ਤੇ ਜੋ ਸੰਘਰਸ਼ ਚੱਲ ਰਿਹਾ। ਦੇਖੋ, NPA ਜਿਹੜਾ ਅਲਾਊਂਸ ਹੈ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, NPA ਕੋਈ ਨੌਨ ਪ੍ਰੈਕਟਿਸ ਅਲਾਊਂਸ ਨਹੀਂ ਹੈ। ਜਿਹੜਾ ਪੇ ਕਮਿਸ਼ਨ ਨੇ ਜਦੋਂ ਸਾਨੂੰ NPA ਦਿੱਤਾ ਸੀ, ਉਹਨਾਂ ਨੇ ਕੋਟ ਕੀਤਾ, ਮੈਂ ਤੁਹਾਨੂੰ ਵਰਡ ਦੱਸਣਾ ਉਹਨਾਂ ਨੂੰ ਕਿਉਂ ਦਿੱਤਾ। ਕਹਿੰਦੇ ਦਿਸ ਇਜ਼ ਦ ਲੌਂਗਰ ਡਿਊਰੇਸ਼ਨ ਆਫ ਸਟੱਡੀ, they come in service at the 27 years of age and they have shorter effective service। ਅਗਲੀ ਲਾਈਨ 'ਚੋਂ ਲਿਖਦੇ ਆ, they are doing sternest nature of job and there are lesser promotional avenues। ਇਹਨਾਂ ਡਾਕੂਮੈਂਟਸ ਤੇ ਵਰਡਸ ਦੀ ਨਾਲ ਸਪੋਰਟ ਨਾਲ ਸਾਨੂੰ ਪੇ ਕਮਿਸ਼ਨ ਨੇ ਇਹ NPA ਦਿੱਤਾ ਸੀ। ਹੁਣ ਜਿਹੜੀ ਗੱਲ NPA ਕੱਟਣ ਦੀ ਆ, ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਜਿਸ ਸਮੇਂ ਵਿੱਚ ਲੋਕ ਆਪਣੇ ਈਵਨ ਕਿ ਮਾਂ ਪਿਓ ਅਤੇ ਨਜ਼ਦੀਕੀਆਂ ਦਾ ਸੰਸਕਾਰ ਕਰਨ ਤੋਂ ਡਰਦੇ ਸੀ, ਉਦੋਂ ਵੀ ਸਿਹਤ ਵਿਭਾਗ ਅੱਗੇ ਆਇਆ। ਈਵਨ ਕਿ ਲੋਕ ਮੈਂ ਅੱਖੀਂ ਵੇਖੇ ਆ, ਸਿਹਤ ਵਿਭਾਗ ਨੂੰ ਫੋਨ ਕਰਦੇ ਵੀ ਸਾਡੇ ਸੰਸਕਾਰ ਹੋਣ ਵਾਲਾ, ਆਪਣੀ ਟੀਮ ਭੇਜੋ। ਲੋਕ ਇੰਨੇ ਡਰ ਗਏ ਸੀ, ਫਿਰ ਵੀ ਸਿਹਤ ਵਿਭਾਗ ਦੇ ਡਾਕਟਰ ਸਾਹਿਬਾਨ ਨੇ ਇੰਨਾ ਕੰਮ ਕੀਤਾ ਤੇ ਸੈਂਕੜੇ ਡਾਕਟਰ ਅਫੈਕਟ ਹੋਏ ਤੇ ਕੁਝ ਡਾਕਟਰਾਂ ਨੇ ਜਾਨ ਵੀ ਗਵਾਈ। ਇਸ ਤਰ੍ਹਾਂ ਪਸ਼ੂ ਪਾਲਣ ਵਿਭਾਗ ਦੀ ਗੱਲ ਮੈਂ ਕਿਤੇ ਕਰਾਂ, ਜਦੋਂ ਤੁਸੀਂ ਕੋਵਿਡ ਵਿੱਚ ਸਬਜ਼ੀ ਵੀ ਲੈਣ ਜਾਂਦੇ ਸੀ ਤੇ ਸਬਜ਼ੀ ਲੈ ਕੇ ਹੱਥ ਧੋਂਦੇ ਸੀ, ਹਰ ਲਿਫਾਫਾ ਫੜ ਕੇ ਹੱਥ ਧੋਂਦੇ ਸੀ। ਉਸ ਸਮੇਂ ਦੇ ਵਿੱਚ ਪਸ਼ੂ ਪਾਲਣ ਵਿਭਾਗ ਦੇ ਪਿੰਡ ਜਾ ਕੇ, ਕਿਉਂਕਿ ਸਾਡੀ ਨੇਚਰ ਆਫ ਜੌਬ ਡਿਫਰੈਂਟ ਆ, ਘਰ ਜਾ ਕੇ ਟੀਕੇ ਲਾਏ ਤੇ ਡੰਗਰਾਂ ਦਾ ਟ੍ਰੀਟਮੈਂਟ ਕੀਤਾ। 33 ਲੱਖ OPD ਜਿਹੜੀ ਆ ਸਾਡੀ ਉਹ ਔਨ ਰਿਕਾਰਡ ਆ ਜਿਹੜੀ ਕੋਵਿਡ 'ਚ ਹੀ ਕੀਤੀ ਆ।
ਉਹਦੇ ਵਿੱਚ 2,37,753 ਅਸੀਂ ਕੋਵਿਡ ਟੈਸਟ ਕੀਤੇ ਆਰਡੀਡੀ ਲੈਬ ਜਲੰਧਰ ਵਿੱਚ। ਅਸੀਂ ਉਹਦੇ ਵਿੱਚ 30,307 ਬਰਡ ਫਲੂ ਦੇ ਸੈਂਪਲ ਵੀ ਕੀਤੇ ਆ। ਇਸ ਕਰਕੇ ਜਿਹੜਾ ਡਾਕਟਰ ਵਰਗ ਆ ਇਹ ਕੋਵਿਡ ਵਿੱਚ ਉਹਨਾਂ ਨੇ ਸਿਰ ਧੜ ਦੀ ਬਾਜੀ ਲਾ ਕੇ ਤੇ ਆਪਣੀ ਇਹ ਜੌਬ ਨੂੰ ਨਿਭਾਇਆ। ਮੈਂ ਇੱਥੇ ਥੋੜ੍ਹੀ ਜਿਹੀ ਗੱਲ ਐਡ ਵੀ ਕਰ ਦੇਵਾਂ, ਜੇ ਮੈਂ ਆਪਣੇ ਪਸ਼ੂ ਪਾਲਣ ਵਿਭਾਗ ਦੀ ਗੱਲ ਕਰਾਂ ਤੇ 13% GDP ਦੇ ਵਿੱਚ ਇਹਨਾਂ ਦਾ ਹਿੱਸਾ ਵੀ ਆ, ਲਾਈਵ ਸਟਾਕ ਦਾ GDP ਗਰੋਥ 'ਚ, ਜਿਹੜਾ ਕਿ ਮੇਜਰ ਸ਼ੇਅਰ ਆ। ਸੋ ਮੈਂ ਕੀ ਸੋਚਦਾ ਹਾਂ ਵੀ ਜੇ ਇਸ ਤਰ੍ਹਾਂ ਹੀ ਸਰਕਾਰਾਂ ਮੁਲਾਜ਼ਮਾਂ ਨੂੰ ਜਾਂ ਡਾਕਟਰ ਵਰਗ ਨੂੰ ਟਾਰਗੇਟ ਕਰਦੀਆਂ ਰਹੀਆਂ ਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਜਿਹੜੇ ਸਰਕਾਰੀ ਸਿਸਟਮ ਨੇ ਪੈਰਾਲਾਈਜ਼ ਹੋ ਜਾਣਗੇ ਤੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਪ੍ਰਾਈਵੇਟ ਹੱਥਾਂ ਦੇ ਵਿੱਚ ਸਾਰਾ ਸਿਸਟਮ ਆਉਣ ਵਾਲਾ। ਸੋ ਸਾਡੀ ਇਹੀ ਮੰਗ ਆ ਕਿ ਸਰਕਾਰ ਬਿਨਾਂ ਦੇਰੀ ਤੋਂ ਅੱਜ ਰਣਨੀਤੀ ਤੈਅ ਕੀਤੀ ਜਾਏਗੀ। ਅਸੀਂ ਅੱਜ ਸਟ੍ਰਾਈਕ 'ਤੇ ਹਾਂ। ਅੱਜ ਟੋਟਲ ਹੈਲਥ ਤੇ ਪਸ਼ੂ ਪਾਲਣ ਵਿਭਾਗ ਦੀਆਂ ਸੇਵਾਵਾਂ ਟੋਟਲ ਬੰਦ ਕੀਤੀਆਂ ਗਈਆਂ ਨੇ। ਸਿਰਫ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਨੇ ਜਾਂ ਹੈਲਥ ਦਾ ਮੈਡੀਕਲ ਲੀਗਲ ਚੱਲ ਰਿਹਾ। ਈਵਨ ਕਿ ਕੈਦੀਆਂ ਦਾ ਜਿਹੜਾ ਹੈਲਥ ਚੈੱਕਅਪ ਆ ਉਹ ਵੀ ਬੰਦ ਕੀਤਾ ਹੋਇਆ। ਸੋ ਅੱਜ ਸਾਡੀ ਸਿੰਗਲ ਡੇ ਸਟ੍ਰਾਈਕ ਸੀਗੀ। ਜੇ ਸਾਡੀ ਸਰਕਾਰ ਇਹ ਗੱਲਾਂ ਮੰਗਾਂ ਸਾਡੀਆਂ ਨਹੀਂ ਮੰਨਦੀ, ਤੁਰੰਤ ਸਾਡਾ NPA 25 ਤੋਂ 33% ਕਰਕੇ ਬੇਸਿਕ ਪੇ ਨਾਲ ਲਿੰਕ ਨਹੀਂ ਕਰੇਗੀ ਤੇ ਸਾਡੀ ਜਿਹੜੀ ਰਣਨੀਤੀ ਆ ਆਉਣ ਵਾਲੇ ਸਮੇਂ 'ਚ ਬਹੁਤ ਹੀ ਤੇਜ਼ ਰਣਨੀਤੀ ਹੋਏਗੀ। ਸੋ ਮੈਂ ਇਹੀ ਸਰਕਾਰ ਨੂੰ ਬੇਨਤੀ ਕਰਨਾ ਕਿ ਬਿਨਾਂ ਦੇਰੀ ਤੋਂ ਇਸ ਸਾਡੇ NPA ਨੂੰ 33% NPA ਕਰਕੇ ਬੇਸਿਕ ਪੇ ਨਾਲ ਜੋੜਿਆ ਜਾਵੇ। ਇਸ ਤਾਂ ਜੋ ਜਿਹੜਾ ਸਾਰਾ ਪੜ੍ਹਿਆ ਲਿਖਿਆ ਵਰਗ ਆ, ਜਿਹਨੂੰ ਕਿ ਸਭ ਤੋਂ ਲੋਕੀ ਰੱਬ ਕਹਿੰਦੇ ਆ, ਡਾਕਟਰ ਨੂੰ ਰੱਬ ਦਾ ਰੂਪ ਦਿੰਦੇ ਆ, ਤੇ ਅੱਜ ਸੜਕਾਂ 'ਤੇ ਤੁਰੇ ਫਿਰਨ ਰਹੇ ਆ, ਉਹ ਆਪਣੇ ਆਰਾਮ ਨਾਲ ਸੇਵਾਵਾਂ ਕਰਨ ਤੇ ਆਪਣੇ ਸਾਰਾ ਸਿਸਟਮ ਠੀਕ ਚੱਲੇ। ਸੋ ਮੈਂ ਅਖੀਰ ਇਹੋ ਹੀ ਸਰਕਾਰ ਨੂੰ ਬੇਨਤੀ ਕਰਨਾ ਵੀ ਆਪਣੀ ਇਹ ਜਿਹੜੀ ਮੰਗ ਸਾਡੀ ਪੂਰੀ ਕੀਤੀ ਜਾਵੇ। ਸਾਰੀ ਪ੍ਰੈਸ ਦਾ ਬਹੁਤ ਧੰਨਵਾਦ। ਜਿਹੜੀ ਸਟ੍ਰਾਈਕ ਹੈ ਤੁਹਾਡੀ, ਇਹ ਸਿਰਫ ਅੱਜ ਦੀ ਸਟ੍ਰਾਈਕ ਹੈ? ਅੱਜ ਸਾਡੀ ਸਿੰਗਲ ਡੇ ਸਟ੍ਰਾਈਕ ਹੈ। ਅੱਜ ਅਸੀਂ ਸਰਕਾਰ ਨੂੰ ਨੋਟਿਸ ਦੇਵਾਂਗੇ, ਅਗਲੀ ਰਣਨੀਤੀ ਅਸੀਂ ਬਹਿ ਕੇ ਤੈਅ ਕਰਾਂਗੇ, ਅਸੀਂ ਪ੍ਰੈਸ ਜਲਦੀ ਜਨਤਕ ਕਰਾਂਗੇ। ਫਿਲਹਾਲ ਸਾਡੀ ਇਹ ਸਟ੍ਰਾਈਕ ਅੱਜ ਦੀ ਸੀਗੀ ਜੀ। ਪਹਿਲਾਂ ਇੱਕ ਦਿਨ ਦੀ ਸਟ੍ਰਾਈਕ ਅਸੀਂ ਸ਼ੁੱਕਰਵਾਰ ਕੀਤੀ ਸੀ, ਸ਼ਨੀਵਾਰ ਸਾਡਾ ਵਰਕਿੰਗ ਡੇ ਸੀ। ਅੱਜ ਇੱਕ ਦਿਨ ਦੀ ਸਟ੍ਰਾਈਕ ਕੀਤੀ ਆ। ਉਸ ਤੋਂ ਬਾਅਦ ਅਸੀਂ ਸਟੈਪ ਬਾਈ ਸਟੈਪ ਇਹਨੂੰ ਅੱਗੇ ਲੈ ਕੇ ਜਾਵਾਂਗੇ। ਹਾਲੇ ਅਸੀਂ ਸਿਰਫ OPD ਸਰਵਿਸਿਜ਼ ਬੰਦ ਕੀਤੀਆਂ। ਐਮਰਜੈਂਸੀ ਤੇ ਕੋਵਿਡ ਰਿਲੇਟਡ ਜਿਹੜਾ ਕੰਮ ਹੈ ਉਹ ਅਸੀਂ ਨਹੀਂ ਛੇੜਿਆ ਪਬਲਿਕ ਇੰਟਰਸਟ 'ਚ। ਸਾਨੂੰ ਵੀ ਪਤਾ ਵੀ ਕੋਵਿਡ ਵੈਕਸੀਨੇਸ਼ਨ ਬਹੁਤ ਜ਼ਰੂਰੀ ਆ, ਸਾਰਾ ਕੁਝ ਜ਼ਰੂਰੀ ਆ। ਅਸੀਂ ਲੋਕਾਂ ਨੂੰ ਆਪ ਜਾ ਕੇ ਮੋਟੀਵੇਟ ਕਰਕੇ ਲੋਕਾਂ ਦੇ ਅਸੀਂ ਟੀਕਾਕਰਨ ਕਰਾ ਰਹੇ ਹਾਂ ਤੇ ਅਸੀਂ ਉਹਨੂੰ ਬੰਦ ਕਰਨਾ ਨਹੀਂ ਚਾਹੁੰਦੇ। ਬਟ ਸਰਕਾਰ ਸਾਨੂੰ ਮਜਬੂਰੀ ਵੱਲ ਬਸ ਇਸ ਕੰਮ ਤੱਕ ਨਾ ਲੈ ਕੇ ਜਾਵੇ। ਅਸੀਂ ਚਾਹੁੰਦੇ ਨਹੀਂ ਜਾਣਾ, ਬਟ ਜੇ ਸਰਕਾਰ ਦਾ ਰਵੱਈਆ ਇਸ ਤਰ੍ਹਾਂ ਦਾ ਰਿਹਾ ਤਾਂ ਸਾਨੂੰ ਉਹ ਵੀ ਸੋਚਣਾ ਪਏਗਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਹੋਈ ਹੈ, ਕੀ ਰਿਸਪੌਂਸ ਹੋਵੇ? ਸਰਕਾਰ ਦੇ ਅੱਜ ਸਾਨੂੰ ਸੈਕਟਰੀ ਸਾਹਿਬ ਨੇ ਬੁਲਾਇਆ ਸੀਗਾ ਜੀ। ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਤੁਹਾਡਾ ਮੈਂ ਕੰਮ ਜਲਦੀ ਕਰਾ ਦੂੰਗਾ। ਬਟ ਉਹ ਸਰਕਾਰਾਂ ਹੈਗੀਆਂ, ਸਰਕਾਰਾਂ ਟਾਈਮ ਲਟਕਾ ਦਿੰਦੀਆਂ। ਕਮੇਟੀ ਬਣੀ ਆ, ਦੋ ਟਾਇਰ ਕਮੇਟੀ, ਪਹਿਲਾਂ ਅਫਸਰਾਂ ਦੀ ਕਮੇਟੀ, ਮੰਤਰੀਆਂ ਦੀ ਕਮੇਟੀ, ਉਹਦੇ ਸਾਡੇ ਮਾਨਯੋਗ ਖਜ਼ਾਨਾ ਮੰਤਰੀ ਜੀ ਵੀ ਸ਼ਾਮਲ ਨੇ। ਤੇ ਉਹਦੇ ਤੋਂ ਕਿੰਨੀ ਕੁ ਉਮੀਦ ਰੱਖੀ ਜਾ ਸਕਦੀ ਹੈ ਜੀ, ਉਹ ਸਾਰੇ ਆਪਾਂ ਭਲੀ ਭਾਂਤ ਜਾਣਦੇ ਹਾਂ ਜੀ। ਇੱਥੇ ਮੈਂ ਐਡ ਕਰ ਦਿਆਂ, ਜਿੰਨਾ ਚਿਰ ਪੈਨਲ ਮੀਟਿੰਗ ਦਾ ਸੱਦਾ ਨਹੀਂ ਆਏਗਾ ਉਹਨਾਂ ਚਿਰ ਸਟ੍ਰਾਈਕ ਵਾਪਸ ਨਹੀਂ ਹੋਏਗੀ, ਕਿਉਂਕਿ ਸੈਕਟਰੀ ਸਾਹਿਬ ਦੇ ਹੱਥ ਅਸੀਂ ਜਿੰਨਾ ਚਿਰ ਪੈਨਲ ਮੀਟਿੰਗ ਸੈਕਟਰੀ ਸਾਹਿਬ, ਮਿਨਿਸਟਰ, ਡਾਇਰੈਕਟਰ ਐਂਡ ਐਸੋਸੀਏਸ਼ਨ ਜਿੰਨਾ ਚਿਰ ਪੈਨਲ ਮੀਟਿੰਗ ਬਣ ਕੇ ਸੱਦਾ ਨਹੀਂ ਆਏਗਾ ਉਹਨਾਂ ਚਿਰ ਸਟ੍ਰਾਈਕ ਵਾਪਸ ਨਹੀਂ ਜਾਏਗੀ। ਨਾਲੇ ਚਾਹੇ ਅੱਜ ਦੇ ਦਿਨ ਦੀ ਨਾਲੇ ਕਹਿੰਦੇ ਵਾਪਸ ਨਹੀਂ, ਸਟ੍ਰਾਈਕ ਜਿਹੜੀ ਇੱਕ ਦਿਨ ਦੀ ਸਟ੍ਰਾਈਕ ਸੀ ਜੀ, ਬਾਕੀ ਜਿਹੜਾ ਸਾਡਾ ਪ੍ਰੋਟੈਸਟ ਆ ਉਹ ਕੰਟੀਨਿਊਡ ਆ। ਅਸੀਂ ਇਹਨੂੰ ਵਧਾ ਸਕਦੇ ਹਾਂ। ਸਟ੍ਰਾਈਕ ਇੱਕ ਦਿਨ ਦੀ 1 ਡੇ ਸਟ੍ਰਾਈਕ ਸੀਗੀ। ਪ੍ਰੋਟੈਸਟ ਵੈਲ ਕਿੰਨੇ ਟਾਈਮ ਦਾ ਕਿੱਥੇ ਕਿਵੇਂ ਕਰਦੇ ਹੋ ਉਹ ਵੀ ਦੱਸੋ। ਉਹ ਅਸੀਂ ਰਣਨੀਤੀ ਬਣਾ ਰਹੇ ਹਾਂ ਜੀ। ਅੱਜ ਅਸੀਂ ਡਿਫਰੈਂਟ ਕੁਛ ਨਾ ਕੁਛ ਕਰਾਂਗੇ। ਪ੍ਰੋਟੈਸਟ ਦਾ ਮੁੱਦਾ ਅੱਜ ਦਾ ਅਸੀਂ 2 ਦਿਨ ਜਿਹੜੇ ਹੈਗੇ, ਅਗਲੇ 2 ਦਿਨ ਅਸੀਂ ਜਿਹੜਾ ਕੰਮ ਠੱਪ ਨਹੀਂ ਕਰ ਰਹੇ ਹੈਗੇ। ਫਿਲਹਾਲ 1 ਤਰੀਕ ਨੂੰ ਅਨਾਉਂਸ ਕਰਾਂਗੇ ਜੀ। ਅਸੀਂ 1 ਤਰੀਕ ਨੂੰ ਡਾਕਟਰਸ ਡੇ ਆ। ਜੇ ਸਰਕਾਰ ਨਹੀਂ ਮੰਨਦੀ 1 ਤਰੀਕ ਤਾਂ ਅਸੀਂ ਇੰਟੈਂਸੀਫਾਈ ਕਰਾਂਗੇ ਜੀ। ਪੰਜਾਬ ਦੇ ਹੋਰ ਵਰਗ ਦੇ ਮੁਲਾਜ਼ਮਾਂ ਨੇ ਵੀ ਸਾਂਝਾ ਮੁਲਾਜ਼ਮ ਫਰੰਟ ਬਣਾ ਕੇ ਇਸ ਮੁੱਦੇ ਤੇ ਸਰਕਾਰ ਖਿਲਾਫ ਹੜਤਾਲਾਂ ਸ਼ੁਰੂ ਕੀਤੀਆਂ ਹੋਈਆਂ ਨੇ ਕਈ ਦਿਨ ਤੋਂ। ਹਾਂਜੀ ਉਹਨਾਂ ਨਾਲ ਵੀ ਕੋਈ ਤਾਲਮੇਲ ਕਮੇਟੀ? ਹਾਂਜੀ, ਤਾਲਮੇਲ ਬਣ ਰਿਹਾ ਜੀ। ਸਾਡੇ ਗਰੁੱਪ ਬਣ ਗਏ ਹੈਗੇ, ਉਹਨਾਂ ਨਾਲ ਤਾਲਮੇਲ ਕਰ ਰਹੇ ਆ। 8 ਤਰੀਕ ਨੂੰ ਸ਼ਾਇਦ ਉਹਨਾਂ ਦੀ ਕਾਲ ਹੈਗੀ ਆ ਤੇ ਉਹ ਸਾਰੇ ਮੁਲਾਜ਼ਮ ਔਖੇ ਨੇ ਜੀ ਸਰਕਾਰ ਤੋਂ, ਤੇ ਉਹ ਸਾਰਿਆਂ ਨਾਲ ਉਹਨਾਂ ਨਾਲ ਵੀ ਤਾਲਮੇਲ ਕਮੇਟੀ ਜਿਹੜੀ ਜਲਦੀ ਬਣਾ ਲਈ ਜਾਵੇਗੀ ਜੀ। ਡਾਕਟਰ ਸਾਹਿਬ, ਤੁਸੀਂ ਕਿਹਾ ਵੀ ਪਬਲਿਕ ਹੈਲਥ ਸਿਸਟਮ ਨੂੰ ਵੀਕਨ ਕਰਨ ਦੀ ਕੋਸ਼ਿਸ਼ ਹੈ ਸਰਕਾਰ ਦੀ। ਬਿਲਕੁਲ। ਪਰ NPA ਕੱਢਿਆ ਤਾਂ ਉਹਦੀ ਕਿਉਂ ਯਾਦ ਨਹੀਂ ਡਾਕਟਰਾਂ ਨੂੰ ਵੀ ਪਬਲਿਕ ਹੈਲਥ ਸਿਸਟਮ ਦਾ ਵੀਕਨ ਕੀਤਾ ਜਾ ਰਿਹਾ? ਪਹਿਲਾਂ ਕਿਉਂ ਨਹੀਂ ਜੀ, ਅਸੀਂ ਬਿਲਕੁਲ ਪਹਿਲਾਂ ਵੀ ਹਰ ਸਟੈਪ ਤੇ ਇਸ ਚੀਜ਼ ਨੂੰ ਅਪੋਜ਼ ਕਰਦੇ ਆ ਰਹੇ ਹਾਂ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ 2 ਸਾਲ ਪਹਿਲਾਂ ਸਰਕਾਰ ਨੇ ਇੱਕ ਲੈ ਕੇ ਆਂਦਾ ਸੀ, ਅਖਬਾਰ 'ਚ ਇਸ਼ਤਿਹਾਰ ਕੱਢਿਆ ਸੀ ਵੀ ਅਸੀਂ ਪ੍ਰਾਈਵੇਟਾਈਜ਼ ਕਰਨੀਆਂ ਹੈਗੀਆਂ ਪਿੰਡੂ ਡਿਸਪੈਂਸਰੀਆਂ ਤੇ ਸ਼ਹਿਰੀ CHCs। PCM ਐਸੋਸੀਏਸ਼ਨ ਨੇ ਉਦੋਂ ਵੀ ਇਸ ਚੀਜ਼ ਨੂੰ ਅਪੋਜ਼ ਕੀਤਾ ਸੀਗਾ ਔਰ ਬਕਾਇਦਾ ਅਖਬਾਰਾਂ 'ਚ ਅਸੀਂ ਬਿਆਨ ਦਿੱਤੇ ਸੀ ਕਾਫੀ ਵੱਡੇ ਔਰ ਉਸ ਚੀਜ਼ ਨਾਲ ਸਰਕਾਰ ਨੂੰ ਇੱਕ ਵਾਰੀ ਉਸ ਜਿਹੜਾ ਫੈਸਲਾ ਸੀਗਾ ਉਹਨੂੰ ਵਾਪਸ ਲੈਣਾ ਪਿਆ ਸੀਗਾ। ਜਿਵੇਂ ਦੱਸਿਆ ਕਿ ਸਰਕਾਰ 2017 ਚ ਵੀ ਖਤਮ ਕਰਨਾ ਚਾਹੁੰਦੇ ਹੈ NPA। ਕੀ ਲੱਗਦਾ ਵੀ ਸਰਕਾਰ ਦਾ ਏਜੰਡਾ ਹੀ ਹੈ ਇਹਨੂੰ ਖਤਮ ਕਰਨਾ?
ਬਿਲਕੁਲ ਇਹ ਇਕੱਲਾ ਐਨਪੀਏ ਨਹੀਂ ਜੀ, ਸਰਕਾਰ ਕਈ ਤਰੀਕਿਆਂ ਨਾਲ ਇਹ ਜਿਹੇ ਹਮਲੇ ਕਰਦੀ ਆ। ਹੁਣ ਐਨਪੀਏ ਕਰਤਾ, ਕਈ ਵਾਰੀ ਡਾਕਟਰਾਂ ਦੀ ਐਮਡੀ ਜਿਹੜੇ ਅਸੀਂ ਮਤਲਬ ਐਮਬੀਬੀਐਸ ਕਰਕੇ ਜਿਹੜੇ ਲੋਕ ਜੁਆਇਨ ਕਰਦੇ ਆ ਉਹਨਾਂ ਨੂੰ 3 ਸਾਲ ਬਾਅਦ ਜਾਂ 2 ਸਾਲ ਬਾਅਦ ਐਮਡੀ ਕਰਨ ਜਾਂਦੇ ਆ ਥਰੂ ਸਰਵਿਸ, ਉਹਦੀਆਂ ਸ਼ਰਤਾਂ ਔਖੀਆਂ ਕਰ ਦਿੰਦੀ ਆ ਤਾਂ ਕਿ ਲੋਕੀ ਅੱਗੇ ਹੁੰਦਾ ਸੀ ਵੀ ਹਾਂਜੀ 3 ਸਾਲ ਪਿੰਡਾਂ 'ਚ ਜੌਬ ਕਰਾਂਗੇ। ਪੇਂਡੂ ਸਿਹਤ ਸੇਵਾਵਾਂ ਜਿਹੜੀਆਂ ਉਹ ਵੀ ਵਧੀਆ ਚੱਲਦੀਆਂ ਸੀਗੀਆਂ। 3 ਸਾਲ ਦੀ ਪਿੰਡਾਂ 'ਚ ਜੌਬ ਕਰਕੇ ਲੋਕ ਫਿਰ ਐਮਡੀ ਕਰਨ ਜਾਂਦੇ ਸੀ ਤੇ ਵਾਪਸ ਆ ਕੇ ਫਿਰ ਸਰਵਿਸ ਜੁਆਇਨ ਕਰਦੇ ਸੀ। ਸਰਕਾਰ ਨੇ ਉਹ ਸ਼ਰਤਾਂ ਵੀ ਔਖੀਆਂ ਕਰਤੀਆਂ ਤੇ ਉਹ 3 ਦੀ ਥਾਂ ਤੇ 6 ਸਾਲ ਕਰਤਾ। ਇਸ ਕਰਤਾ ਲੋਕਾਂ ਨੂੰ ਜਿਹੜੀ ਜੌਬ ਹੈ ਉਹਨੂੰ ਉਹ ਘੱਟ ਆਕਰਸ਼ਿਤ ਹੋਣ ਲੱਗ ਗਈ ਤੇ ਉਹਦੇ ਕਰਕੇ ਆਪਣੀਆਂ ਜਿਹੜੀਆਂ ਪੇਂਡੂ ਸਿਹਤ ਸੇਵਾਵਾਂ 'ਤੇ ਫਰਕ ਪਿਆ। ਪਹਿਲਾਂ ਇਹਨਾਂ ਨੇ ਇੱਕ ਕੈਡਰ ਬਣਾਇਆ ਸੀ ਰੂਰਲ ਮੈਡੀਕਲ ਆਫਿਸਰ ਦਾ, ਉਹ ਵੀ ਸਰਕਾਰ ਦਾ ਜਿਹੜਾ ਐਕਸਪੈਰੀਮੈਂਟ ਫੇਲ ਹੋਇਆ। ਹੁਣ ਅੱਕ ਕੇ ਉਹਨਾਂ ਨੇ ਉਹਨੂੰ ਮਰਜ ਕੀਤਾ, ਜਿੰਨੇ ਬੰਦਿਆਂ ਦੀ ਆਪਸ਼ਨ ਲੈ ਕੇ ਉਹ ਵਾਪਸ ਆਏ ਜੀ ਸਿਹਤ ਮਹਿਕਮੇ 'ਚ। ਸੋ ਇਸ ਤਰ੍ਹਾਂ ਦੇ ਸਾਰੇ ਸਟੈਪ ਆ। ਇਹ ਕੋਈ ਬਾਹਰਲੀਆਂ ਏਜੰਸੀਆਂ ਜਾਂ ਸਰਕਾਰ ਰਲ ਕੇ ਉਦੋਂ ਵੀ ਇਹ ਵਰਲਡ ਬੈਂਕ ਦੇ ਕਰਕੇ ਇਹਨਾਂ ਨੇ ਰੂਰਲ ਮੈਡੀਕਲ ਆਫਿਸਰ ਜਿਹੜੇ ਪੇਂਡੂ ਡਿਸਪੈਂਸਰੀਆਂ ਦਿੱਤੀਆਂ ਰੂਰਲ ਡਿਵੈਲਪਮੈਂਟ ਉਹਦੇ ਕਰਕੇ ਸਿਹਤ ਸੇਵਾਵਾਂ ਜਿਹੜੀਆਂ ਅਫੈਕਟ ਹੋਈਆਂ। ਸੋ ਇਹ ਸਾਰਾ ਕੁਝ ਉਸੇ ਐਨਪੀਏ ਵੀ ਉਸੇ ਕੜੀ ਦਾ ਇੱਕ ਹਿੱਸਾ ਹੈ ਜੀ। ਸਰਕਾਰ ਦਾ ਜਦੋਂ ਅਫਸਰਾਂ ਨਾਲ ਗੱਲ ਕਰੀ ਸੀ ਉਹ ਕਹਿੰਦੇ ਆ ਕਿ ਸਰਵਿਸ ਰੂਲ ਨੇ ਜਿਹੜੇ ਇੰਪਲਾਈ ਦੇ ਉਹਦੇ ਵਿੱਚ ਬੜਾ ਸਪਸ਼ਟ ਹੈ, ਨਾ ਕੋਈ ਕਲਰਕ, ਨਾ ਫਾਰਮਾਸਿਸਟ, ਨਾ ਕੋਈ ਇੰਜੀਨੀਅਰ, ਕੋਈ ਵੀ ਕੈਟਾਗਰੀ ਜਿਹੜੀ ਸਰਕਾਰੀ ਮੁਲਾਜ਼ਮ ਹੈ ਉਹ ਹੋਰ ਕੰਮ ਨਹੀਂ ਕਰ ਸਕਦਾ। ਤੇ ਫਿਰ ਡਾਕਟਰਾਂ ਨੂੰ ਐਨਪੀਏ ਕਿਉਂ ਦਈਏ? ਫਿਰ ਫਾਰਮਾਸਿਸਟ ਵੀ ਕਰ ਸਕਦਾ, ਫਿਰ ਇੰਜੀਨੀਅਰ ਵੀ ਕਰ ਸਕਦਾ। ਮੈਂ ਪਹਿਲਾਂ ਹੀ ਹਾਂਜੀ ਇਹੀ ਗੱਲ ਹੈ ਨਾ ਜੀ। ਇਹਦਾ ਨਾਂ ਐਨਪੀਏ ਹੈਗਾ, ਨਾਨ ਪ੍ਰੈਕਟਿਸਿੰਗ ਅਲਾਊਂਸ। ਉਹ ਇਹਦਾ ਲੇਕਿਨ ਜਿਵੇਂ ਡਾਕਟਰ ਰੰਧਾਵਾ ਨੇ ਕਿਹਾ, ਮੈਂ ਵੀ ਤੁਹਾਨੂੰ ਪਹਿਲਾਂ ਕਿਹਾ ਵੀ ਇਹ ਸਾਨੂੰ ਐਨਪੀਏ ਜਿਹੜਾ ਮਿਲਦਾ ਇਹ 4-5 ਕਾਰਨਾਂ ਕਰਕੇ ਮਿਲਦਾ, ਨਾ ਕਿ ਪ੍ਰੈਕਟਿਸ ਨੂੰ ਸਾਨੂੰ ਕੰਪਨਸੇਟ ਕਰਨ ਲਈ। ਨਾ ਬਿਲਕੁਲ ਗਲਤ ਰੱਖਿਆ ਗਿਆ ਜੀ ਇਹਦਾ। ਇਹ ਮਿਸਨੋਮਰ ਹੈ ਜੀ, ਇੱਕ ਇਹਦਾ ਨਾਂ ਹੀ ਗਲਤ ਹੈ। ਇਹੀ ਸਰ ਇਸੇ ਚੀਜ਼ ਦਾ ਬਹਾਨਾ ਬਣਾ ਕੇ ਉਹ ਹਮੇਸ਼ਾ ਟਾਰਗੇਟ ਕਰਦੇ ਆ। It is not a NPA, misnomer. ਅਸੀਂ ਇਹਨੂੰ ਡਿਮਾਂਡ ਕੀਤਾ ਹੈ ਚੇਂਜ ਕਰਨ ਵਾਸਤੇ। ਕੱਟ ਲੱਗੇ ਨੇ ਜਣੀ ਜਿਹਨਾਂ ਤੁਹਾਡੀ ਸੈਲਰੀ ਤੇ ਅਸਰ ਬੜੇ ਕੱਟ ਲੱਗੇ ਨੇ ਜੀ। ਸਾਡਾ 5% ਰੈਂਟ ਫ੍ਰੀ ਕੰਪੀਟੀਸ਼ਨ ਆ, ਉਹ ਬੰਦ ਕਰਤਾ। ਐਕੈਡਮਿਕ ਅਲਾਊਂਸ ਮਿਲਦਾ ਸੀ ਸਾਨੂੰ, ਉਹ ਮਿਲਦਾ ਤਾਂ 250 ਰੁਪਈਆ ਸੀ। ਉਹਦਾ ਅਸੀਂ ਵਾਧਾ ਕਰਨ ਬਾਰੇ ਪੇ ਕਮਿਸ਼ਨ ਨੂੰ ਬੜਾ ਵਧੀਆ ਰਿਪਰੈਜ਼ੈਂਟ ਕੀਤਾ ਸੀ, ਉਹ ਸਾਰਿਆਂ ਦਾ ਕੱਟਤਾ ਜੀ। ਕਨਵੇਂਸ ਅਲਾਊਂਸ ਬੰਦ ਕਰਤਾ ਜੀ। ਰੂਰਲ ਅਲਾਊਂਸ ਜਿਹੜਾ ਉਹ ਘਟਾਤਾ। ਬਾਕੀ ਆਪਣਾ HRA ਵੀ ਘਟਾਤਾ ਹੈਗਾ। ਇਹ ਚੀਜ਼ਾਂ ਤਾਂ ਸਾਰੇ ਮੁਲਾਜ਼ਮਾਂ ਦੀਆਂ ਸਾਂਝੇ ਸਾਡੇ ਜਿਹੜੇ ਮਤਲਬ ਕੱਟ ਲਏ ਆ। ਐਨਪੀਏ ਕਿਉਂਕਿ ਸਿਰਫ ਡਾਕਟਰਸ ਨੂੰ ਮਿਲਦਾ ਸੀਗਾ ਤੇ ਉਹਦੇ ਕਰਕੇ ਅਸੀਂ ਜਿਹੜਾ ਪਹਿਲਾਂ ਐਨਪੀਏ ਦਾ ਮੁੱਦਾ ਤੇ ਬਾਕੀ ਸਾਡਾ ਜਿਹੜਾ ਸਾਰਾ ਸਾਂਝਾ ਮੁੱਦਾ ਜੀ ਸਾਰੇ ਮੁਲਾਜ਼ਮਾਂ ਦਾ ਜੀ। ਕਿੰਨਾ ਕਿ ਲਾਸ ਹੋਇਆ ਤੁਹਾਨੂੰ? 25 ਤੋਂ 20% ਇਸ ਦਾ ਜੀ ਉਹ ਸਰਕਾਰ ਜਿਵੇਂ ਜਿਹੜਾ ਸਰਕਾਰ ਦੀ ਰਿਕਮੈਂਡੇਸ਼ਨ ਆਈ ਆ ਉਹਦੇ 'ਚ ਉਹ ਕਹਿ ਰਹੇ ਨੇ ਵੀ ਜੇ ਇਹ ਡਾਕਟਰਸ ਦਾ ਐਨਪੀਏ ਕੱਟਦੇ ਨੇ, ਡੀਲਿੰਕ ਕਰਦੇ ਨੇ ਤਾਂ ਤਕਰੀਬਨ 20 ਕਰੋੜ ਦਾ ਸਾਲਾਨਾ ਵਿੱਤੀ ਬੋਝ ਮੰਨ ਲਓ ਉਹਨਾਂ 'ਤੇ ਘਟਦਾ। ਹਾਂਜੀ 2 ਕਰੋੜ ਰੁਪਈਆ ਇੱਕ ਮਹੀਨੇ ਦਾ ਬਚਾਉਣ ਵਾਸਤੇ ਸਾਡੇ ਡਾਕਟਰਸ ਦੀ ਇਹਨਾਂ ਨੇ ਪੇ ਕੱਟੀ ਹੈ। ਉਹਦੇ ਪਿੱਛੇ ਸਾਡੀ ਲੜਾਈ ਹੋ ਰਹੀ ਹੈ। ਇੱਕ ਐਡੀ ਵੱਡੀ ਸਰਕਾਰ ਕੋਲ ਜੇ 2 ਕਰੋੜ ਰੁਪਈਆ ਨਹੀਂ ਕਿਸੇ ਪਾਸੇ ਤੋਂ ਹੱਲ ਹੋ ਰਿਹਾ ਤਾਂ ਤੁਸੀਂ ਸਮਝ ਸਕਦੇ ਹੋ ਸਰਕਾਰ ਦਾ ਕੀ ਹਾਲ ਹੈ ਤੇ ਕੀ ਇਹਦੀ ਥਿੰਕਿੰਗ ਹੋਊਗੀ ਕਿ ਇਹ ਸਾਡੇ ਪ੍ਰਤੀ ਆਪਣੇ ਲੋਕਾਂ ਪ੍ਰਤੀ ਕੀ ਸੋਚਦੇ ਹੋਣਗੇ। ਤੁਹਾਡੇ ਸਾਹਮਣੇ ਸਾਰਾ ਕੁਝ ਇੰਨੇ ਪੈਸੇ ਤਾਂ ਇਹ ਤਕਰੀਬਨ ਮਤਲਬ ਆਪਦੇ ਘਰਾਂ ਦੀ ਰੈਨੋਵੇਸ਼ਨ ਦੀ ਲਾਉਂਦੇ ਨੇ ਮੰਤਰੀ ਸੰਤਰੀ ਤੇ ਆਹ ਬਿਊਰੋਕ੍ਰੇਸੀ ਤੇ ਸਾਡਾ ਇਹਨਾਂ ਨੂੰ ਮਤਲਬ ਜਿਹੜਾ ਐਨਪੀਏ ਚੁੱਭ ਰਿਹਾ ਉਹ ਜਿਵੇਂ ਪ੍ਰਧਾਨ ਜੀ ਨੇ ਪਹਿਲਾਂ ਦੱਸ ਹੀ ਦਿੱਤਾ ਮਤਲਬ ਬੇਸਿਕਲੀ ਇਹ ਪਬਲਿਕ ਹੈਲਥ ਕੇਅਰ ਸਿਸਟਮ ਨੂੰ ਡਿਸਟਰੋਏ ਕਰਨਾ ਚਾਹੁੰਦੇ ਨੇ। ਸਾਡੀ ਲੜਾਈ ਐਨਪੀਏ ਨੂੰ ਬਚਾਉਣ ਦੀ ਨਹੀਂ। ਡਾਕਟਰ ਉਮੀਦ ਕਰਦੇ ਸੀ, ਮੇਰੀ ਗੱਲ ਹੋ ਗਈ, ਕੋਵਿਡ ਟਾਈਮ 'ਚ ਡਾਕਟਰ ਉਮੀਦ ਕਰਦੇ ਸੀ ਕੁਝ ਐਕਸਟਰਾ ਮਿਲੇਗਾ। ਇਹ ਉਲਟਾ ਕੰਮ ਹੋ ਰਿਹਾ। ਜਿੰਨੀ ਤਨਦੇਹੀ ਨਾਲ ਡਾਕਟਰ ਨੇ ਕੰਮ ਕੀਤਾ ਉਹਦਾ ਰਿਵਾਰਡ ਤਾਂ ਕੀ ਦੇਣਾ ਸੀ? ਬਿਲਕੁਲ ਸਿਰਫ ਤਾੜੀਆਂ ਮਾਰੀਆਂ ਬਸ ਐਵੇਂ ਫੁੱਲ ਸੁੱਟੇ। ਕਰੋਨਾ ਬਾਰੇ ਉਹਨਾਂ ਬਾਰੇ ਸੁਣਾਈਆਂ ਤੇ ਕੱਟ ਲਾਤਾ। ਬਹੁਤ ਜ਼ਿਆਦਾ ਘੱਟ ਹੈ ਜੀ ਪੈਰਾਮੈਡੀਕਲ। ਮੈਂ ਦੱਸਾਂ ਅਸੀਂ ਜੇ ਤੁਸੀਂ ਸਾਡੀ ਦਿਲੋਂ ਪੁੱਛੋ ਅਸੀਂ ਨੋ ਡਾਊਟ ਕਲਾਸ 1 ਆਫੀਸਰ ਹੈ। ਡੇ 1 ਵੀ ਜੁਆਇੰਟ ਦੇ ਸਰਵਿਸ ਉਦੋਂ ਤੋਂ ਹੀ ਅਸੀਂ ਗਜ਼ਟਡ ਆਫੀਸਰਸ ਹੈ। ਪਰ ਤੁਸੀਂ ਜਾ ਕੇ ਸਾਡੇ ਹਸਪਤਾਲਾਂ 'ਚ ਹਾਲ ਦੇਖ ਲਓ, ਸਾਡੇ ਡਾਕਟਰਸ ਕੋਲ ਕੋਈ ਐਕਸਟਰਾ ਕੋਈ ਕਲਾਸ 4 EMPLOYE ਜਾਂ PN ਨਹੀਂ ਹੈਗੇ। ਅਸੀਂ ਆਪਣਾ ਲੋਕਲ ਅਰੇਂਜਮੈਂਟ ਕਰਕੇ ਜਾਂ ਆਪਣੇ ਆਪ ਹੀ ਕੰਮ ਸਾਰਦੇ ਹਾਂ। ਦੂਜੀ ਗੱਲ, ਇਹਨਾਂ ਨੇ ਕਦੇ ਵੀ ਸਾਡੇ ਜਿਹੜਾ PCMSation ਡਾਕਟਰਸ ਦਾ ਜਾਂ ਦੂਜੇ ਡਾਕਟਰਸ ਦਾ ਕੇਡਰ ਹੈ ਉਹ ਰਿਵਿਊ ਕਰਨ ਦੀ ਗੱਲ ਕਦੇ ਨਹੀਂ ਕਰੀ। ਜੋ ਪੋਸਟਾਂ ਅੱਜ ਤੋਂ 30-40 ਸਾਲ ਪਹਿਲਾਂ ਚੱਲਦੀਆਂ ਸੀ ਉਨਾ ਹੀ ਨੰਬਰ ਆਫ ਪੋਸਟ ਉਨੇ ਹੀ ਹੋਣਾ। ਕਲਾਸ 4 ਦੀਆਂ ਪੋਸਟਾਂ ਟੋਟਲ ਅਬੋਲਿਸ਼ ਕਰਤੀਆਂ ਸਾਡੇ ਕੋਲੋਂ। ਕੁਝ ਲੋਕ ਅਸੀਂ ਠੇਕੇ 'ਤੇ ਰੱਖ ਕੇ ਉਹ ਵੀ ਆਊਟਸੋਰਸਡ ਹੈ, ਉਹ ਸਾਡਾ NHM ਦੇ ਥਰੂ ਰੱਖਿਆ ਜਾਂਦਾ ਹੈ। ਸਾਡੇ ਕੋਲ ਮੈਂ ਖਰੜ ਲੱਗਿਆ ਹੋਇਆ SMO, ਮੇਰੇ ਕੋਲ ਕੋਈ ਵੀ ਕਲਰਕ ਨਹੀਂ ਹੈਗਾ।
ਜਿਹੜਾ ਮੇਰਾ ਕਲਰਕ ਦਾ ਬੰਦਾ ਕੰਮ ਕਰ ਰਿਹਾ ਉਹੀ ਅਕਾਊਂਟਸ ਦਾ ਕੰਮ ਕਰ ਰਿਹਾ ਹੈ। ਉਹ ਇੱਕ ਜਿਹੜਾ ਛੋਟਾ EMPLOYEE ਹੈ ਉਹ ਹੀ ਇਜ਼ ਨਾਟ ਕੰਪੀਟੈਂਟ ਟੂ ਡੂ ਦੈਟ, ਲੇਕਿਨ ਸਟਿਲ ਅਸੀਂ ਆਪਣਾ ਕੰਮ ਚਲਾ ਰਹੇ ਹਾਂ। ਅਸੀਂ ਬਾਰ-ਬਾਰ ਆਪਣੀ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਰਹੇ ਹਾਂ ਕਿ ਸਾਨੂੰ ਤੁਸੀਂ ਸਟਾਫ ਦਿਓ। ਸਾਡੇ ਆਪਰੇਸ਼ਨ ਥੀਏਟਰਾਂ 'ਚ ਸਟਾਫ ਨਹੀਂ ਹੈਗਾ, ਸਾਡੇ ਡਾਕਟਰਸ ਦੇ ਜਿਹੜੀਆਂ ਹੋਰ ਬਹੁਤ ਕੰਮ ਕਰਨੇ, ਕੱਪੜਿਆਂ ਦਾ ਜਿਹੜਾ ਸਾਡਾ ਆਪਰੇਸ਼ਨ ਥੀਏਟਰ ਦਾ ਕੰਮ ਹੈ, ਆਟੋਕਲੇਵ ਦਾ ਕੰਮ ਹੈ, ਉਹਨਾਂ ਵਾਸਤੇ ਸਟਾਫ ਨਹੀਂ ਹੈ। ਅਸੀਂ ਲੋਕਲ ਅਰੇਂਜਮੈਂਟ ਕਰਕੇ ਅਸੀਂ ਡਾਕਟਰ ਕੰਮ ਚਲਾ ਰਹੇ ਹਾਂ। ਲੇਕਿਨ ਇਹ ਹੁਣ ਜਿਹੜਾ ਹਾਲਾਂਕਿ ਉਹਦੇ ਬਾਰੇ ਅਸੀਂ ਕਦੇ ਸਟ੍ਰਾਈਕ ਨਹੀਂ ਕਰੀ, ਲੇਕਿਨ ਅਸੀਂ ਬਾਰ-ਬਾਰ ਕਹਿੰਦੇ ਹਾਂ ਆਪਣੇ ਡਿਪਾਰਟਮੈਂਟ ਨੂੰ ਕਿ ਤੁਸੀਂ ਸਾਨੂੰ ਪੋਸਟਾਂ ਦਿਓ, ਸਾਨੂੰ ਸਟਾਫ ਦਿਓ ਤਾਂ ਕਿ ਕੰਮ ਵਧੀਆ ਚੱਲ ਸਕੇ। ਮੈਂ ਮਤਲਬ ਇਹ ਗੱਲ ਨਹੀਂ ਹੈਗੀ ਕਿ ਅਸੀਂ ਹੁਣੀ ਉੱਠੇ ਹਾਂ, ਅਸੀਂ ਆਲਰੇਡੀ ਬਹੁਤ ਸਟਾਫ ਨੂੰ ਕਹਿੰਦੇ ਰਹੇ ਹਾਂ। ਜੋ ਭਾਈ ਸਾਹਿਬ ਨੇ ਲੋਕ ਹਿੱਤ ਦੀ ਗੱਲ ਕੀਤੀ ਸੀ ਲੋਕਾਂ ਵਾਸਤੇ, ਜਦੋਂ ਗਵਰਨਮੈਂਟ ਨੇ 2 ਰੁਪਏ ਤੋਂ ਵਧਾ ਕੇ 10 ਰੁਪਏ ਫੀਸ ਕੀਤੀ ਹੈ ਸਰਕਾਰੀ ਪਰਚੀ ਦੀ, ਉਦੋਂ ਵੀ ਸਾਡੀ ਐਸੋਸੀਏਸ਼ਨ ਨੇ ਕਿਹਾ ਸੀ ਕਿ ਨਹੀਂ ਕੁਛ ਆਪਾਂ ਇੰਨਾ ਪੈਸਾ ਨਾ ਵਧਾਈਏ, 8 ਰੁਪਏ ਇੱਕੋ ਦਮ ਵਧਾਉਣੇ ਠੀਕ ਨਹੀਂ ਹੈਗੇ। ਤੇ ਅਸੀਂ ਉਦੋਂ ਵੀ ਲੜਦੇ ਹਾਂ। ਅਸੀਂ ਲੋਕ ਹਿੱਤ ਕਰਕੇ ਹੀ ਆਪਣੇ ਪੰਜਾਬ ਗਵਰਨਮੈਂਟ ਦੇ ਲੋਕਾਂ ਵਾਸਤੇ ਹੀ ਕਰ ਰਹੇ ਹਾਂ ਜੋ ਕਰ ਰਹੇ ਹਾਂ। ਇਹ ਨੋ ਡਾਊਟ ਸਾਡੀ ਪੇ ਸਾਨੂੰ ਸਾਡੀ ਜੇਬ ਨੂੰ ਧੱਕਾ ਲੱਗ ਰਿਹਾ ਹੈ, ਲੇਕਿਨ ਅਲਟੀਮੇਟਲੀ ਅਸੀਂ ਕਹਿੰਦੇ ਹਾਂ ਕਿ ਜੇ ਤੁਸੀਂ ਗਵਰਨਮੈਂਟ ਦੇ ਡਾਕਟਰ ਦੀ ਪੇ ਘਟਾ ਦੋਗੇ ਤਾਂ ਪਹਿਲਾਂ ਹੀ ਨਹੀਂ ਡਾਕਟਰ ਆ ਰਹੇ। ਮੋਹਾਲੀ ਸਾਡੇ ਕਾਰਪੋਰੇਸ਼ਨ ਦਾ ਆਫਿਸ ਹੈ, ਉੱਥੇ ਡੇਲੀ ਵਾਕ ਇਨ ਇੰਟਰਵਿਊ ਹੁੰਦੀ ਹੈ ਕਿ ਜਿਹਨੇ ਮਰਜ਼ੀ ਆਉਣਾ ਤੇ ਡਾਕਟਰ ਲੱਗ ਜਾਓ, ਅੱਜ ਹੀ ਡਾਕਟਰ ਲੱਗਦਾ। ਉੱਥੇ ਵੀ ਕੋਈ ਡਾਕਟਰ ਨਹੀਂ ਆ ਰਿਹਾ। ਉਹ ਸਿਰਫ ਇਸੇ ਕਰਕੇ ਨਹੀਂ ਆ ਰਿਹਾ ਕਿ ਡਾਕਟਰਸ ਆਲਰੇਡੀ ਜਿਹੜੇ ਹੈ ਵਰਕਿੰਗ ਕੰਡੀਸ਼ਨਸ ਸਾਡੀਆਂ ਠੀਕ ਨਹੀਂ ਹੈਗੀਆਂ, ਸਾਡੀ ਪੇ ਜਿਹੜੀ ਹੈ ਅਸੀਂ ਜੋ ਸਾਡੀ ਡਿਮਾਂਡ ਹੈ ਉਹ ਨਹੀਂ ਦੇ ਰਹੇ। ਕੋਵਿਡ ਨੂੰ ਲੈ ਕੇ ਜਿਸ ਤਰ੍ਹਾਂ ਸਾਲ ਪਹਿਲਾਂ ਦਿੱਕਤਾਂ ਆ ਰਹੀਆਂ ਸੀ ਮੈਡੀਕਲ ਸਟਾਫ ਨੂੰ, ਡਾਕਟਰਾਂ ਨੂੰ, ਉਹ ਦਿੱਕਤਾਂ ਹੁਣ ਬਣੀਆਂ ਹੋਈਆਂ ਨੇ, ਕਿਉਂਕਿ ਉਹਦੇ ਧਿਆਨ ਆਇਆ ਸਰਕਾਰ ਬਣੀਆਂ ਹੋਈਆਂ ਨੇ ਜੀ। ਤਕਰੀਬਨ 80% ਡਾਕਟਰਸ ਨੂੰ ਕਰੋਨਾ ਹੋਇਆ। ਉਹਨਾਂ ਦੀ ਸਾਡੇ ਕੋਲ ਆਪਦੀ ਯੂਨੀਅਨ ਦਾ ਡਾਟਾ ਇਕੱਠਾ ਕੀਤਾ ਹੋਇਆ ਸੀ, ਸਰਕਾਰ ਕੋਲ ਵੀ ਡਾਟਾ ਹੈ, ਉਹਦੇ ਨਾਲ ਮੈਚ ਹੀ ਕਰਦਾ। 80% ਡਾਕਟਰਾਂ ਨੂੰ ਕਰੋਨਾ ਹੋਇਆ, ਉਹਨਾਂ ਦੀਆਂ ਫੈਮਿਲੀਜ਼ ਨੂੰ ਕਰੋਨਾ ਹੋਇਆ, ਉਹਨਾਂ ਦੇ ਬੱਚਿਆਂ ਨੂੰ ਕਰੋਨਾ ਹੋਇਆ, ਉਹਨਾਂ ਦੇ ਬੁੱਢੇ ਮਾਂ-ਬਾਪ ਨੂੰ ਕਰੋਨਾ ਹੋਇਆ। ਸਾਡੇ ਕੁਝ ਡਾਕਟਰ ਮਰੇ ਵੀ। ਤੇ ਹਾਂ ਮਤਲਬ ਜੋ ਸਿਚੁਏਸ਼ਨ ਆ ਉਹ ਪਰਸਿਸਟ ਕਰ ਰਹੀ ਹੈ। ਜਿਹੜੀ ਦੂਜੀ ਵੇਵ ਹੈ ਇਹ ਡਾਈ ਡਾਊਨ ਹੋ ਰਹੀ ਆ, ਪਰ ਤੀਜੀ ਵੇਵ ਜਿਹੜੀ ਹੈਗੀ ਸਾਹਮਣੇ ਤਿਆਰ ਖੜੀ ਆ। ਉਹ ਤੁਸੀਂ ਡਾਕਟਰਾਂ ਬਾਰੇ ਅੰਕੜੇ ਦੀ ਗੱਲ ਕੀਤੀ, ਪਬਲਿਕ ਬਾਰੇ ਵੀ ਅੰਕੜਾ ਲੋਕਾਂ 'ਚ ਸ਼ੱਕ ਹੈ ਕਿ ਸਹੀ ਜਿਹੜੇ ਹੈਗੇ ਆ ਰਿਜ਼ਲਟ ਨਹੀਂ ਦੇ ਰਹੀ ਸਰਕਾਰ, ਕਿ ਕਿੰਨਿਆਂ ਨੂੰ ਹੋਇਆ ਕਿੰਨਿਆਂ ਨੂੰ ਨਹੀਂ ਹੋਇਆ, ਉਹਦੇ ਬਾਰੇ ਵੀ ਹੈ। ਇਸ ਤਰ੍ਹਾਂ ਦੀ ਗੱਲ ਯੂਪੀ ਵਗੈਰਾ ਦੇ ਵਿੱਚ ਤਾਂ ਸੁਣਨ ਨੂੰ ਮਿਲੀ ਹੈ, ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਸਾਡੇ ਵੱਲੋਂ ਮਤਲਬ ਐਕੂਰੇਟ ਜਾ ਰਹੀ ਹੈ ਰਿਪੋਰਟਿੰਗ। ਸਾਡੇ ਵੱਲੋਂ ਜੋ ਸਾਡੇ ਹਸਪੀਟਲ 'ਚ ਡੈਥ ਹੁੰਦੀ ਹੈ ਉਹ ਅਸੀਂ ਹਮੇਸ਼ਾ ਰਿਪੋਰਟ ਕਰਦੇ ਹਾਂ। ਉਹਦੇ ਬਾਰੇ ਕੋਈ ਵੀ ਮੈਨੂੰ ਨਹੀਂ ਲੱਗਦਾ ਕੋਈ ਗਲਤਫਹਿਮੀ ਹੋਣੀ ਚਾਹੀਦੀ ਹੈ ਕਿ ਨਹੀਂ ਰਿਪੋਰਟ ਹੋ ਰਹੀ। ਹਾਂ ਜਿਹੜਾ ਕੋਈ ਸਪੋਜ਼ ਕਰੋ ਟੈਸਟ ਹੀ ਨਹੀਂ ਹੋਇਆ ਜਾਂ ਕਿਤੇ ਬਾਹਰ ਡੈਥ ਹੋ ਗਈ, ਉਹ ਸਾਡੇ ਰਿਕਾਰਡ 'ਚ ਨਹੀਂ ਆਇਆ ਜਾਂ ਸਾਨੂੰ ਪਤਾ ਨਹੀਂ ਲੱਗਿਆ, ਉਹ ਹੋ ਸਕਦਾ ਅਨਰਿਕਾਰਡਡ ਹੋਵੇ। ਅਦਰਵਾਈਜ਼ ਸਾਡੀਆਂ ਸਾਰੀਆਂ ਡੈਥਸ ਜਿਹੜੀਆਂ ਵੀ ਕੋਵਿਡ ਰਿਲੇਟਡ ਹੈ ਉਹ ਰਿਪੋਰਟ ਕਰੀਆਂ ਅਸੀਂ, ਰਿਪੋਰਟ ਹੁੰਦੀਆਂ ਰਹੀਆਂ। ਕੋਈ ਵੱਡੀ ਘਾਟ ਹੋਰ ਹੈਗੀ ਹੈ ਜਿਵੇਂ ਮੰਤਰੀਆਂ ਦੀ ਕਮੇਟੀ ਬਣੀ ਹੈ। ਹਾਂਜੀ ਹਾਂਜੀ ਮੰਤਰੀਆਂ ਦੀ ਕਮੇਟੀ ਬਣਨ ਵੇਲੇ ਤੁਸੀਂ ਬਣਾ ਲਿਆ ਵੀ ਉਹਦੇ ਵਿੱਚ ਮਨਪ੍ਰੀਤ ਬਾਦਲ ਵੀ ਸ਼ਾਮਲ ਹੈ, ਉਹਦੇ ਤੋਂ ਇੰਨਾ ਟੈਸਟ ਨਹੀਂ ਡਰ ਨਹੀਂ ਲੱਗਦਾ ਜੀ। ਉਹਨਾਂ ਦਾ ਜਿਹੜਾ ਮੁਲਾਜ਼ਮਾਂ ਪ੍ਰਤੀ ਵਤੀਰਾ ਜਿਹੜਾ ਕਿ ਪੋਜ਼ਿਟਿਵ ਨਹੀਂ ਹੈਗਾ, ਡਰ ਨਹੀਂ ਲੱਗਦਾ ਜੀ। ਅਸੀਂ ਪਰਮਾਤਮਾ ਤੋਂ ਬਿਨਾਂ ਡਰਦੇ ਨਹੀਂ, ਕਿਸੇ ਨੂੰ ਭਰੋਸਾ ਨਹੀਂ ਹੈਗਾ ਜੀ। ਤੁਸੀਂ ਪੇ ਕਮਿਸ਼ਨ ਦੀ ਰਿਪੋਰਟ ਸਾਰੀ ਕੱਢ ਕੇ ਦੇਖ ਲਓ ਜੀ, ਇੱਥੋਂ ਇੰਨਾ ਪੈਸਾ ਬਚਾਇਆ, ਇੱਥੋਂ ਇੰਨਾ ਪੈਸਾ ਬਚਾਇਆ, ਇੱਥੋਂ ਇੰਨਾ ਪੈਸਾ ਬਚਾਇਆ। ਜਦੋਂ ਪੇ ਕਮਿਸ਼ਨ ਬਚਾਉਣ ਦੀਆਂ ਗੱਲਾਂ ਕਰਨ ਲੱਗ ਜੇ ਵੀ ਅਸੀਂ ਸਾਨੂੰ ਇੰਨੀ ਸੇਵਿੰਗ ਹੁੰਦੀ ਹੈ ਜੀ, ਉੱਥੋਂ ਪਤਾ ਲੱਗ ਜਾਂਦਾ ਵੀ ਇਹਨਾਂ ਦੀ ਜਿਹੜੀ ਨੀਅਤ ਕਿਵੇਂ ਹੈ ਜੀ। ਇਹ ਐਂ ਲੱਗਦਾ ਵੀ ਇਹ ਜੇ ਸਰਕਾਰ ਵੱਲੋਂ ਗਾਈਡਡ ਪੇ ਕਮਿਸ਼ਨ ਜਿਹੜੀ ਰਿਪੋਰਟ ਬਣੀ ਹੈ ਜੀ। 10-15 ਸਾਲ ਬਾਅਦ ਪੇ ਕਮਿਸ਼ਨ ਆਣੀ ਹੈ, ਬੰਦੇ ਨੇ ਆਪਣੀ ਸਰਵਿਸ ਸਿਰਫ 2 ਦੇਖਣੀ ਹੈ, ਉਹਦੇ ਵਿੱਚ ਵੀ ਲਾਸ ਹੋ ਜਾਏ ਤੇ ਤੁਸੀਂ ਜਿਹੜੀ ਕੋਵਿਡ ਦੀ ਤਿਆਰੀਆਂ ਦੀ ਗੱਲ ਕੀਤੀ ਸੀ, ਤਿਆਰੀਆਂ ਨਾਲ ਅਸੀਂ ਤਿਆਰੀਆਂ ਸਰਕਾਰ ਲੱਗੀ ਹੋਈ ਆਕਸੀਜਨ ਪਲਾਂਟ ਬਣਾਉਣੇ ਆ, ਇੱਕ ਜਿਹੜੇ 2-3 ਆਕਸੀਜਨ ਪਲਾਂਟ ਬਣਾ ਰਹੇ ਆ। ਅਸੀਂ ਕਹਿੰਦੇ ਬਣਨੇ ਚਾਹੀਦੇ ਆ, ਪਰ ਉਹਨਾਂ ਨੂੰ ਚਲਾਉਣ ਲਈ ਸਟਾਫ ਡਾਕਟਰ ਜੇ ਤੁਸੀਂ ਉਹਨਾਂ ਨਾਲ ਇਸ ਤਰ੍ਹਾਂ ਦਾ ਵਰਤਾਓ ਕਰੋਗੇ ਤਾਂ ਤੁਹਾਡੇ ਕੋਲ ਸਟਾਫ ਆਊਗਾ ਕਿੱਥੋਂ, ਤੇ ਜਿਹੜਾ ਪੁਰਾਣਾ ਸਟਾਫ ਆ ਉਹਨੂੰ ਤੁਸੀਂ ਰਿਟੇਨ ਕਿਵੇਂ ਕਰੋਗੇ ਜੀ। ਹੜਤਾਲ ਕਿੰਨਾ ਕੁ ਤੁਸੀਂ ਟਾਈਮ ਦਿੱਤਾ ਸਰਕਾਰ ਨੂੰ ਗੱਲਬਾਤ ਕਰਕੇ? ਕਿੰਨੇ ਕੁ ਟਾਈਮ ਬਾਅਦ? ਅਸੀਂ 1 ਜੁਲਾਈ ਤੱਕ ਦਾ ਟਾਈਮ ਦਿੱਤਾ ਜੀ ਉਹਨਾਂ ਨੂੰ। ਹਾਂਜੀ 1 ਜੁਲਾਈ ਨੂੰ ਡਾਕਟਰਸ ਡੇ ਆ, ਫਿਰ ਅਸੀਂ ਉਦੋਂ ਕਰਾਂਗੇ। ਬਾਈ ਐਨਪੀਏ ਟੂ ਡਾਕਟਰਸ ਓਨਲੀ, ਸਿਰਫ ਐਨਪੀਏ ਡਾਕਟਰਸ ਨੂੰ ਕਿਉਂ ਮਿਲਣਾ ਚਾਹੀਦਾ ਹੈ? ਕਿਉਂਕਿ ਡਾਕਟਰ ਸਭ ਤੋਂ ਜ਼ਿਆਦਾ ਹਾਈਲੀ ਐਕਸਪੋਜ਼ਡ ਹੈ, ਨਾਟ ਓਨਲੀ ਟੂ ਕਰੋਨਾ ਬਟ ਟੂ ਆਲ ਡਿਜ਼ੀਜ਼ਸ, ਤੇ ਐਟ ਹਾਈ ਰਿਸਕ ਹੈ। ਸਭ ਤੋਂ ਜ਼ਿਆਦਾ ਬਿਮਾਰੀਆਂ ਵੀ ਉਹੀ ਝੇਲਦੇ ਆ, ਜਿਸ ਤਰ੍ਹਾਂ ਅਸੀਂ ਕਹਿੰਦੇ ਆ ਵੀ ਆਲ ਗਵਰਨਮੈਂਟ ਸਰਵਿਸਿਜ਼ ਆਰਮ ਫੋਰਸਿਸ ਨੂੰ ਬਹੁਤ ਸਾਰੇ ਅਲਾਊਂਸਸ ਮਿਲਦੇ ਆ। ਵਾਈ? ਬਿਕੋਜ਼ ਉਹਨਾਂ ਦੀ ਲਾਈਫ ਖਤਰੇ 'ਚ ਹੈ, ਉਹਨਾਂ ਦੀ ਲਾਈਫ ਖਤਰੇ 'ਚ। ਸਿਮਿਲਰਲੀ ਡਾਕਟਰ ਸਭ ਤੋਂ ਜ਼ਿਆਦਾ ਐਕਸਪੋਜ਼ਡ ਹੈ, ਉਹਨਾਂ ਨੂੰ ਹਰ ਬਿਮਾਰੀ ਲੱਗਣ ਦੇ ਸਭ ਤੋਂ ਜ਼ਿਆਦਾ ਚਾਂਸ ਹੈ, ਉਹ ਸਭ ਤੋਂ ਹਾਈ ਰਿਸਕ ਤੇ ਹੈ। ਇਸ ਕਰਕੇ ਅਸੀਂ ਐਨਪੀਏ ਨਾ ਕਹਿ ਕੇ ਸਪੈਸ਼ਲ ਅਲਾਊਂਸ ਕਹਿ ਸਕਦੇ ਇਹਨਾਂ ਨੂੰ। ਇਸ ਕਰਕੇ ਡਾਕਟਰਸ ਨੂੰ ਇਸ ਕਰਕੇ ਮਿਲਣਾ ਚਾਹੀਦਾ, ਦੈਟ ਇਜ਼ ਅ ਜਸਟੀਫਿਕੇਸ਼ਨ। ਐਗਜ਼ੈਕਟਲੀ, ਬਟ ਉਹ ਅਸੀਂ ਪਹਿਲਾਂ ਵੀ ਕਿਹਾ ਵੀ ਸੁਪਰੀਮ ਕੋਰਟ ਨੇ ਇਹ ਨਹੀਂ ਸੀ ਕਿਹਾ ਵੀ ਐਨਪੀਐਸ ਸਿਰਫ ਨਾਨ ਪ੍ਰੈਕਟਿਸਿੰਗ ਅਲਾਊਂਸ ਹੈ, ਇਟਸ ਅ ਸਪੈਸ਼ਲ ਅਲਾਊਂਸ ਬਿਕੋਜ਼ ਵੀ ਆਰ ਦੀ ਮੋਸਟ ਹਾਈਲੀ ਐਕਸਪੋਜ਼ਡ ਐਂਡ ਹਾਈ ਐਟ ਹਾਈ ਰਿਸਕ।
ਤੁਹਾਨੂੰ ਡਾਕੂਮੈਂਟ ਪ੍ਰੋਵਾਈਡ ਕਰ ਦਿੰਦੇ ਆ ਤੇ ਐਨਪੀਏ ਦੀ ਜਸਟੀਫਿਕੇਸ਼ਨ ਸਰ ਇੱਕ ਗੱਲ ਹੋਰ ਮੈਂ ਕਹਿਣਾ ਚਾਹੂੰਗਾ, ਉੱਥੇ ਜਾਣਾ ਨਹੀਂ ਡਾਕਟਰ ਸਾਹਿਬ, ਪਹੁੰਚਣਾ ਜੀ, ਉੱਥੇ ਪਹੁੰਚਣਾ ਡਾਕਟਰ ਸਾਹਿਬ। ਜਿਹੜੇ ਡਾਕਟਰਸ ਨੇ ਈਐਨਟੀ ਵਾਲੇ ਉਹ ਸੈਂਪਲਸ ਲੈਂਦੇ ਸੀ ਐਂਡ ਵੀ ਵਰ ਦ ਸੈਕੰਡ ਵਨ ਡੈਂਟਲ ਸਰਜਨਸ ਜਿਹੜੇ ਨੇ ਸੈਂਪਲਿੰਗ ਸ਼ੁਰੂ ਕੀਤੀ। ਆਈ ਵਾਸ ਦ ਫਸਟ ਵਨ, ਆਈ ਐਮ ਅ ਪ੍ਰਾਊਡ ਡਾਕਟਰ। ਤੇ ਉਹ ਇੰਨਾ ਰਿਸਕੀ ਸੀ ਔਰ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਮੌਸਮ ਚੱਲ ਰਿਹਾ ਕਿ ਪਾਣੀ ਮਤਲਬ ਮੈਨੂੰ ਵਰਚੁਅਲੀ ਯਾਦ ਹੈ ਕਿ ਪਸੀਨਾ ਐ ਤੁਰਦਾ ਹੈਗਾ ਪੇਟ ਦੇ ਵਿੱਚ ਜੇ ਤੁਸੀਂ ਦੇਖਿਆ ਹੋਵੇ। ਸੋ ਇਸ ਕਰਕੇ ਅਸੀਂ ਕਹਿੰਦੇ ਕਿ ਇਟ ਸ਼ੁੱਡ ਨਾਟ ਬੀ ਐਨਪੀਏ, ਇਟ ਸ਼ੁੱਡ ਬੀ ਹਾਈ ਰਿਸਕ ਅਲਾਊਂਸ। ਔਰ ਮੈਨੂੰ ਜੀ ਕੋਵਿਡ ਹੋਇਆ, ਮੇਰੀ ਪੂਰੀ ਫੈਮਿਲੀ ਨੂੰ ਕੋਵਿਡ ਹੋਇਆ, ਮੇਰੀ ਮਦਰ ਇਨ ਲॉ ਨੂੰ ਹੋਇਆ ਔਰ ਪਹਿਲੇ 6 ਮਹੀਨੇ ਤਾਂ ਅਸੀਂ ਵੀ ਇੰਨਾ ਡਰਦੇ ਸੀ, ਜੁੱਤੀਆਂ ਬਾਹਰ, ਕੱਪੜੇ ਬਾਹਰ, ਹਸਪੀਟਲ ਵਾਲੇ ਕੱਪੜੇ ਅਲੱਗ, ਗੱਡੀ ਭਰੀ ਹੁੰਦੀ ਸੀ ਵੀ ਕਿੱਟ ਨਾਲ, ਕਿਉਂਕਿ ਕਿਤੋਂ ਇੱਕ ਫੋਨ ਆ ਜਾਣਾ ਡਾਕਟਰ ਸਾਹਿਬ ਉੱਥੇ ਸੈਂਪਲ ਲੈਣ ਜਾਓ ਔਰ ਅਸੀਂ ਇੱਕ ਸੈਂਪਲ ਵੀ ਜੀ ਸੜਕਾਂ ਤੇ ਲਿਖਿਆ ਮੁੰਡੀ ਕਰਨ ਦੀਆਂ ਸੜਕਾਂ ਤੇ ਲਿਖਿਆ। ਸੋ ਦੈਟ ਇਜ਼ ਵਾਈ ਵੀ ਆਰ ਵੈਰੀ ਹਰਟ ਕਿ ਅਸੀਂ ਇੰਨਾ ਕੰਮ ਕੀਤਾ ਹੈ। ਅਸੀਂ ਜ਼ਿਆਦਾ ਨਹੀਂ ਐਕਸਪੈਕਟ ਕਰ ਰਹੇ ਪਰ ਜਿੰਨਾ ਸਾਡਾ ਹੈਗਾ ਪਲੀਜ਼ ਉਹ ਸਾਨੂੰ ਸਰਕਾਰ ਬਣਨਾ ਜ਼ਰੂਰ। ਡਾਕਟਰ ਸਾਹਿਬ ਹੋਰ ਸੂਬਿਆਂ ਦੇ ਵਿੱਚ ਕੀ ਹਾਲ ਹੈ? ਅਗਰ ਨਾਰਥ ਸੂਬਿਆਂ ਦੀ ਗੱਲ ਕਰੀਏ, ਹਰਿਆਣਾ ਦੀ ਜਾਂ ਹਿਮਾਚਲ ਦੀ ਜਾਂ ਦਿੱਲੀ ਦੀ, ਉੱਥੇ ਕੀ ਹਿਸਾਬ ਹੈ ਐਨਪੀਏ ਦਾ? ਉੱਥੇ ਹਿਮਾਚਲ ਵਾਲੇ ਆਮ ਤੌਰ ਤੇ ਜੀ ਹਿਮਾਚਲ ਦੇ ਜਿਹੜੇ ਪ੍ਰੋਵਾਈਡਰ ਆ ਉਹ ਤਕਰੀਬਨ ਜੋ ਪੰਜਾਬ ਜਿੰਨਾ ਵੀ ਫੋਲੋ ਕਰ ਰਹੇ ਆ। ਅੱਜ ਹਿਮਾਚਲ ਵਾਲੇ ਵੀ ਪੈਂਡ ਹਾਊਸ ਸਟ੍ਰਾਈਕ ਤੇ ਆ ਕਿਉਂਕਿ ਉਹਨਾਂ ਨੂੰ ਵੀ ਡਰ ਆ ਵੀ ਸਾਡਾ ਵੀ ਕੱਟਿਆ ਜਾਊਗਾ। ਹਾਂਜੀ, ਹਿਮਾਚਲ ਵਾਲੇ ਵੀ ਅੱਜ ਇੱਕ ਦਿਨ ਦੀ ਪੈਂਡ ਹਾਊਸ ਸਟ੍ਰਾਈਕ ਤੇ ਆ ਜੀ। ਧੰਨਵਾਦ ਜੀ ਸਾਰਿਆਂ ਦਾ। ਤੁਹਾਡੇ ਨਾਲ ਥੋੜੀ ਕੰਟੀਨਿਊ ਕਰਨੀ ਹੈ। ਪੰਜਾਬ ਦਾ ਸਮੁੱਚਾ ਵਰਗ ਕੈਪਟਨ ਸਰਕਾਰ ਤੋਂ ਦੁਖੀ ਹੈ, ਨਾਲ ਹੁਣ ਮੁਲਾਜ਼ਮ ਵੀ ਦੁਖੀ ਨੇ। ਹਰ ਵਰਗ ਦੇ ਮੁਲਾਜ਼ਮ ਕਹਿ ਰਹੇ ਨੇ ਕਿ ਪੇ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹ ਭਾਵੇਂ ਕਿ ਸਹੀ ਦਿੱਤੀ ਗਈ ਸੀ ਕਮਿਸ਼ਨ ਵੱਲੋਂ, ਪਰ ਸਰਕਾਰ ਨੇ ਆਪਣੇ ਲੈਵਲ ਤੇ ਉਸ ਕਮਿਸ਼ਨ ਤੇ ਕੱਟ ਲਾ ਦਿੱਤਾ ਹੈ। ਉਹ ਜਿਹੜੀ ਰਿਪੋਰਟ ਸੀ ਉਹਨੂੰ ਗੰਭੀਰਤਾ ਨਾਲ ਸਰਕਾਰ ਲਾਗੂ ਨਹੀਂ ਕਰੇਗੀ। ਇਸ ਮਾਮਲੇ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਉਂਗਲਾਂ ਉੱਠ ਰਹੀਆਂ ਨੇ ਕਿ ਉਹਨਾਂ ਨੇ ਆਪਣਾ ਖਜ਼ਾਨਾ ਬਚਾਉਣ ਲਈ ਇਹ ਕੱਟ ਲਾਇਆ। ਕੀ ਕੱਟ ਲਾਇਆ ਗੱਲ ਕਰਾਂਗੇ। ਸਾਡੇ ਨਾਲ ਨੇ ਡਾਕਟਰ ਸਾਹਿਬ। ਅਸਲ ਦੇ ਵਿੱਚ ਹਰ ਮਹਿਕਮੇ ਦੇ ਵੱਖ-ਵੱਖ ਜੋ ਸਿਹਤ ਮਹਿਕਮਾ ਹੋ ਗਿਆ, ਚਾਹੇ ਉਹ ਪਸ਼ੂਆਂ ਵਾਲੇ ਡਾਕਟਰ ਹੋਣ, ਵੈਟਰਨਰੀ ਡਾਕਟਰ ਜਿਨ੍ਹਾਂ ਨੂੰ ਕਹਿੰਦੇ ਆ, ਹੋਮਿਓਪੈਥਿਕ, ਆਯੁਰਵੈਦਿਕ, ਸਾਰੇ ਡਾਕਟਰ ਇਕੱਠੇ ਹੋ ਗਏ ਨੇ। ਸਰਕਾਰ ਲਈ ਆਉਣ ਵਾਲੇ ਸਮੇਂ 'ਚ ਵੱਡੀ ਵਿਪਤਾ ਬਣ ਸਕਦੀ ਆ। ਡਾਕਟਰ ਸਾਹਿਬ ਕੀ ਨਾਂ ਤੇ ਜਥੇਬੰਦੀ ਕੀ ਆ ਤੁਹਾਡੀ? ਡਾਕਟਰ ਮਨੋਹਰ ਸਿੰਘ, ਜਨਰਲ ਸੈਕਟਰੀ ਪੀਸੀਐਮਐਸ ਐਸੋਸੀਏਸ਼ਨ ਪੰਜਾਬ। ਤੇ ਕੀ ਅੱਜ ਦਾ ਮੁੱਦਾ ਹੈ? ਕੈਪਟਨ ਸਰਕਾਰ ਨੂੰ ਘੇਰਨ ਦੀ ਤੁਹਾਡੇ ਵੱਲੋਂ ਤਿਆਰੀ ਹੈ? ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨਾਲ ਤਾਲਮੇਲ ਕਮੇਟੀ ਬਣਾ ਕੇ ਵੀ ਕੋਈ ਸੰਘਰਸ਼ ਕਰੋਗੇ? ਦੇਖੋ, ਸਾਡਾ ਕੋਈ ਗਵਰਨਮੈਂਟ ਦੇ ਅਗੇਂਸਟ ਕੋਈ ਐਂ ਲੜਨ ਦਾ ਇਰਾਦਾ ਨਹੀਂ ਹੈ, ਲੇਕਿਨ ਸਟਿਲ ਜਿਹੜਾ ਇਹ ਸਾਨੂੰ ਇਹਨਾਂ ਨੇ ਨਵੀਂ ਨੀਤੀ ਦੇ ਕੇ ਸਾਡੇ ਨਾਲ, ਸਾਡੇ ਵਰਗ ਨਾਲ ਧੋਖਾ ਕੀਤਾ, ਬੇਇਨਸਾਫੀ ਕੀਤੀ ਹੈ, ਉਹਦੇ ਵਾਸਤੇ ਅਸੀਂ ਲੜਾਂਗੇ। ਤੇ ਸਾਡੀ ਲੜਾਈ ਸ਼ੁਰੂ ਹੋ ਗਈ ਹੈ ਕਿ ਜੇ ਦੂਜੇ ਮੁਲਾਜ਼ਮ ਵਰਗ ਨਾਲ ਸਾਨੂੰ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਕੋਈ ਟੋਟਲ ਪੰਜਾਬ ਵਿੱਚ ਕਿਸੇ ਟਾਈਪ ਦਾ ਐਜੀਟੇਸ਼ਨ ਕਰਨਾ ਪਿਆ, ਉਹਨਾਂ ਦਾ ਅਸੀਂ ਸਾਥ ਦੇਵਾਂਗੇ, ਉਹਨਾਂ ਦੇ ਨਾਲ ਖੜਾਂਗੇ ਅਸੀਂ। ਜਿਹੜੀ ਪੇ ਕਮਿਸ਼ਨ ਨੇ ਸਰਕਾਰ ਨੂੰ ਰਿਪੋਰਟ ਦਿੱਤੀ ਆ, ਉਹਦੇ ਵਿੱਚ ਤਾਂ ਕਾਫੀ ਤੁਹਾਨੂੰ ਫਾਇਦਾ ਹੋਣ ਵਾਲਾ ਸੀ, ਜੋ ਮੈਨੂੰ ਪਤਾ ਲੱਗਿਆ ਕਿ ਆਪਣੇ ਲੈਵਲ ਤੇ ਉਸ ਰਿਪੋਰਟ ਤੇ ਕੱਟ ਲਾਇਆ ਜਾ ਰਿਹਾ। ਦੇਖੋ, ਪੰਜਾਬ ਗਵਰਨਮੈਂਟ ਨੇ ਜੋ ਕੈਬਨਿਟ ਦਾ ਡਿਸੀਜਨ ਹੈ ਉਸ ਵਿੱਚ ਰਿਪੋਰਟਾਂ ਨੂੰ ਜੋ ਉਹਨਾਂ ਨੇ ਕਿਹਾ ਸੀ ਪੇ ਕਮਿਸ਼ਨ ਨੇ, ਜਿਹੜੀਆਂ ਤਾਂ ਗਵਰਨਮੈਂਟ ਦੇ ਫਾਇਦੇ ਦੀਆਂ ਸੀ ਉਹ ਲਾਗੂ ਕਰ ਦਿੱਤੀਆਂ, ਜਿਹੜੀਆਂ ਗਵਰਨਮੈਂਟ ਦੇ ਨਹੀਂ ਤੇ ਫਾਇਦੇ ਸੀ ਉਹ ਲਾਗੂ ਨਹੀਂ ਕਰ ਰਹੇ। ਸਾਡੇ ਅਲਾਊਂਸਸ ਕੱਟ ਕੇ ਸਾਡੇ ਡਾਕਟਰਾਂ ਨੂੰ ਡੀਮੋਰਲਾਈਜ਼ ਕਰਕੇ ਪੰਜਾਬ ਦੇ ਹਸਪਤਾਲਾਂ ਵਿੱਚੋਂ ਸਰਕਾਰੀ ਡਾਕਟਰਾਂ ਨੂੰ ਨਠਾਉਣਾ ਚਾਹੁੰਦੇ ਆ, ਤਾਂ ਕਿ ਪੰਜਾਬ ਦੇ ਸਰਕਾਰੀ ਡਾਕਟਰ ਜਿਹੜੇ ਆਪਣੇ ਜੌਬ ਛੱਡਣ, ਜੌਬ ਨਾ ਜੁਆਇਨ ਕਰਨ, ਪਹਿਲਾਂ ਹੀ ਨਹੀਂ ਜੁਆਇਨ ਕਰ ਰਹੇ। ਪਹਿਲਾਂ ਤੁਸੀਂ ਦੇਖੋ, ਸਾਡੀ ਕੰਟੀਨਿਊਸ ਇੰਟਰਵਿਊ, ਵਾਕ ਇਨ ਇੰਟਰਵਿਊ ਹੁੰਦੀ ਰਹਿੰਦੀ ਹੈ, ਉਹਦੇ ਵਿੱਚ ਕੋਈ ਡਾਕਟਰ ਜ਼ਿਆਦਾ ਜੁਆਇਨ ਨਹੀਂ ਕਰ ਰਹੇ, ਕਿਉਂਕਿ ਇਹ ਸਾਡੀ ਗਵਰਨਮੈਂਟ ਜਿਹੜੀ ਹੈਗੀ ਹੈ ਇਹ ਡਾਕਟਰ ਪੱਖੀ ਨਹੀਂ ਹੈ। ਹਮੇਸ਼ਾ ਇਹਨਾਂ ਨੂੰ ਡਾਕਟਰਾਂ ਦੀ ਪੇ, ਡਾਕਟਰਾਂ ਦਾ ਕੰਮ, ਡਾਕਟਰ ਦੇ ਦਿਖਦਾ ਰਹਿੰਦਾ ਹੈ। ਉੱਥੋਂ ਇਹ ਨੁਕਸਾਨ ਕਰਦੇ ਹੋਏ ਮੈਂ ਅਲਟੀਮੇਟਲੀ ਇਹੀ ਸਮਝਾਂਗਾ ਕਿ ਜੇ ਪੰਜਾਬ ਦੇ ਸਰਕਾਰੀ ਡਾਕਟਰ ਆਪਣੇ ਜੌਬ ਤੇ ਨਹੀਂ ਹੋਣਗੇ, ਪੰਜਾਬ ਦੇ ਜਿਹੜੇ ਹਸਪਤਾਲ ਹੈ ਇਹ ਗਵਰਨਮੈਂਟ ਪ੍ਰਾਈਵੇਟ ਕਰਨਾ ਚਾਹੁੰਦੀ ਹੈ, ਅਲਟੀਮੇਟਲੀ ਪ੍ਰਾਈਵੇਟਾਈਜ਼ ਹੋ ਜਾਣੇ ਆ। ਡਾਕਟਰ ਸਾਹਿਬ, ਜਿਸ ਤਰ੍ਹਾਂ ਮੁਲਾਜ਼ਮ ਕਹਿ ਰਹੇ ਨੇ ਕਿ ਉਹਨਾਂ ਦੀ ਜਿਹੜੀ ਤਨਖਾਹ ਹੈ ਦਿੱਲੀ ਤੋਂ ਘੱਟ ਹੋ ਜਾਏਗੀ, ਹੋਰਨਾਂ ਸਟੇਟਾਂ ਤੋਂ ਘੱਟ ਹੋ ਜਾਏਗੀ, ਡਾਕਟਰਾਂ ਤੇ ਵੀ ਅਸਰ ਪਏਗਾ। ਦੂਸਰੀ ਗੱਲ, ਪੰਜਾਬ ਦਾ ਇੱਕ ਜੀਵਨ ਪੱਧਰ ਉੱਚਾ ਹੋਰਨਾਂ ਸਟੇਟਾਂ ਨਾਲੋਂ, ਇੱਥੇ ਫਿਰ ਖਰਚੇ ਦੀ ਵੀ ਜ਼ਿਆਦਾ ਲੋੜ ਪੈਂਦੀ ਆ। ਇਹਨੂੰ ਕਿਵੇਂ ਦੇਖਦੇ ਹੋ ਜੇ ਆਪਾਂ ਤੁਲਨਾ ਕਰੀਏ ਵੱਖ-ਵੱਖ ਸੂਬਿਆਂ ਨਾਲ? ਦੇਖੋ, ਮੈਂ ਦੱਸਦਾ ਕਿ ਇਹ ਜਿਹੜੀ ਪੰਜਾਬ ਗਵਰਨਮੈਂਟ ਨੇ ਇਹ ਐਕਸ਼ਨ ਕੀਤਾ ਹੈ,
ਹਾਲਾਂਕਿ ਜਿਹੜੀਆਂ ਕੁਝ ਸੈਂਟਰ ਪੇ ਸਕੇਲ ਵੀ ਦੇ ਰਹੇ ਹੈ, ਲੇਕਿਨ ਇਹਦੇ ਨਾਲ ਸਾਡੀ ਪੇ ਕਾਫੀ ਘਟ ਜਾਏਗੀ। ਇਸ ਕਰਕੇ ਅਸੀਂ ਕੰਮ ਕਰ ਰਹੇ ਹਾਂ, ਇਸ ਕਰਕੇ ਅਸੀਂ ਗਵਰਨਮੈਂਟ ਦਾ ਵਿਰੋਧ ਕਰ ਰਹੇ ਹਾਂ। ਅਸੀਂ ਆਪਣਾ ਇਹ ਨਹੀਂ ਕਹਿ ਰਹੇ ਕਿ ਸਾਨੂੰ ਕੁਝ ਐਕਸਟਰਾ ਦਿਓ, ਲੇਕਿਨ ਸਾਡੀ ਪੇ ਤੁਸੀਂ ਘਟਾ ਕਿਉਂ ਰਹੇ ਹੋ? ਜੋ ਆਲਰੇਡੀ ਜੇ ਕਿਸੇ ਬੰਦੇ ਦੀ 10,000 ਰੁਪਏ ਹੈ, ਜੇ ਤੁਸੀਂ ਉਹਦੀ 1,000 ਕਰ ਦੋਗੇ 9500, ਡੈਫੀਨਿਟਲੀ ਉਹਦੀ ਫੈਮਿਲੀ 'ਤੇ ਫਰਕ ਪਏਗਾ। ਇਸ ਤਰ੍ਹਾਂ ਸਾਡੇ 'ਤੇ ਹੀ ਫਰਕ ਪਏਗਾ। ਅਸੀਂ ਆਪਣੀ ਪੇ ਨਹੀਂ ਘਟਣ ਦੇਵਾਂਗੇ, ਚਾਹੇ ਸਾਨੂੰ ਕਿਸੇ ਟਾਈਪ ਦਾ ਵੀ ਐਜੀਟੇਸ਼ਨ ਕਰਨਾ ਪੈ ਜਾਏ। ਡਾਕਟਰ ਸਾਹਿਬ ਕੀ ਨਾਂ ਤੁਹਾਡਾ? ਤੁਹਾਡੇ ਤੋਂ ਵੀ ਕੋਈ ਸਵਾਲ ਲੈ ਲਈ? ਨਹੀਂ, ਇੱਕ ਸਵਾਲ ਇਹ ਆ ਵੀ ਡਾਕਟਰ ਦੀ ਪੜ੍ਹਾਈ ਅੱਜ ਕੱਲ੍ਹ ਕਾਫੀ ਮਹਿੰਗੀ ਹੋ ਚੁੱਕੀ ਆ, ਕਾਫੀ ਪਰੇਸ਼ਾਨੀਆਂ ਵਿੱਚੋਂ ਵੀ ਲੰਘਣਾ ਪੈਂਦਾ, ਟਫ ਟੈਸਟ ਵੀ ਕਾਫੀ ਆ। ਪੜ੍ਹਾਈ 'ਤੇ ਅੱਜ ਕੱਲ੍ਹ ਕਿੰਨਾ ਖਰਚਾ ਆ ਰਿਹਾ? ਜਿਹੜੀ ਪੜ੍ਹਾਈ ਹੈ ਆਬਵੀਅਸਲੀ ਬਹੁਤ ਮਹਿੰਗੀ ਹੋ ਗਈ। ਅੱਜ ਤੋਂ 10 ਸਾਲ ਪਹਿਲਾਂ ਜਿਹੜੀ MBBS ਦੀ ਫੀਸ ਹੁੰਦੀ ਸੀਗੀ, MBBS ਡਾਕਟਰੀ ਕਰਨ ਵਾਸਤੇ ਸਾਰੇ ਮਤਲਬ ਕੰਪਲੀਟ ਕੋਰਸ ਦੀ 10-12 ਹਜ਼ਾਰ ਹੁੰਦੀ ਸੀਗੀ। ਹੁਣ 1 ਸਾਲ ਦੀ 2.5 ਲੱਖ ਆ ਜਿਹੜੀ ਸਰਕਾਰੀ ਫੀਸ ਆ। ਤੇ ਇਹ ਵੀ NPA ਵਾਂਗੂ ਹੀ ਉਸੇ ਕੜੀ ਦਾ ਹੀ ਹਿੱਸਾ ਹੀ ਹੈ ਵੀ ਇਹ ਸਾਰਾ ਮਤਲਬ ਪ੍ਰਾਈਵੇਟਾਈਜ਼ ਕਰਨਾ ਚਾਹੁੰਦੇ ਨੇ। ਕੋਈ ਗਰੀਬ ਘਰ ਦਾ ਮੁੰਡਾ ਵੀ ਨੀਟ ਦੇ ਵਿੱਚ ਚੰਗਾ ਰੈਂਕ ਲੈ ਕੇ ਅੱਜ ਦੀ ਘੜੀ 'ਚ ਡਾਕਟਰ ਬਣਨ ਬਾਰੇ ਨਹੀਂ ਸੋਚ ਸਕਦਾ। 12-15 ਲੱਖ ਰੁਪਏ ਲੱਗ ਜਾਂਦਾ ਜਦੋਂ ਸਰਕਾਰੀ ਰੈਂਕ ਆਉਂਦਾ। ਇਹ ਸਾਰਾ ਸਰਕਾਰੀ ਘਰਾਂ ਦੇ ਜਿਹੜੇ ਗਰੀਬ ਘਰਾਂ ਦੇ ਮੁੰਡੇ ਨੇ ਉਹ ਡਾਕਟਰ ਨਹੀਂ ਬਣਨਗੇ, ਜਿਹੜੇ ਅਮੀਰਾਂ ਦੇ ਹੀ ਡਾਕਟਰ ਬਣਨਗੇ। ਉਹਨਾਂ ਨੇ ਦੇਖਿਆ ਹੀ ਹੁੰਦਾ ਆਪਣੇ ਪਿਓ ਦਾਦੇ ਨੂੰ ਕਿਵੇਂ ਪ੍ਰੈਕਟਿਸ ਕਰਦੇ ਨੇ। ਤੁਸੀਂ ਗਰੀਬ ਘਰਾਂ ਦੀ ਗੱਲ ਕੀਤੀ ਹੈ, ਇਹ ਤਾਂ ਫਿਰ ਮੱਧ ਵਰਗੀ ਕੋਲ ਵੀ ਪਰਿਵਾਰ ਕੋਲ ਇੰਨਾ ਪੈਸਾ ਨਹੀਂ ਹੁੰਦਾ ਕਿ ਆਪਦੇ ਬੱਚੇ ਨੂੰ 2.5 ਲੱਖ ਲਾ ਦੇ, ਕਿਉਂਕਿ ਬੱਚਾ ਇੱਕ ਨਹੀਂ 2-2 3 ਦੀ ਬੱਚਿਆਂ ਦੀ ਪੜ੍ਹਾਈ ਤੇ ਪੈਸਾ ਲਾਉਣਾ ਪੈਂਦਾ। ਬਿਲਕੁਲ ਠੀਕ ਗੱਲ ਹੈ ਤੁਹਾਡੀ, ਨਹੀਂ ਲਾ ਸਕਦਾ। ਨਿਮਨ ਮੱਧ ਵਰਗੀ ਤਾਂ ਬਿਲਕੁਲ ਨਹੀਂ ਲਾ ਸਕਦਾ ਤੇ ਪੜ੍ਹਾਈ ਔਖੀ ਹੋ ਰਹੀ ਹੈ। ਤਾਂ ਉਸੇ ਤਰ੍ਹਾਂ ਇੱਕ ਤਰੀਕੇ ਨਾਲ ਜਿਵੇਂ ਪ੍ਰਧਾਨ ਜੀ ਨੇ ਪਹਿਲਾਂ ਗੱਲ ਦੱਸੀ, ਸੱਤਾ ਸਾਹਿਬ ਨੇ ਪਹਿਲਾਂ ਗੱਲ ਦੱਸੀ ਹੈ, ਇਹ ਸਾਰਾ ਇੱਕ ਪਲਾਟ ਹੈ ਸਰਕਾਰ ਦਾ ਪ੍ਰਾਈਵੇਟ ਪਬਲਿਕ ਹੈਲਥ ਕੇਅਰ ਸਿਸਟਮ ਨੂੰ ਡਿਸਟਰੋਏ ਕਰਨ ਦਾ। ਠੀਕ ਹੈ, ਤਾਂ ਤੇ ਨਾਲ ਦੀ ਨਾਲ ਹੀ ਇਸ ਦੇ ਨਾਲ ਹੀ ਮਤਲਬ ਲੱਗਦੇ ਹੱਥ ਹੀ ਉਹ ਜਿਹੜਾ ਪ੍ਰਾਈਵੇਟ ਅਦਾਰਾ ਉਸ ਨੂੰ ਪ੍ਰੋਤਸਾਹਿਤ ਕਰ ਰਹੀ ਹੈ। ਠੀਕ ਹੈ, ਨਿੱਜੀਕਰਨ ਦੀ ਆਪਾਂ ਗੱਲ ਕਰ ਰਹੇ ਹਾਂ, ਨਿੱਜੀਕਰਨ ਨਾਲ ਲੋਕਾਂ ਨੂੰ ਕਿੰਨਾ ਕੁ ਨੁਕਸਾਨ ਹੋਏਗਾ ਜੋ ਤੁਸੀਂ ਹੁਣ ਕੈਲਕੂਲੇਸ਼ਨਾਂ ਕਰਦੇ ਹੋ? ਕਿੱਥੇ ਦੀ ਪਰਚੀ ਦੀ ਫੀਸ 2 ਰੁਪਏ ਆ, ਕਿੱਥੇ ਪਰਚੀ ਦੀ ਫੀਸ 200 ਰੁਪਇਆ ਹੋਊਗੀ, ਕਿੱਥੇ ਦਵਾਈਆਂ ਬਿਲਕੁਲ ਫ੍ਰੀ ਨੇ ਜਿਹੀਆਂ ਵੀ ਨੇ, ਤੇ ਕਿੱਥੇ ਦਵਾਈਆਂ 500 ਦੀ ਮਿਲਣਗੀਆਂ। ਠੀਕ ਹੈ ਜੀ, ਤਾਂ ਹਸਪਤਾਲ ਵਾਲੇ ਗੈਰ ਇਨਸਾਨੀਅਤ ਵਾਲਾ ਕੰਮ ਵੀ ਕਰਦੇ ਨੇ, ਲਾਈਕ ਡੈੱਡ ਬੋਡੀ ਰੱਖ ਲੈਂਦੇ ਆ ਕਿ ਤੁਹਾਡਾ ਮਰੀਜ਼ ਠੀਕ ਆ, ਸਾਹ ਚੱਲਦੇ ਨੇ, ਜਾਂ ਆਕਸੀਜਨ ਸਿਲੰਡਰ ਲਾਇਆ ਹੁੰਦਾ ਕਹਿੰਦੇ ਨੇ ਵੈਂਟੀਲੇਟਰ ਤੇ ਆ, ਵੱਧ ਖਰਚਾ ਪਾਇਆ ਜਾਂਦਾ। ਇਹਦਾ ਵੀ ਕੋਈ ਆਉਣ ਵਾਲੇ ਸਮੇਂ 'ਚ ਵੱਡਾ ਨੁਕਸਾਨ ਹੋਏਗਾ। ਤੁਹਾਡੇ ਸਾਹਮਣੇ ਹੀ ਜੀ ਸਾਰਾ ਕੁਝ ਇਸ ਤਰ੍ਹਾਂ ਦੀ ਲੁੱਟਖੋ, ਮਤਲਬ ਜਿਹੜੇ ਪ੍ਰਾਈਵੇਟ ਸੈਂਟਰ ਨੇ ਉਹ ਲੁੱਟਖੋ ਦੇ ਅਦਾਰੇ ਨੇ ਮੋਸਟਲੀ, ਜ਼ਿਆਦਾਤਰ ਤਾਂ ਹੈ ਹੀ ਇਸ ਤਰ੍ਹਾਂ। ਤਾਂ ਅਸੀਂ ਤਾਂ ਚਾਹੁੰਦੇ ਹਾਂ ਵੀ ਜਿਵੇਂ ਹੁਣ ਕਰੋਨਾ ਦਾ ਮਰੀਜ਼ ਹੀ ਹੈ, ਅਸੀਂ ਬਿਲਕੁਲ ਫ੍ਰੀ ਦੇਖ ਰਹੇ ਹਾਂ, ਪ੍ਰਾਈਵੇਟ ਸੈਂਟਰ ਦੇ ਵਿੱਚ ਬਿਲਕੁਲ ਫ੍ਰੀ ਦੇਖਿਆ ਜਾਂਦਾ। ਜੇ ਉਹੀ ਜਿਹੜੇ ਵੱਡੇ ਕਾਰਪੋਰੇਟ ਅਦਾਰਿਆਂ ਦੇ ਜਿਹੜੇ ਹਸਪੀਟਲ ਨੇ ਉੱਥੇ 2.5 3 ਲੱਖ ਇੱਕ ਦਿਨ ਦਾ ਖਰਚਾ। ਠੀਕ ਹੈ ਜੀ, ਜੇ ਮਰੀਜ਼ 5 ਦਿਨ ਵੀ ਰਹਿ ਗਿਆ 10-12 ਲੱਖ ਬਿੱਲ ਬਣ ਜਾਂਦਾ। ਇੱਥੇ ਬਿਲਕੁਲ ਫ੍ਰੀ ਆ। ਅਸੀਂ ਚਾਹੁੰਦੇ ਹਾਂ ਵੀ ਇਹ ਸਿਸਟਮ ਬਚਿਆ ਰਹੇ। ਇਹ ਤਾਂ ਹੀ ਬਚਿਆ ਰਹੂਗਾ ਜੇ ਇਹਦੇ 'ਚ ਡਾਕਟਰਾਂ ਦੀ ਜਿਹੜੀ ਐਂਟਰੀ ਆ ਉਹ ਲਗਾਤਾਰ ਚੱਲਦੀ ਰਹੂਗੀ ਨਿਰਵਿਘਨ। ਜਿਸ ਤਰ੍ਹਾਂ ਦੀ ਗਵਰਨਮੈਂਟ ਦੀਆਂ ਪਾਲਿਸੀਜ਼ ਨੇ, ਡਾਕਟਰ ਇੱਥੇ ਆਉਣਾ ਨਹੀਂ ਚਾਹੁੰਦੇ। ਸਾਡੀ ਲੜਾਈ ਹੈ ਅਸਲ ਦੇ ਵਿੱਚ NPA ਦੀ ਲੜਾਈ ਨਹੀਂ, ਸਾਡੀ ਲੜਾਈ ਪਬਲਿਕ ਹੈਲਥ ਕੇਅਰ ਸਿਸਟਮ ਨੂੰ ਬਚਾਉਣ ਦੀ ਲੜਾਈ ਹੈ, ਜਿਵੇਂ ਕਿ ਸਕੱਤਰ ਸਾਹਿਬ ਨੇ ਦੱਸਿਆ। ਹੁਣ ਕੁਝ ਹੋਰ ਡਾਕਟਰ ਸਾਹਿਬ ਨੇ, ਉਹਨਾਂ ਨਾਲ ਗੱਲ ਕਰਾਂਗੇ। ਡਾਕਟਰ ਸਾਹਿਬ ਕੀ ਨਾਂ ਤੁਹਾਡਾ ਤੇ ਜਥੇਬੰਦੀ ਦਾ ਕੀ ਨਾਂ? ਮੈਂ ਪੰਜਾਬ ਆਯੁਰਵੈਦਿਕ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦਾ ਪੰਜਾਬ ਦਾ ਜਨਰਲ ਸੈਕਟਰੀ ਹਾਂ। ਮੇਰਾ ਨਾਮ ਡਾਕਟਰ ਪੰਕਜ। ਮੈਂ ਸਰਕਾਰ ਤੋਂ ਇਹ ਮੰਗ ਕਰਦਾ ਕਿ ਜਿਹੜਾ NPA ਦਾ ਕੱਟ ਲਗਾਇਆ, ਸਾਡੇ ਡਾਕਟਰਸ ਪੂਰੇ ਕੋਵਿਡ ਦੌਰਾਨ ਬਹੁਤ ਤਨਦੇਹੀ ਨਾਲ ਕੰਮ ਕਰਦੇ ਰਹੇ ਆ। ਉਹਨਾਂ ਨੂੰ ਸਰਕਾਰ ਨੇ ਇਨਾਮ ਤਾਂ ਕੀ ਦੇਣਾ ਸੀ, ਉਲਟਾ ਉਹਨਾਂ ਦੇ NPA ਤੇ ਕੱਟ ਲਗਾਤਾ। ਉਹ ਐਮਰਜੈਂਸੀ ਦੇ ਵਿੱਚ ਕੰਮ ਕਰਦੇ ਰਹੇ ਆ। ਇੰਨਾ ਹੀ ਨਹੀਂ, ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਸੈਂਟਰ ਤੋਂ ਵੱਧ ਸਕੇਲ ਦੇ ਰਹੇ ਹਾਂ, ਪਰ ਆਯੁਰਵੈਦਿਕ ਡਾਕਟਰਸ ਨੂੰ ਇੱਥੇ ਉਹਨਾਂ ਦੀ ਡਿਮਾਂਡ ਹੀ ਇਹ ਹੈ ਕਿ ਸਾਨੂੰ ਸੈਂਟਰ ਦੇ ਬਰਾਬਰ ਸਕੇਲ ਦੇ ਦਿਓ, ਪਰ ਪੰਜਾਬ ਸਰਕਾਰ ਉਹਨੂੰ ਦੇਣ ਨੂੰ ਤਿਆਰ ਨਹੀਂ। ਹੁਣ ਵੀ ਪੇ ਕਮਿਸ਼ਨ 'ਚ ਹਾਲੇ ਤੱਕ ਇਹੋ ਜਿਹੀ ਕੋਈ ਗੱਲ ਨਹੀਂ ਹੋਈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਦੇ ਆਯੁਰਵੈਦਿਕ ਡਾਕਟਰਸ ਨੂੰ ਸੈਂਟਰ ਦੇ ਬਰਾਬਰ ਪੇ ਸਕੇਲ ਦੇ ਕੇ ਉਹਨਾਂ ਦੇ ਮਾਣ ਨੂੰ ਵਧਾਇਆ ਜਾਵੇ। ਜਿਹੜਾ ਹੁਣ ਪੇ ਕਮਿਸ਼ਨ ਦੀ ਰਿਪੋਰਟ ਜਦੋਂ ਲਾਗੂ ਹੋ ਗਈ, ਹੋ ਸਕਦਾ ਅਗਲੇ ਮਹੀਨੇ ਤੁਹਾਨੂੰ ਪਤਾ ਲੱਗੇ ਕਿ ਤਨਖਾਹ 'ਤੇ ਕਿੰਨਾ ਕੱਟ ਲੱਗਿਆ ਜਾਂ ਕਿੰਨੀ ਵੱਧ ਕੇ ਆਈ। ਉਹਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕੱਟ ਲਾ ਦਿੱਤੇ ਗਏ ਨੇ, ਕਿੰਨਾ ਕੁ ਨੁਕਸਾਨ ਹੋਣ ਦੀ ਸੰਭਾਵਨਾ ਸੈਲਰੀ ਦਾ? ਲਗਭਗ 10 ਤੋਂ 20 ਹਜ਼ਾਰ ਰੁਪਏ ਦਾ ਨੁਕਸਾਨ ਹੋ ਸਕਦਾ। ਇਹ ਇਕੱਲੇ ਰੈਗੂਲਰ ਡਾਕਟਰਸ ਲਈ ਨਹੀਂ, ਇਹ ਰਿਟਾਇਰਡ ਡਾਕਟਰਸ ਲਈ ਵੀ ਹੈ। ਜਿਹੜੇ ਰਿਟਾਇਰਡ ਡਾਕਟਰ ਆ ਉਹਨਾਂ ਦੀ ਪੈਨਸ਼ਨ ਰੀਫਿਕਸ ਹੋਏਗੀ ਤੇ ਉਹਨਾਂ ਦੀ ਪੈਨਸ਼ਨ ਵੀ ਘਟ ਜਾਏਗੀ। ਜਿਸ ਤਰ੍ਹਾਂ ਵਕੀਲ ਆਪਣੇ ਬੇਟੇ ਨੂੰ ਵਕੀਲ ਬਣਾਉਣਾ ਚਾਹੁੰਦਾ ਹੈ, ਲੀਡਰ ਆਪਣੇ ਬੇਟੇ ਨੂੰ ਲੀਡਰ ਬਣਾਉਣਾ ਚਾਹੁੰਦੇ ਨੇ, ਡਾਕਟਰ ਆਪਣੇ ਬੱਚਿਆਂ ਨੂੰ ਹੁਣ ਕੀ ਬਣਾਉਣਾ ਚਾਹਣਗੇ ਭਵਿੱਖ ਦੇ ਵਿੱਚ? ਕੀ ਸੋਚ ਰਹੇ ਹੋ ਤੁਸੀਂ? ਜੇ ਸਰਕਾਰ ਦੀਆਂ ਇਹੀ ਨੀਤੀਆਂ ਰਹੀਆਂ, ਸਰਕਾਰ ਡਾਕਟਰ ਆਪਦੇ ਬੱਚੇ ਨੂੰ ਡਾਕਟਰ ਤਾਂ ਨਹੀਂ ਬਣਾਉਣਗੇ।
ਜਾਂ ਫਿਰ ਕੈਨੇਡਾ ਭੇਜ ਦੇਣਗੇ ਵੀ ਉੱਥੇ ਜਾ ਕੇ ਡਾਕਟਰੀ ਕਰੋ। ਮੈਨੂੰ ਲੱਗਦਾ ਇਹੀ ਹਾਲ ਹੈ ਪੰਜਾਬ 'ਚ, ਜ਼ਿਆਦਾਤਰ ਬੱਚੇ ਕੈਨੇਡਾ ਨੂੰ ਜਾ ਰਹੇ ਆ। ਕਿਉਂਕਿ ਸਰਕਾਰ ਦੀਆਂ ਪਾਲਿਸੀਜ਼ ਗਲਤ ਨੇ। NPA ਦੇ ਸਾਡੇ ਪੋਸਟ ਗ੍ਰੈਜੂਏਟ ਨੇ, ਉਹਨਾਂ ਤੋਂ ਅਸੀਂ ਬਹੁਤ ਵਧੀਆ ਕੰਮ ਲੈ ਸਕਦੇ ਹਾਂ, ਉਹਨਾਂ ਤੋਂ ਪੰਚਕਰਮਾ ਦਾ ਕੰਮ ਲੈ ਸਕਦੇ ਹਾਂ, ਉਹਨਾਂ ਤੋਂ ਸਰਜਰੀ ਦਾ ਕੰਮ ਲੈ ਸਕਦੇ ਹਾਂ, ਪਰ ਉਹਨਾਂ ਨੂੰ ਕੋਈ ਐਕਸਟਰਾ ਬੈਨੀਫਿਟ ਨਹੀਂ ਦਿੱਤਾ ਜਾਂਦਾ। ਉਹਨਾਂ ਨੂੰ ਐਕਸਟਰਾ ਇੰਕਰੀਮੈਂਟਸ ਦਿੱਤੀਆਂ ਜਾਣ ਤਾਂ ਜੋ ਉਹਨਾਂ ਤੋਂ ਅਲੱਗ ਵੇ ਨਾਲ ਅਸੀਂ ਡਿਪਾਰਟਮੈਂਟ ਨੂੰ ਪ੍ਰਮੋਟ ਕਰਕੇ ਪਬਲਿਕ ਦੀ ਸੇਵਾ ਕਰ ਸਕੀਏ। ਤੇ ਜਿਹੜਾ NPA ਦੀ ਇੱਥੇ ਗੱਲ ਆਈ ਹੈ, ਤੁਸੀਂ ਕਿਹਾ ਕਿ ਨਾ ਗਲਤ ਹੈ, ਕੀ ਨਾ ਹੋਣਾ ਚਾਹੀਦਾ ਸੀ ਉਸ ਅਲਾਉਂਸ ਦਾ? NPA 5th ਪੇ ਕਮਿਸ਼ਨ, ਸੈਂਟਰ ਪੇ ਕਮਿਸ਼ਨ ਨੇ ਉਹਦੀ ਵਿਆਖਿਆ ਬਹੁਤ ਕਲੀਅਰ ਕੀਤੀ ਹੈ। ਲੌਂਗਰ ਡਿਊਰੇਸ਼ਨ ਆਫ ਸਰਵਿਸ, ਐਮਰਜੈਂਸੀ ਡਿਊਟੀਜ਼, ਠੀਕ ਹੈ, ਉਹਨਾਂ ਕਰਕੇ NPA ਦਿੱਤਾ ਗਿਆ। ਇਸ ਕਰਕੇ ਇਹਨੂੰ ਚਾਹੇ NPA ਕਿਹਾ ਗਿਆ, ਪਰ ਉਹਨਾਂ ਦੀਆਂ ਸਰਵਿਸਿਜ਼ ਨੂੰ ਦੇਖਦੇ ਹੋਏ NPA ਦਿੱਤਾ ਗਿਆ। ਸੈਂਟਰ 'ਚ NPA ਦਿੱਤਾ ਜਾਂਦਾ, ਬੇਸਿਕ ਦਾ ਪਾਰਟ ਹੈ। ਪੰਜਾਬ ਨੇ ਬੇਸਿਕ ਦਾ ਪਾਰਟ ਹੀ ਕੱਟਦਾ ਉਹਨੂੰ। ਸਾਰੇ ਥਾਵਾਂ ਤੇ ਸਿਹਤ ਸਹੂਲਤਾਂ ਦਾ ਮਾੜਾ ਹਾਲ ਆ। ਕਈ ਡਾਕਟਰ ਸਮੇਂ ਸਿਰ ਨਹੀਂ ਪਹੁੰਚਦੇ, ਸਟਾਫ ਵਾਲੇ ਨਹੀਂ ਪਹੁੰਚਦੇ। ਵੱਡੇ ਸ਼ਹਿਰਾਂ 'ਚ ਤਾਂ ਠੀਕ ਆ, ਸਿਸਟਮ ਆਪਾਂ ਕਹਿ ਸਕਦੇ ਹਾਂ ਚੰਗਾ। ਸਿਸਟਮ ਦੇ ਵਿੱਚ ਸੁਧਾਰਾਂ ਦੀ ਵੀ ਲੋੜ ਆ, ਤੇ ਸਰਕਾਰ ਕੀ ਕਰੇ ਸੁਧਾਰ ਕਰਨ ਵਾਸਤੇ? ਸੁਧਾਰ ਲਈ ਜਿਹੜੇ ਆਯੁਰਵੈਦਿਕ ਡਿਪਾਰਟਮੈਂਟ ਦੀ ਮੈਂ ਜੇ ਗੱਲ ਕਰਾਂ, ਡਿਸਟ੍ਰਿਕਟ ਆਫਿਸ ਨੂੰ ਕਾਰ ਦੇਣੀ ਚਾਹੀਦੀ ਹੈ ਤਾਂ ਜੋ ਡਿਸਟ੍ਰਿਕਟ ਦਾ ਆਫਿਸਰ ਕਮ ਸੇ ਕਮ ਫੀਲਡ 'ਚ ਜਾ ਕੇ ਆਪਦਾ ਕੰਮ ਤਾਂ ਕਰ ਸਕੇ, ਡਿਸਪੈਂਸਰੀਜ਼ ਨੂੰ ਚੈੱਕ ਤਾਂ ਕਰ ਸਕੇ, ਉਹਨਾਂ ਦੇ ਸਿਸਟਮ ਨੂੰ ਇੰਪਰੂਵ ਤਾਂ ਕਰ ਸਕੇ। ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦਾ, ਪਿਛਲੇ 3 ਸਾਲ ਤੋਂ ਆਯੁਰਵੈਦਿਕ ਡਿਪਾਰਟਮੈਂਟ ਨੂੰ ਕੋਈ ਵੀ ਮੈਡੀਸਨ ਪ੍ਰਾਪਤ ਨਹੀਂ ਹੋ ਰਹੀ, ਜਿਹਦੇ ਨਾਲ ਕੋਵਿਡ ਦੇ ਟਾਈਮ 'ਚ ਆਯੁਰਵੈਦਿਕ ਡਾਕਟਰ ਆਪਣੀ ਪਾਕਟ 'ਚੋਂ ਜਾਂ ਲੋਕਾਂ ਦੇ ਸਪੋਰਟ ਨਾਲ ਡਿਪਾਰਟਮੈਂਟ ਦਾ ਕੰਮ ਕਰ ਰਹੇ ਆ। ਔਰ ਬਹੁਤ ਵੱਡੀ ਤਾਦਾਦ 'ਚ ਸਾਡੇ ਡਾਕਟਰਸ ਨੇ ਆਯੂਸ਼ ਕਾੜਾ, ਗਲੋਕਨ ਬੱਟੀ ਤੇ ਹੋਰ ਚੀਜ਼ਾਂ ਦੀ ਵੰਡ ਕੀਤੀ ਹੈ। ਡਾਕਟਰ ਸਾਹਿਬ, ਸਰਕਾਰ ਨਾਲ ਵੀ ਤੁਹਾਡੀ ਗੱਲ ਚੱਲੀ ਆ, ਸੈਕਟਰੀ ਹੈਲਥ ਨੇ ਤੁਹਾਨੂੰ ਭਰੋਸਾ ਦਿੱਤਾ ਕਿ ਤੁਹਾਡੀਆਂ ਮੰਗਾਂ ਮੰਨ ਲਈਆਂ ਜਾਣਗੀਆਂ। ਉਹ ਤੁਹਾਨੂੰ ਵਿਸ਼ਵਾਸ ਹੈਗਾ ਕਿ ਵਾਕਈ ਤੁਹਾਡੀਆਂ ਮੰਗਾਂ ਮੰਨੀਆਂ ਜਾ ਸਕਦੀਆਂ? ਮੰਗਾਂ ਮੰਨੇ ਜਾਣ ਤੇ ਹੀ ਇਹ ਸਟ੍ਰਾਈਕ ਵਾਪਸ ਹੋਣੀ ਚਾਹੀਦੀ ਹੈ। ਉਨੀ ਦੇਰ ਕੋਈ ਮੰਗਾਂ ਕਾਗਜ਼ਾਂ 'ਚ ਤਾਂ ਬਹੁਤ ਮੰਨੀਆਂ ਜਾਂਦੀਆਂ, ਜਦੋਂ ਤੱਕ ਪੂਰਾ ਗਵਰਨਮੈਂਟ ਲੈਵਲ ਤੋਂ ਆਸ਼ਵਾਸਨ ਜਾਂ ਨੋਟੀਫਿਕੇਸ਼ਨ ਨਹੀਂ ਹੁੰਦਾ, ਉਦੋਂ ਤੱਕ ਇਹ ਚੀਜ਼ਾਂ ਨੂੰ ਅਸੈਪਟ ਨਹੀਂ ਕੀਤਾ ਜਾ ਸਕਦਾ। ਤੁਸੀਂ ਕੁਝ ਕਹਿਣਾ ਚਾਹੋਗੇ ਇਸ ਮਸਲੇ ਨੂੰ ਲੈ ਕੇ? ਤੁਸੀਂ ਬੋਲਣਾ। ਕੀ ਨਾਂ ਤੁਹਾਡਾ ਤੇ ਕਿਹੜੀ ਜਥੇਬੰਦੀ? ਡਾਕਟਰ ਕ੍ਰਿਤਿਕਾ ਭਨੋਟ। ਮੈਂ ਆਯੁਰਵੇਦਾ ਮੈਡੀਕਲ ਆਫਿਸਰਸ ਐਸੋਸੀਏਸ਼ਨ ਦੇ ਬਿਹਾਫ ਤੇ ਕਹਿਣਾ ਚਾਹਾਂਗੀ ਕਿ ਜਿੰਨੇ ਸਾਡੇ ਸਾਰੇ ਆਯੁਰਵੈਦਿਕ ਮੈਡੀਕਲ ਆਫਿਸਰਸ ਉਹਨਾਂ ਨੇ ਜੀ ਜਾਨ ਦੇ ਨਾਲ ਆਪਣੀ OPDs ਨੂੰ ਸਾਈਡਲਾਈਨ ਕੀਤਾ ਜਸਟ ਬਿਕਾਜ਼ ਕਿ ਕੋਵਿਡ ਦਾ ਟਾਈਮ ਹੈ। ਜਿੱਥੇ ਸੈਂਪਲਿੰਗ ਡਿਊਟੀ ਆਈ, ਜਿੱਥੇ ਸਾਡੀ ਵੈਕਸੀਨੇਸ਼ਨ ਡਿਊਟੀ ਆਈ, ਅੱਜ ਦੇ ਦਿਨ ਤੱਕ ਪਿਛਲੇ 1.5 ਸਾਲ ਤੋਂ ਹਰ ਸਾਡਾ ਆਯੁਰਵੈਦ ਮੈਡੀਕਲ ਆਫਿਸਰ ਆਪਣਾ ਜੀ ਜਾਨ ਨਾਲ ਕੰਮ ਕਰ ਰਿਹਾ ਹੈ। ਸਾਡੇ ਸਾਰੇ ਮੋਰਲ ਨੂੰ ਅਸੀਂ ਹਮੇਸ਼ਾ ਕਦੀ ਵੀ ਇਸ ਚੀਜ਼ ਦੇ ਵਿੱਚ ਕੋਈ ਡਿਫਰੈਂਸੀਏਸ਼ਨ ਨਹੀਂ ਕੀਤਾ, ਚਾਹੇ ਜਿੰਨੀਆਂ ਵੀ ਇੱਥੇ ਜਥੇਬੰਦੀਆਂ ਅੱਜ ਆਈਆਂ, ਡੈਂਟਲ ਹੈ, ਐਲੋਪੈਥਿਕ ਹੈ, ਅਸੀਂ ਸਾਰਿਆਂ ਨੂੰ ਸਮਾਨਤਾ ਦੇ ਨਾਲ ਇੱਕ ਡਾਕਟਰ ਦੇ ਸਟਰੋਂਗ ਕੈਡਰ ਵਾਂਗੂ ਰਿਪਰੈਜ਼ੈਂਟ ਕਰ ਰਹੇ ਹਾਂ ਕਿ ਜੇ ਸਾਰੇ ਕੋਵਿਡ ਡਿਊਟੀ 'ਚ ਇੰਨਾ ਬਲ ਆਪਣਾ ਦਿੱਤਾ, ਇੰਨਾ ਮਨੋਬਲ ਸਾਡਾ ਸੀਗਾ ਕਿ ਅਸੀਂ ਸਾਰਿਆਂ ਨੇ ਡਿਊਟੀ ਆਪਣੀ ਪੂਰੀ ਨਿਸ਼ਠਾ ਨਾਲ ਕਰਨੀ ਹੈ, ਇਸ ਦੇ ਨਾਲ ਸਾਡੇ ਸਾਰਿਆਂ ਦੇ ਮਨੋਬਲ ਦੇ ਉੱਤੇ ਬਹੁਤ ਧੱਕਾ ਪਹੁੰਚਿਆ। ਸਾਡੇ ਸਾਰੇ ਡਾਕਟਰਸ ਜਿੰਨੇ ਜੈਨੂਇਨਲੀ ਕੰਮ ਕਰਦੇ ਆਏ ਕੋਵਿਡ, ਉਹਨਾਂ ਦੀ ਸਾਰਿਆਂ ਦੀ ਇਹ ਸਾਨੂੰ ਜਿਹੜਾ ਰਿਜ਼ਲਟ ਦਿੱਤਾ ਜਾ ਰਿਹਾ, ਇਹ ਸਾਨੂੰ ਡੀਮੋਰਲਾਈਜ਼ ਕਰਨ ਵਾਸਤੇ ਬਹੁਤ ਹੀ ਅਸਰ ਕਰੇਗਾ। ਅਸੀਂ ਹੁਣ ਤੱਕ ਅਸੀਂ ਆਪਣੀ ਡਿਊਟੀ ਨੂੰ ਹਮੇਸ਼ਾ ਸਿਰ ਮੱਥੇ ਕਰਕੇ ਕੰਮ ਕੀਤਾ, ਕਰਾਂਗੇ, ਪਰ ਜਦੋਂ ਸਾਨੂੰ ਇਸ ਤਰ੍ਹਾਂ ਦਾ ਸਾਨੂੰ ਅੱਗਿਓਂ ਦੀ ਮਿਲੇਗਾ, ਇਹਦੇ ਨਾਲ ਸਾਡਾ ਸਾਰਿਆਂ ਦਾ ਜਿਹੜਾ ਮੋਰਲ ਹੈ ਉਹ ਬਹੁਤ ਡਾਊਨ ਹੋਏਗਾ। ਇਹ ਬੇਨਤੀ ਕਰਦੇ ਹਾਂ ਵੀ ਇਸ ਚੀਜ਼ ਨੂੰ ਜ਼ਰੂਰ ਪਰਖਿਆ ਜਾਵੇ। ਪੰਜਾਬ ਸਰਕਾਰ ਕਹਿ ਰਹੀ ਹੈ ਕਿ 90% ਵਾਅਦੇ ਜੋ ਲੋਕਾਂ ਨਾਲ ਕੀਤੇ ਸਨ ਉਹ ਪੂਰੇ ਕਰਤੇ। ਤੁਸੀਂ ਕਹਿ ਰਹੇ ਹੋ ਕਿ ਸਾਨੂੰ ਤਾਂ ਜੋ ਪਹਿਲਾਂ ਦਿੱਤਾ ਜਾ ਰਿਹਾ ਸੀ ਉਹ ਤੇ ਕੱਟ ਲਗਾ ਦਿੱਤਾ ਗਿਆ। ਇਹ 'ਚ ਝੂਠ ਸੱਚ ਕਿੰਨਾ ਕਾ ਆਪਸ ਵਿੱਚ ਆਪਾਂ ਤੁਲਨਾ ਕਰੀਏ? ਪੇ ਕਮਿਸ਼ਨ ਦੀ ਰਿਪੋਰਟ ਆਈ ਹੈ ਜੀ, ਉਹਦੇ ਵਿੱਚ ਜਿਸ ਤਰ੍ਹਾਂ ਡੀਲਿੰਕ ਕੀਤਾ, ਇਸ ਜੋ ਸਾਡੇ ਸਾਰੇ ਜਥੇਬੰਦੀਆਂ ਨੇ ਹੁਣੀ ਜੁਆਇੰਟ ਸਟੇਟਮੈਂਟ ਦਿੱਤੀ ਹੈ, 33% ਦੀ ਬਜਾਏ 25 ਸਾਡੇ ਕੋਲ ਆਲਰੇਡੀ ਸੀ, 25 ਤੋਂ 20 ਕਰ ਦਿੱਤਾ, ਬੇਸਿਕ ਪੇ ਤੋਂ ਬਾਹਰ ਕੱਢਤਾ। ਜਿਹੜੀਆਂ ਚੀਜ਼ਾਂ ਨੂੰ ਅਸੀਂ ਹੋਰ ਅੱਗੇ ਅਪਲਿਫਟ ਕਰਨਾ ਚਾਹੁੰਦੇ ਹਾਂ, ਸਾਡੀਆਂ ਸੇਵਾਵਾਂ ਅਸੀਂ ਇਸ ਕਰਕੇ NPA ਨੂੰ ਜਿਹੜਾ ਭਾਸ਼ਾ ਦਿੱਤੀ ਵੀ ਜੀ ਇਹ ਤਾਂ ਨਾਨ ਪ੍ਰੈਕਟਿਸਿੰਗ ਹੈ, ਅਸੀਂ ਉਸ ਦੇ ਇਕੱਲੇ ਸਿਰ ਦੇ ਉੱਤੇ ਸਾਡੀ ਨਿਸ਼ਠਾ ਨਹੀਂ ਹੈ ਕਿ ਅਸੀਂ ਕੰਮ ਨਹੀਂ ਕਰਨਾ, ਕੰਮ ਤਾਂ ਅੱਜ ਵੀ ਕਰਾਂਗੇ, ਲੇਕਿਨ ਜਿੱਥੇ ਸਾਨੂੰ ਸਾਰਿਆਂ ਨੇ ਕੋਵਿਡ ਵਾਰੀਅਰਸ ਬਣ ਕੇ ਕੰਮ ਕੀਤਾ ਔਰ ਇਹ ਜੁਆਇੰਟ ਪਲੇਟਫਾਰਮ 'ਚ ਕੰਮ ਹੋਇਆ, ਇਹ ਕੋਈ ਇਹ ਨਹੀਂ ਹੈ ਕਿ ਇੱਕ ਐਸੋਸੀਏਸ਼ਨ ਨੇ ਜ਼ਿਆਦਾ, ਸਭ ਨੇ ਆਪਣਾ ਜਿੱਥੇ ਜਿਹਦਾ ਦਾਇਰਾ ਸੀ ਸਭ ਨੇ ਕੰਮ ਕੀਤਾ, ਲੇਕਿਨ ਉਹਦੇ ਵਿੱਚ ਅਪਲਿਫਟ ਹੋਣ ਦੀ ਬਜਾਏ ਸਾਨੂੰ ਇਸ ਤਰ੍ਹਾਂ ਦਾ ਇੱਕ ਸੈਟਬੈਕ ਦੇਣਾ, ਚਾਹੇ ਉਹ ਸਰਕਾਰ ਦੀਆਂ ਜੋ ਵੀ ਪਾਲਿਸੀਜ਼ ਹੈ, ਨੀਤੀਆਂ, ਉਹਨਾਂ ਨੇ ਕਿਸ ਤਰ੍ਹਾਂ ਵੀ ਉਹਨੂੰ ਫਰੇਮ ਕੀਤਾ, ਲੇਕਿਨ ਉਹਦਾ ਜਿਹੜਾ ਨਟਸ਼ੈਲ ਹੈ ਰਿਜ਼ਲਟ, ਉਹ ਸਾਡੇ ਸਾਰਿਆਂ ਵਾਸਤੇ ਲਾਭਦਾਇਕ ਨਹੀਂ ਹੋ ਰਿਹਾ। ਜਿਸ ਤਰ੍ਹਾਂ ਪ੍ਰਾਈਵੇਟ ਹਸਪਤਾਲਾਂ ਵਾਲੇ, ਕਿਉਂਕਿ ਚੇਨ ਬਣੀ ਹੋਈ ਹੈ, ਵੱਡੇ ਹਸਪਤਾਲ ਨੇ, ਡਾਕਟਰਾਂ ਨੂੰ ਸਰਕਾਰੀ ਤੋਂ ਤਨਖਾਹ ਡਬਲ ਮਿਲਦੀ ਹੈ,
ਜਿਸ ਕਾਰਨ ਜਿਹੜੇ ਸਰਕਾਰ ਨੂੰ ਡਾਕਟਰ ਘੱਟ ਮਿਲ ਰਹੇ ਨੇ, ਤੁਹਾਡਾ ਤਾਂ ਕਰਕੇ ਲੈਵਲ ਕਿ ਉਹ ਹੋਵੇ ਕਿ ਉਨੀ ਤਨਖਾਹ ਮਿਲੇ, ਤਾਂ ਤੁਸੀਂ ਮੰਗ ਕਰਦੇ ਹੋ? ਅਸੀਂ ਕੋਈ ਇਸ ਤਰ੍ਹਾਂ ਨਹੀਂ ਕੰਮ ਕਰ ਰਹੇ ਹਾਂ ਕਿ ਸਾਨੂੰ ਕਿਤੇ ਬਹੁਤ ਟ੍ਰਿਪਲ, ਵੀ ਆਰ ਨਾਟ ਕੈਲਕੂਲੇਟਿੰਗ ਔਨ ਦੈਟ ਵੇ, ਲੇਕਿਨ ਜਿਹੜੀ ਕੁਆਲਿਟੀ ਆਫ ਵਰਕ ਹੈ, ਅਸੀਂ ਪਹਿਲਾਂ ਵੀ ਔਰ ਅੱਜ ਵੀ ਕੁਆਲਿਟੀ ਆਫ ਵਰਕ ਨੂੰ ਕਦੀ ਕੰਪਰੋਮਾਈਜ਼ ਨਹੀਂ ਕੀਤਾ, ਕਦੀ ਇਸ ਕਰਕੇ ਨਹੀਂ ਕੰਮ ਕੀਤਾ ਕਿ ਸਾਡੀ 3 ਗੁਣਾ ਤਨਖਾਹ ਕਰੋਗੇ ਤਾਂ ਹੀ ਅਸੀਂ ਵਧੀਆ। ਅਸੀਂ ਸਰਕਾਰੀ ਨੌਕਰੀ ਦੇ ਆਪਣੀ ਇਮਾਨਦਾਰੀ ਨਾਲ ਹਮੇਸ਼ਾ ਉਸ ਜਜ਼ਬੇ ਨੂੰ ਕਾਇਮ ਰੱਖਿਆ। ਅਸੀਂ ਆਪਣੇ ਕਿਸੇ ਮਰੀਜ਼ ਨੂੰ ਕੋਈ ਔਕੜ ਨਹੀਂ ਆਉਣ ਦਿੱਤੀ। ਜਿੱਥੇ ਸਾਨੂੰ ਸਰਕਾਰ ਨੇ ਹੁਕਮ ਦਿੱਤਾ ਕੋਵਿਡ ਡਿਊਟੀ ਦਿਓ, ਸੈਂਪਲਿੰਗ ਕਰੋ, ਵੈਕਸੀਨੇਸ਼ਨ ਕਰੋ, ਐਵਰੀਥਿੰਗ, ਹਰ ਕੁਝ ਕੀਤਾ ਗਿਆ। ਲੇਕਿਨ ਜਦੋਂ ਇਹਦਾ ਪ੍ਰਭਾਵ ਸਾਰੇ ਡਾਕਟਰਾਂ ਤੇ ਪੈ ਰਿਹਾ ਤਾਂ ਉਹ ਡੀਮੋਰਲਾਈਜ਼ ਤਾਂ ਆਪੇ ਹੀ ਹੋ ਗਏ। ਆਯੁਰਵੈਦਿਕ ਵਿਭਾਗ ਦੇ ਵਿੱਚ ਅਸਾਮੀਆਂ ਕਿੰਨੀਆਂ ਕੁ ਖਾਲੀ ਨੇ? ਕਿਉਂਕਿ ਦੂਸਰੇ ਮਹਿਕਮੇ ਦੇ ਵਿੱਚ ਤਾਂ ਆ ਨਹੀਂ ਰਹੇ ਮੈਡੀਕਲ ਵਾਲੇ ਪਾਸੇ, ਤੁਹਾਡੇ ਵਾਲੇ ਪਾਸੇ ਕੀ ਹਾਲ ਹੈ? ਸਾਡੀ ਭਰਤੀ, ਸਾਡੇ ਜਿਹੜੇ ਡਾਇਰੈਕਟਰ ਹੈਗੇ ਡਾਕਟਰ ਪੂਨਮ ਵਿਸ਼ੇਸ਼ ਜੀ, ਉਹਨਾਂ ਵੱਲੋਂ ਸਾਰੀ ਸਮੇਂ-ਸਮੇਂ ਤੇ ਡਾਕਟਰਸ ਦੀ, ਏਐਮਓਸ ਦੀ ਭਰਤੀ ਪਿੱਛੇ ਵੀ ਕੀਤੀ ਗਈ ਹੈ। ਜਿਹੜੇ ਫਾਰਮਾਸਿਸਟ ਉਪਵੈਦ ਰੱਖੇ ਗਏ ਉਹਨਾਂ ਦੀ ਵੀ ਕੀਤੀ ਹੈ। ਇਹ ਪ੍ਰੋਸੈਸ ਸਰਕਾਰ ਦੀ ਨਜ਼ਰ 'ਚ ਬਿਲਕੁਲ ਸਹੀ ਚੱਲ ਰਿਹਾ, ਇਹ ਹੋ ਰਹੀਆਂ ਹੈ। ਲੇਕਿਨ ਸਾਨੂੰ ਜਿਹੜਾ ਓਵਰਆਲ ਮਨੋਬਲ ਹੈ ਉਹ ਇਸ ਚੀਜ਼ ਦੇ ਨਾਲ ਬਹੁਤ ਸਾਨੂੰ ਪਿੱਛੇ ਧੱਕਾ ਪਿਆ। ਥੋੜਾ ਜਿਹਾ ਇਹ ਤੋਂ ਹਟਵਾਂ ਸਵਾਲ ਵੀ ਕਰਨਾ ਚਾਹੁੰਦਾ, ਕਿਉਂਕਿ ਕੋਵਿਡ ਕਾਰਨ ਲੋਕਾਂ ਦਾ ਧਿਆਨ ਉੱਧਰ ਹੈ। ਰਾਮਦੇਵ ਨੇ ਇੱਕ ਬਿਆਨ ਦਿੱਤਾ ਸੀ ਕਿ ਜੋ ਅੰਗਰੇਜ਼ੀ ਦਵਾਈਆਂ ਨੇ ਉਹ ਠੀਕ ਨਹੀਂ, ਉਹ ਸਿਹਤ ਨੂੰ ਵਿਗਾੜਦੀਆਂ ਨੇ। ਤੁਸੀਂ ਇੱਕ ਡਾਕਟਰ ਹੋ, ਤਾਂ ਕਰਕੇ ਮੈਂ ਲੈਣਾ ਚਾਹੁੰਦਾ ਕਿ ਸੱਚਾਈ ਕੀ ਹੈ ਇਸ ਮਾਮਲੇ 'ਚ, ਤੇ ਉਹਦੇ ਰਾਮਦੇਵ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ? ਦੇਖੋ, ਐਲੋਪੈਥਿਕ ਮੈਡੀਸਿਨਸ, ਆਯੁਰਵੈਦਿਕ ਮੈਡੀਸਿਨਸ ਕੰਪਲੀਮੈਂਟਰੀ ਟੂ ਈਚ ਅਦਰ ਹੈ। ਇਹਨਾਂ 'ਚ ਸਾਡੇ 'ਚ ਕੋਈ ਕੰਪੀਟੀਸ਼ਨ ਨਹੀਂ ਹੈ। ਐਲੋਪੈਥਿਕ ਆਪਣੀ ਐਮਰਜੈਂਸੀ ਸਰਵਿਸਿਜ਼ ਜੋ ਔਨ ਦੀ ਸਪੌਟ ਦਿੰਦੇ ਆ ਉਹ ਆਪਣੀ ਜਗ੍ਹਾ ਬਹੁਤ ਉੱਤਮ ਹੈ। ਅਸੀਂ ਆਯੁਰਵੈਦਿਕ ਮੈਡੀਸਿਨਸ ਜੋ ਅਸੀਂ ਆਪਣੇ ਪ੍ਰੋਟੋਕਾਲ ਨੂੰ ਫੋਲੋ ਕਰਦੇ ਦਿੰਦੇ ਆ ਉਹ ਸਾਡੀ ਜਗ੍ਹਾ ਆਪਣੀ ਸ੍ਰੇਸ਼ਟ ਹੈ। ਅਸੀਂ ਕਦੀ ਕਿਸੇ ਨੂੰ ਡੀਮੋਰਲਾਈਜ਼ ਐਦਾਂ ਨਹੀਂ ਕਿਹਾ, ਨਾ ਸਾਡੀ ਪੈਥੀ ਨੇ ਕਦੀ ਕਿਸੇ ਡਿਸਕ੍ਰਿਮੀਨੇਟ ਕੀਤਾ ਹੈ। ਇਹ ਕੰਪਲੀਮੈਂਟਰੀ ਟੂ ਈਚ ਅਦਰ ਹੈ। ਬਾਬਾ ਟਾਈਪ ਕਹਿ ਰਹੇ ਨੇ, ਉਹ ਤਾਂ ਫਿਰ ਆਯੁਰਵੈਦਿਕ ਦਾ ਵੀ ਨੁਕਸਾਨ ਕਰ ਰਹੇ ਨੇ, ਕਿਉਂਕਿ ਲੋਕਾਂ ਨੂੰ ਹੁੰਦਾ ਕਿ ਇਹ ਸਾਰੀ ਇਸ ਵਰਗ ਵਾਲੇ ਝੂਠ ਮਾਰਦੇ ਨੇ। ਜਿਹੜੀ ਮੈਡੀਸਿਨਸ ਹੈਗੀਆਂ ਸਾਡੀਆਂ, ਅਸੀਂ ਤਾਂ ਸਰਕਾਰੀ ਮੁਲਾਜ਼ਮ ਹੋਣ ਕਰਕੇ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਦੇ ਪ੍ਰੋਟੋਕਾਲ 'ਚ ਅਸੀਂ ਉਸ ਨੂੰ ਫੋਲੋ ਕਰ ਰਹੇ ਹਾਂ। ਪ੍ਰਾਈਵੇਟ ਸੈਕਟਰ ਦੇ ਵਿੱਚ ਕੌਣ ਕਿੰਨਾ ਦਾਵਾ ਕਰਦਾ ਹੈ ਇਹ ਉਹਨਾਂ ਦਾ ਨਿੱਜੀ ਫੈਸਲਾ ਹੁੰਦਾ ਹੈ। ਅਸੀਂ ਭਾਰਤ ਸਰਕਾਰ ਦੇ ਆਯੂਸ਼, ਸਾਡੀ ਮਿਨਿਸਟਰੀ ਆਫ ਆਯੂਸ਼ ਸੈਪਰੇਟ ਮਿਨਿਸਟਰੀ ਹੈ। ਸਾਨੂੰ ਜੋ ਪਿਛਲੇ 2 ਸਾਲਾਂ ਤੋਂ ਕੋਵਿਡ ਦੀ ਗਾਈਡਲਾਈਨਸ, ਕੋਵਿਡ ਦੀ ਮੈਡੀਸਿਨਸ, ਆਯੂਸ਼ ਕਾੜਾ ਸਭ ਨੂੰ ਪਤਾ ਹੈ। ਗਿਲੋਏ ਘਨਵੱਟੀ ਸਭ ਨੇ ਲਿੱਤੀ, ਚਮਨਪ੍ਰਾਸ਼ ਸਭ ਨੇ ਸੁਣਿਆ। ਇਸ ਪੰਜਾਬ ਸਰਕਾਰ ਨੇ ਸਾਡੇ ਜਿੰਨੇ ਵੀ ਡਿਸਪੈਂਸਰੀਜ਼ ਪ੍ਰੋਵਾਈਡ ਕੀਤੀ ਔਰ ਅਸੀਂ ਸਾਰੇ ਜਿੰਨਾ ਵੀ ਭਾਰਤ ਸਰਕਾਰ ਦੀ ਗਾਈਡਲਾਈਨਸ ਨੂੰ ਪ੍ਰੋਪਰ ਫੋਲੋ ਕੀਤਾ। ਇਸ ਕਰਕੇ ਉੱਥੇ ਸਾਡਾ ਕੋਈ ਪਰਸਨਲ ਕੋਈ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿ ਅਸੀਂ ਮੈਡੀਸਿਨਸ ਨੂੰ ਕਿਤੇ ਫਰੇਮ ਕਰ ਰਹੇ ਹਾਂ। ਅਸੀਂ ਉਹੀ ਪ੍ਰੋਟੋਕਾਲ ਨੂੰ ਫੋਲੋ ਕਰ ਰਹੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਅੱਜ ਤੁਹਾਡੀ 1 ਦਿਨ ਦੀ ਹੜਤਾਲ ਹੈ, ਲੰਮੀ ਹੜਤਾਲ ਦਾ ਤੁਸੀਂ ਵੀ ਸੱਦਾ ਦੇ ਸਕਦੇ ਹੋ? ਜੇ ਸਾਡੇ ਸਾਰੇ ਜੁਆਇੰਟ ਕਮੇਟੀ, ਸਾਡੇ ਸਹਿਬਾਨ ਜੋ ਫੈਸਲਾ ਲੈਣਗੇ ਉਹ ਸਭ ਦੀ ਭਲਾਈ 'ਚ ਹੋਏਗਾ। ਇਹ ਜਿੱਥੇ ਸਾਨੂੰ ਇਸੇ ਗੱਲ ਦੀ ਬਹੁਤ ਖੁਸ਼ੀ ਹੈ ਕਿ ਇੱਕ ਜੁਆਇੰਟ ਪਲੇਟਫਾਰਮ ਕ੍ਰੀਏਟ ਕੀਤਾ ਗਿਆ ਜਿਹਦੇ ਨਾਲ ਸਭ ਦੀਆਂ ਭਾਵਨਾਵਾਂ ਦੀ ਵੀ ਉਨੀ ਕਦਰ ਹੋਏਗੀ ਔਰ ਸਾਨੂੰ ਵੀ ਅੱਛਾ ਲੱਗੇਗਾ ਕਿ ਅਸੀਂ ਸਾਰੇ ਅੱਛਾ ਰਿਪਰੈਜ਼ੈਂਟ ਕਰਕੇ ਆਪਣੀਆਂ ਸਾਰੀਆਂ ਮੰਗਾਂ ਨੂੰ ਜਾਇਜ਼ ਹੁੰਦਿਆਂ ਹੋਇਆਂ ਆਪਣੇ ਇਸ ਮਕਸਦ 'ਚ ਕਾਮਯਾਬ ਹੋਈਏ। ਠੀਕ ਹੈ, ਸ਼ੁਕਰੀਆ। ਹੁਣ ਸਾਡੇ ਨਾਲ ਨੇ ਮੁਲਾਜ਼ਮ ਤਾਲਮੇਲ ਕਮੇਟੀ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਸਿੱਧੂ। ਇਹਨਾਂ ਨੇ ਵੀ ਕਾਫੀ ਸਟੱਡੀ ਕੀਤਾ ਕਿ ਜੋ ਪੇ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਸਰਕਾਰ ਤੋੜ ਮਰੋੜ ਕੇ ਲਾਗੂ ਕਰ ਰਹੀ ਹੈ ਤੇ ਉਹਦੇ ਨਾਲ ਨੁਕਸਾਨ ਕੀ ਹੋਏਗਾ, ਉਹ ਡਿਟੇਲ ਗੱਲਬਾਤ ਇਹਨਾਂ ਨਾਲ ਕਰਾਂਗੇ ਅੰਕੜਿਆਂ ਦੇ ਆਧਾਰਿਤ। ਸਿੱਧੂ ਸਾਹਿਬ, ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਕੀ ਨੇ ਤੁਹਾਡੇ ਕੋਲ ਅੰਕੜੇ? ਪੇ ਕਮਿਸ਼ਨ ਤੋਂ ਤੁਹਾਨੂੰ ਉਮੀਦ ਸੀ ਕਿ ਤਨਖਾਹਾਂ ਕਈ ਗੁਣਾ ਵੱਧ ਜਾਣਗੀਆਂ, ਕਈ ਗੁਣਾ ਨਹੀਂ ਕੁਝ % ਵੱਧ ਜਾਣਗੀਆਂ, ਤੁਸੀਂ ਕਹਿ ਰਹੇ ਹੋ ਕੱਟ ਲਾਤਾ, ਕਿੰਨਾ ਕੁ ਕੱਟ ਲੱਗਿਆ? ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਗਲੋਬਲ ਪੰਜਾਬੀ ਦਾ ਧੰਨਵਾਦ ਕਰਦਾ ਕਿ ਉਹ ਮੁਲਾਜ਼ਮਾਂ ਦੀ ਮਤਲਬ ਜੋ ਸਮੱਸਿਆ ਨੂੰ ਹਮੇਸ਼ਾ ਹੀ ਉਭਾਰਦੇ ਨੇ। ਜਿਹੜਾ ਪੇ ਕਮਿਸ਼ਨ ਆ ਜੀ, ਸਾਡਾ 6ਵਾਂ ਤਨਖਾਹ ਪੇ ਕਮਿਸ਼ਨ, ਇਹ 10 ਸਾਲਾਂ ਬਾਅਦ ਰਿਵੀਜ਼ਨ ਹੁੰਦੀ ਆ। ਕੱਲੀ ਪੰਜਾਬ ਸਰਕਾਰ ਨਹੀਂ ਕਰਦੀ, ਹਿੰਦੁਸਤਾਨ ਪੱਧਰ ਤੇ ਸਾਰੇ ਸੂਬੇ ਕਰਦੇ ਨੇ, ਕੇਂਦਰ ਦੀ ਸਰਕਾਰ ਵੀ ਕਰਦੀ ਆ। ਇਸ ਵਾਰ ਇਹ ਕਮਿਸ਼ਨ ਕਾਫੀ ਦੇਰ ਨਾਲ ਆਇਆ, 5 ਸਾਲ ਲੇਟ ਆ ਕਮਿਸ਼ਨ। ਉਹਦੇ ਕਰਕੇ ਬੜੀ ਬੇਸਬਰੀ ਨਾਲ ਉਡੀਕ ਹੋ ਰਹੀ ਸੀ। ਕਿਸੇ ਚੀਜ਼ ਨੂੰ ਬਹੁਤੀ ਦੇਰ ਕਰ ਦਿਓ ਤਾਂ ਉਹਦੇ ਉਮੀਦਾਂ ਹੋਰ ਵੱਧ ਜਾਂਦੀਆਂ ਨੇ ਵੀ ਕੀ ਹੋਣ ਵਾਲਾ, ਕਦੋਂ ਹੋਊਗਾ, ਕਿਵੇਂ ਹੋਊਗਾ। ਪਰੰਤੂ ਉਹ ਜਿਵੇਂ ਕਹਿੰਦੇ ਨੇ ਆਪਣੇ ਪੰਜਾਬ 'ਚ ਕਹਾਵਤ ਆ ਵੀ ਪੱਟਿਆ ਪਹਾੜ ਨਿਕਲੀ ਚੂਹੀ, ਉਹ ਵੀ ਭਿੱਜੀ ਹੋਈ। ਇੱਥੇ ਇੱਕ ਬਹੁਤ ਵੱਡੀ ਮਤਲਬ ਸ਼ਰਾਰਤ ਨਹੀਂ, ਸੋਚੀ ਸਮਝੀ ਇੱਕ ਮਤਲਬ ਸਰਕਾਰ ਨੇ ਇਹ ਨਿਗੂਣੀ ਕਾਰਵਾਈ ਕੀਤੀ ਆ ਕਿ 6ਵੇਂ ਤਨਖਾਹ ਕਮਿਸ਼ਨ ਨੂੰ ਬੈਠਿਆਂ ਭਾਵੇਂ ਮਤਲਬ 7-8 ਸਾਲ ਹੋ ਗਏ ਸੀ, ਪਰੰਤੂ ਇਹ ਰਿਪੋਰਟ ਦੇ ਵਿੱਚ ਜਿਹੜਾ ਕੁਝ ਦਿੱਤਾ ਉਹ ਬਹੁਤ ਨਿਗੂਣਾ ਹੀ ਨਹੀਂ, ਉਹ ਮੁਲਾਜ਼ਮ ਮਾਰੂ ਵੀ ਆ, ਪੈਨਸ਼ਨ ਮਾਰੂ ਵੀ ਆ, ਆਉਣ ਵਾਲੇ ਭਵਿੱਖ ਦੇ ਵਿੱਚ ਵੀ ਖਤਰਨਾਕ ਆ। ਭਵਿੱਖ 'ਚ ਖਤਰਨਾਕ ਕਿਉਂ ਆ ਕਿ ਉਹਦੇ ਵਿੱਚ ਸਿੱਧਾ ਕਹਿਤਾ ਮਤਲਬ ਵਿੱਤ ਮੰਤਰੀ ਨੇ ਕਿ ਜਿਹੜੇ ਮਤਲਬ ਪੇ ਕਮਿਸ਼ਨ ਦੀ ਸਿਫਾਰਿਸ਼ਾਂ ਨੇ ਆਉਣ ਵਾਲੇ ਸਮੇਂ ਜਿਹੜੀ ਭਰਤੀ ਹੋਊਗੀ ਉਹ 7ਵਾਂ ਤਨਖਾਹ ਕਮਿਸ਼ਨ ਕੇਂਦਰ ਦਾ ਲਾਗੂ ਹੋਊ ਉਹਦੇ ਉੱਪਰ।
ਇਹਦਾ ਮਤਲਬ ਸਾਨੂੰ ਮਤਲਬ ਬਿਨਾਂ ਸੋਚੇ ਸਮਝੇ ਬਿਨਾਂ ਸਟੇਟ ਦੇ ਡਿਸੀਜਨ ਤੋਂ ਕੇਂਦਰ ਦੇ ਮਤਹਿਤ ਕਰਤਾ। ਅਸੀਂ ਅੱਗੇ ਨੂੰ ਪੰਜਾਬ ਸਰਕਾਰ ਤੋਂ ਨਹੀਂ ਮੰਗਾਂਗੇ, ਕੇਂਦਰ ਤੋਂ ਮੰਗਾਂਗੇ। ਪੇ ਕਮਿਸ਼ਨ ਦੀ ਰਿਪੋਰਟ ਵੀ ਹੋਏਗੀ, ਉਹ 'ਚ ਕੀ ਇਹਨਾਂ ਨੇ ਸੁਝਾਅ ਦਿੱਤੇ ਸੀ ਤੇ ਡਿਟੇਲ ਕੱਟ ਕਿੱਥੇ ਕਿੱਥੇ ਲਾਇਆ ਉਹ ਸਾਰਾ ਦੱਸ ਦਿਓ। ਕੱਟ ਦੇਖੋ ਜੀ, ਮੇਰੇ ਜਵਾਨੀ ਯਾਦ ਆ। ਪਹਿਲੀ ਗੱਲ ਤਾਂ ਜਿਹੜੇ ਭੱਤੇ ਨੇ, ਹਾਊਸ ਰੈਂਟ, ਕਨਵੇਂਸ ਅਲਾਊਂਸ, CCA ਅਲਾਊਂਸ, ਪੇਂਡੂ ਭੱਤਾ ਤੇ ਸਾਡੇ TA ਜਾਂ ਟਰੈਵਲ ਅਲਾਊਂਸ ਮਿਲਦਾ ਕਰਮਚਾਰੀਆਂ ਨੂੰ, ਕਿਟ ਅਲਾਊਂਸ, ਬਹੁਤ ਸਾਰੇ ਅਲਾਊਂਸ ਮੁੱਢੋਂ ਕੱਟਦੇ, ਕਹਿੰਦੇ ਲੋੜ ਨਹੀਂ। ਇੱਕ ਚੌਂਕੀਦਾਰ ਨੂੰ 200-400 ਰੁਪਇਆ ਅਲਾਊਂਸ ਮਿਲਦਾ, ਉਹਦੀ ਇੱਕ ਸਭ ਤੋਂ ਛੋਟੀ ਪੋਸਟ ਆ, ਸਭ ਤੋਂ ਟਫ ਡਿਊਟੀ ਆ ਉਹਦੀ, ਤੇ ਉਹ ਬੰਦਾ ਹੀ ਵਿਚਾਰਾ ਉਸ ਤਰ੍ਹਾਂ ਹੁੰਦਾ ਜਿਹੜਾ ਮਤਲਬ ਇੱਕ ਮਜ਼ਦੂਰ ਟਾਈਪ ਬੰਦਾ ਆਪਾਂ ਕਹਿ ਸਕਦੇ ਹਾਂ। ਉਹਨੂੰ ਇੱਕ ਚੌਂਕੀਦਾਰ ਅਲਾਊਂਸ ਮਿਲਦਾ ਸੀ, ਉਹਦੇ ਉੱਪਰ ਇੱਕ ਮਤਲਬ ਜਿੰਨੀ ਘੱਟ ਤੋਂ ਘੱਟ ਕੱਟ ਲੱਗ ਸਕਦਾ ਸੀ ਉਹ 'ਤੇ ਲਾਉਣ ਦੀ ਕੋਸ਼ਿਸ਼ ਕਰੀ। ਕੀ ਕੱਟ ਲਾਈਏ ਕਿ ਚੌਂਕੀਦਾਰ ਜੇ ਰਾਤ ਦੀ ਡਿਊਟੀ ਕਰਦਾ ਤਾਂ ਉਹਦੇ ਉੱਪਰ ਅਸੀਂ ਮਤਲਬ ਅਲਾਊਂਸ ਦੇਵਾਂਗੇ। ਮਤਲਬ ਮੇਰੇ ਕੋਲ ਪਰਚੇ ਨੇ ਉਹਦੇ, ਆ ਕਾਗਜ਼ ਉਹਦੇ ਕੋਲ। ਇਹ ਭਲਾ ਕੋਈ ਗੱਲ ਆ? ਰਾਤ ਦੀ ਡਿਊਟੀ ਤੇ ਦਿਨ ਦੀ ਡਿਊਟੀ ਕੀ ਫਰਕ ਆ? ਜਿਹੜਾ ਚੌਂਕੀਦਾਰ ਦਿਨੇ ਡਿਊਟੀ ਕਰ ਰਿਹਾ ਉਹ ਧੁੱਪ 'ਚ ਖੜਾ ਕਿਤੇ ਜਾਂ ਕਿਸੇ ਗੌਰਮੈਂਟ ਗਡਾਊਨ 'ਤੇ ਆ, ਸਰਕਾਰੀ ਦਫ਼ਤਰ 'ਚ ਆ, ਜਾਂ ਕਿਤੇ ਹੋਰ ਉਹਦੀ ਵਾਚ ਐਂਡ ਪਾਰਟ ਡਿਊਟੀ ਲੱਗੀ ਆ, ਉਹਦੇ ਇੱਕ ਨਗੂਣੇ ਬੰਦੇ ਨੂੰ ਵੀ ਇਹਨਾਂ ਨੇ ਹੋਰ ਨਗੂਣਾ ਕਰਤਾ। ਅਗਲੀ ਗੱਲ, ਜਿਹੜੇ ਮਤਲਬ ਤਨਖਾਹ ਕਮੇਟੀ ਦੀ ਰਿਪੋਰਟ ਸੀ ਉਹ ਜਨਵਰੀ 2016 ਤੋਂ ਲਾਗੂ ਹੋਣੀ ਸੀ, ਉਹਦੀ ਉਡੀਕ ਸੀ। ਜਿਹੜੇ ਮੌਜੂਦਾ ਸਾਡੀ ਕੈਪਟਨ ਸਰਕਾਰ ਆ, ਉਹਨਾਂ ਨੇ ਮਿਲਦੀਆਂ ਮੁਲਾਜ਼ਮਾਂ ਨੂੰ ਮੌਜੂਦਾ ਸਹੂਲਤਾਂ, ਮੌਜੂਦਾ ਮਤਲਬ ਫੈਸਿਲਿਟੀਜ਼, ਮੌਜੂਦਾ ਜਿਹੜੀਆਂ ਮਤਲਬ ਸਰਵਿਸ ਹਾਲਾਤ ਨੇ ਉਹ ਵੇਖ ਕੇ ਕਰਮਚਾਰੀ ਦੀ, ਅਧਿਕਾਰੀ ਦੀ ਡਿਊਟੀ, ਉਹਦੀ ਅਕੈਡਮਿਕ ਯੋਗਤਾ, ਉਹਦੀਆਂ ਜ਼ਿੰਮੇਵਾਰੀਆਂ ਜਾਂ ਮੌਕੇ ਦੇ ਹਾਲਾਤ ਕੀ ਨੇ। ਜਿਵੇਂ ਤੁਹਾਡੇ ਕੋਲ ਹੁਣੇ ਡਾਕਟਰ ਲੋਕ ਜਾ ਕੇ ਗਏ ਨੇ ਵੀ ਡਾਕਟਰਾਂ ਨੇ ਪਿਛਲੇ ਕੋਵਿਡ 'ਚ ਕਿੰਨੀ ਮਤਲਬ ਸੰਕਟ ਝੱਲਿਆ। ਇੱਕ ਮਿਲਟਰੀ ਦੇ ਵਿੱਚ ਜਦੋਂ ਕਿਤੇ ਜੰਗ ਲੱਗਦੀ ਆ ਤਾਂ ਐਮਰਜੈਂਸੀ ਇਨਕਰੀਮੈਂਟ ਮਿਲਦੇ ਨੇ। ਇੱਕ ਮਤਲਬ ਪੁਰਾਣੇ ਫੌਜੀਆਂ ਨੂੰ 5-5 ਇਨਕਰੀਮੈਂਟ ਮਿਲੇ ਨੇ, ਤਾਂ ਇਹਨਾਂ ਨੂੰ ਤਾਂ ਐਮਰਜੈਂਸੀ ਇਨਕਰੀਮੈਂਟ ਮਿਲਣੇ ਚਾਹੀਦੇ ਸੀ ਡਾਕਟਰਾਂ ਨੂੰ ਕਿ ਪੈਰਾਮੈਡਿਕ ਸਟਾਫ ਸਾਰੇ ਨੂੰ, ਪਰੰਤੂ ਉਹਨਾਂ ਦੇ ਮਿਲਦੇ ਵੀ ਘੱਟ ਤੇ, ਜਿਹੜਾ ਕਿ ਬੜਾ ਮਤਲਬ। ਪੰਜਾਬ ਦੇ ਵੱਖ-ਵੱਖ ਵਰਗ ਦੇ ਮੁਲਾਜ਼ਮਾਂ ਨੇ ਇੱਕ ਤਾਲਮੇਲ ਕਮੇਟੀ ਬਣਾ ਲਈ, ਪੇ ਕਮਿਸ਼ਨ ਖਿਲਾਫ ਹੜਤਾਲਾਂ ਸ਼ੁਰੂ ਹੋ ਗਈਆਂ ਨੇ। ਡਾਕਟਰਾਂ ਨਾਲ ਜਾਂ ਹੋਰ ਵਰਗ ਦੇ ਜਿਹੜੇ ਉੱਚ ਅਧਿਕਾਰੀ ਨੇ, ਉੱਚ ਵਰਗ ਦੇ ਜਿਨ੍ਹਾਂ ਤੇ ਕੱਟ ਲੱਗੇਗਾ, ਕੋਈ ਪੰਜਾਬ ਦੇ ਵਿੱਚ ਸਮੁੱਚੇ ਮੁਲਾਜ਼ਮ ਵਰਗ ਦੀ ਕੋਈ ਜਥੇਬੰਦੀ ਬਣ ਸਕਦੀ ਆ ਕਿ ਇਕੱਠੀ ਮੂਵਮੈਂਟ ਚਲਾਈ ਜਾ ਸਕੇ? ਬਿਲਕੁਲ ਤਿਆਰੀ ਹੈ ਜੀ। ਜਿਹੜੀ ਮਤਲਬ ਡਾਕਟਰ ਨੇ ਜਾਂ ਸਾਡੇ ਸਕੱਤਰੇ ਦੀ ਜਿਹੜੀ ਰਿਟਾਇਰ ਅਫੀਸਰ ਐਸੋਸੀਏਸ਼ਨ ਆ, ਉਹਨਾਂ ਨੇ ਸਾਨੂੰ ਸਮਰਥਨ ਦੇ ਚੁੱਕੇ ਨੇ। ਡਾਕਟਰਾਂ ਨਾਲ ਵੀ ਆਉਣ ਵਾਲੇ ਸਮੇਂ 'ਚ ਮੀਟਿੰਗਾਂ ਹੋਣ ਦੀ ਸੰਭਾਵਨਾ, ਕਿਉਂਕਿ ਇਹ ਹੁਣ ਪੇ ਕਮਿਸ਼ਨ ਇਕੱਲੇ ਇੱਕ ਡਾਕਟਰਾਂ ਦਾ ਜਾਂ ਕਲਰਕਾਂ ਦਾ ਜਾਂ ਟੀਚਰਾਂ ਦਾ ਨਹੀਂ ਰਿਹਾ, ਇਹ ਸਮੁੱਚੇ ਪੰਜਾਬ ਦੇ ਪੈਨਸ਼ਨਰਾਂ, ਪੰਜਾਬ ਦੇ ਮੁਲਾਜ਼ਮਾਂ ਦਾ ਬਣ ਗਿਆ। ਟੀਚਰਾਂ ਨਾਲ ਵੀ ਤਾਲਮੇਲ ਹੋ ਜਾਏਗਾ, ਫਿਰ ਤਾਂ ਤੁਹਾਡਾ 4-5 ਲੱਖ ਇਕੱਠੇ ਜਿਹੜੇ ਮੁਲਾਜ਼ਮ ਨੇ ਇਕੱਠੇ ਹੋ ਕੇ ਸਰਕਾਰ ਨੂੰ ਘੇਰਨਗੇ। ਬਿਲਕੁਲ। ਅਧਿਆਪਕ ਤਬਕਾ, ਜਿੰਨਾ ਅਧਿਆਪਕ ਤਬਕੇ 'ਤੇ ਜ਼ੁਲਮ ਹੋ ਰਿਹਾ ਇਸ ਵੇਲੇ, ਇੱਕ ਤਾਂ ਅਧਿਆਪਕ ਉਹ ਨੇ ਜਿਹੜੇ ਮਤਲਬ ਟੈਂਕੀਆਂ 'ਤੇ ਬੈਠੇ ਨੇ ਮਰਨ ਵਰਤੇ, ਇੱਕ ਅਧਿਆਪਕ ਉਹ ਨੇ ਜਿਹੜੇ ਕਿਸ਼ਨ ਕੁਮਾਰ ਦੀ ਮਤਲਬ ਛੱਤ 'ਤੇ ਬੈਠੇ ਨੇ ਰੁਜ਼ਗਾਰ ਵਾਸਤੇ, ਇੱਕ ਅਧਿਆਪਕ ਉਹ ਨੇ ਜਿਹੜੇ 45,000 ਤਨਖਾਹ ਤੋਂ 15,000 ਤੇ ਆ ਗਏ। ਤੇ ਅਧਿਆਪਕਾਂ ਦੀਆਂ 20-25 ਤਰ੍ਹਾਂ ਦੀਆਂ ਕਿਸਮਾਂ ਕਰਤੀਆਂ। ਅੱਜ ਮਤਲਬ ਅਧਿਆਪਕ ਆਪਣੀ ਵਿੱਦਿਆ ਲੈ ਕੇ ਪੜ੍ਹਾਉਣਾ ਚਾਹੁੰਦਾ, ਬੱਚੇ ਪੜ੍ਹਨਾ ਚਾਹੁੰਦੇ ਨੇ, ਸਰਕਾਰਾਂ ਉਹਦੇ ਵਿੱਚ ਬਹੁਤ ਡਿੱਕੇ ਪਾਉਂਦੀਆਂ ਨੇ। ਅੱਜ ਮਤਲਬ ਇਕਸਾਰਤਾ ਨਹੀਂ ਹੈ। ਇੱਕ ਟੀਚਰ ਨੂੰ ਪਤਾ ਹੋਵੇ ਮੈਂ +2 ਕਰ ਲਈ, ਮੈਂ ਡਿਗਰੀ ਕਰ ਲਈ, ਮੈਂ B.Ed ਕਰ ਲਈ, ਮੈਂ ETT ਕਰ ਲਈ, ਜਾਂ ਮੈਂ ਟੈਟ ਪਾਸ ਕਰ ਲਿਆ, ਮੈਨੂੰ ਰੁਜ਼ਗਾਰ ਮਿਲੂਗਾ। ਜਦੋਂ ਟੈਟ ਪਾਸ ਕਰਵਾ ਲਿਆ ਤਾਂ ਨੌਕਰੀ ਕਿਉਂ ਨਹੀਂ? ਸਿੱਧੂ ਸਾਹਿਬ ਕਿਹਾ ਜਾਂਦਾ ਹੈ ਕਿ ਸਿੱਖਿਆ ਮੰਤਰੀ ਜਿਹੜਾ ਹੁੰਦਾ ਹੈ ਉਸ ਤੋਂ ਬਾਅਦ ਉਹਦੀ ਹਾਰ ਹੋ ਜਾਂਦੀ ਹੈ ਜਦੋਂ ਚੋਣਾਂ ਹੁੰਦੀਆਂ ਨੇ, ਕਿਉਂਕਿ ਟੀਚਰ ਨੇ ਜਦੋਂ ਐਂਟੀ ਹੋ ਜਾਣ ਕਿਸੇ ਮੰਤਰੀ ਦੇ, ਉਹਦਾ ਜਿੱਤਣਾ ਮੁਸ਼ਕਲ ਹੁੰਦਾ ਹੈ। ਇਹ ਹੁਣ ਸਾਰੇ ਮੁਲਾਜ਼ਮ ਸਰਕਾਰ ਖਿਲਾਫ ਹੋ ਗਏ, ਸਰਕਾਰ ਤੇ ਸਿੱਧਾ ਅਸਰ, ਜਾਂ ਕਹਿ ਲਈਏ ਕਿ ਮੌਜੂਦਾ ਕੈਪਟਨ ਸਰਕਾਰ ਨੂੰ, ਫਿਰ ਕਾਂਗਰਸ ਪਾਰਟੀ ਨੂੰ ਕੋਈ ਨੁਕਸਾਨ ਹੋਏਗਾ ਇਹ ਜਿਹੜਾ ਕੱਟ ਲਾਇਆ ਤੁਹਾਡੇ ਤੇ ਤਨਖਾਹਾਂ ਤੇ? ਇਸ ਵਾਰੀ ਸਿੱਖਿਆ ਮੰਤਰੀ ਨਹੀਂ ਹਾਰੂਗਾ, ਐਤਕੀ ਪੰਜਾਬ ਦੀ ਕਾਂਗਰਸ ਪਾਰਟੀ ਹਾਰੂਗੀ। ਉਹਦੇ ਵਿੱਚ ਸਾਨੂੰ ਘੱਟ ਮਤਲਬ ਜ਼ੋਰ ਲਾਉਣਾ ਪਊਗਾ। ਕਾਂਗਰਸ ਆਪ ਹੀ ਜ਼ੋਰ ਲਾ ਰਹੀ ਆ, ਅੱਧਿਓਂ ਵੱਧ ਕਾਂਗਰਸ ਕੈਪਟਨ ਦੇ ਖਿਲਾਫ ਹੈ ਇਸ ਵੇਲੇ। ਉਹ ਆਪਣੇ ਸਾਹਮਣੇ ਆ ਕਿ ਕੀ ਹੋ ਰਿਹਾ। ਅੱਜ ਇੱਕ MLA ਮਾਣ ਨਾਲ ਨਹੀਂ ਕਹਿ ਸਕਦਾ, ਉਹ ਪੰਜਾਬ 'ਚ ਤੁਰੇ ਆਪਣੇ ਜ਼ਿਲ੍ਹੇ 'ਚੋਂ, ਆਪਣੇ ਹਲਕੇ 'ਚੋਂ, ਕਿ ਆਓ ਮੇਰੇ ਨਾਲ ਆਪਾਂ ਮੁੱਖ ਮੰਤਰੀ ਸਾਹਿਬ ਨੂੰ ਮਿਲੀਏ, ਉਹਨੂੰ ਮਾਣ ਨਾਲ ਨਹੀਂ ਕਹਿ ਸਕਦਾ। ਉਹ ਕਹਿੰਦਾ ਮੁੱਖ ਮੰਤਰੀ ਸਾਹਿਬ ਮੈਨੂੰ ਸ਼ਾਇਦ ਨਾ ਹੀ ਮਿਲਣ, ਉਹ ਨਿਰਾਸ਼ ਹੋ ਕੇ ਜਾਂਦਾ। ਅੱਜ ਹਾਈ ਕਮਾਂਡ ਕੋਲੇ ਕੈਪਟਨ ਸਾਹਿਬ ਦੀਆਂ ਸ਼ਿਕਾਇਤਾਂ, ਕੈਪਟਨ ਸਾਹਿਬ ਦੀਆਂ ਜਿਹੜੀਆਂ ਕਮੀਆਂ ਨੇ ਉਹ ਸਾਰੀਆਂ ਉਜਾਗਰ ਹੋ ਚੁੱਕੀਆਂ ਨੇ। ਚਲੋ ਉਸ ਵਿਸ਼ੇ 'ਤੇ ਬਹੁਤਾ ਨਾ ਜਾਂਦਾ ਹੋਇਆ, ਇਹ ਤਾਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਆਉਣ ਵਾਲੇ ਸਮੇਂ 'ਚ ਰਾਜਸੀ ਪਾਰਟੀਆਂ ਜਿਹੜੀਆਂ ਮਤਲਬ ਮੌਜੂਦਾ ਰਾਜ ਭਾਗ ਭੋਗ ਗਈਆਂ ਜਾਂ ਰਾਜ ਭਾਗ ਕਰ ਰਹੀਆਂ ਨੇ, ਉਹਨਾਂ ਨੂੰ ਮੂੰਹ ਦੀ ਖਾਣੀ ਪਊਗੀ। ਜਿਸ ਤਰ੍ਹਾਂ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਸੈਕਟਰੀ ਨਾਲ ਗੱਲਬਾਤ ਹੋ ਚੁੱਕੀ ਹੈ, ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਉਹਨਾਂ ਦੇ ਮਸਲੇ ਹੱਲ ਹੋ ਜਾਣਗੇ। ਬਾਕੀ ਮੁਲਾਜ਼ਮਾਂ ਦੀ ਸਰਕਾਰੀ ਲੈਵਲ 'ਤੇ ਕੋਈ ਗੱਲਬਾਤ ਚੱਲਦੀ ਹੈ ਤਾਂ ਕਿ ਤੁਹਾਡੀਆਂ ਜਿਹੜੀਆਂ ਸੈਲਰੀਆਂ 'ਤੇ ਕੱਟ ਲਾਇਆ ਉਹ ਨਾ ਲੱਗੇ?
ਦੇਖੋ ਡਾਕਟਰਾਂ ਤਾਂ ਮੈਂ ਵੀ ਖੈਰ ਇਸ ਗੱਲ ਦਾ ਨਮਨ ਕਰਦਾ ਕਿ ਮੈਡੀਕਲ ਲਾਈਨ ਦੇ ਵਿੱਚ ਪੈਣਾ ਬਹੁਤ ਵੱਡਾ ਇੱਕ ਮਤਲਬ ਹੀਏ ਦੀ ਗੱਲ ਆ, ਬਹੁਤ ਵੱਡਾ ਫੈਸਲਾ। ਮੈਡੀਕਲ ਲਾਈਨ ਦੇ ਵਿੱਚ ਮਹੱਤਵ ਹੋਰ ਵਧ ਜਾਂਦਾ ਕਿਉਂਕਿ ਉਹ ਸਾਡੇ ਮਤਲਬ ਜਾਨਲੇਵਾ ਰੋਗਾਂ ਨੂੰ ਮੁਕਤ ਕਰਦੇ ਨੇ। ਉਹ ਸਾਡੇ ਮਤਲਬ ਰੱਬ ਤੋਂ ਬਾਅਦ ਦੂਜੇ ਰੱਬ ਹੁੰਦੇ ਨੇ। ਸੋ ਡਾਕਟਰਾਂ ਦਾ ਸਤਿਕਾਰ ਹੋਣਾ ਚਾਹੀਦਾ, ਉਹਨਾਂ ਦੀਆਂ ਮੰਗਾਂ ਛੇਤੀ ਮੰਨੇ ਗਵਰਨਮੈਂਟ। ਬਾਕੀ ਤਾਂ ਚਲੋ ਅੱਗੇ ਪਿੱਛੇ ਹੋ ਜਾਂਦੀਆਂ ਨੇ, ਪਰੰਤੂ ਇਹ ਇੱਕ ਜ਼ਰੂਰੀ ਸੇਵਾਵਾਂ ਨੇ, ਜਿਵੇਂ ਬਿਜਲੀ ਸਪਲਾਈ, ਪਾਣੀ ਸਪਲਾਈ, ਹਸਪਤਾਲ ਦੀ ਮਤਲਬ ਸਰਵਿਸਿਜ਼, ਇਹ ਜ਼ਰੂਰੀ ਸੇਵਾਵਾਂ ਚਾਹੁੰਦੀਆਂ ਨੇ। ਇਹਨਾਂ ਨਾਲ ਵਿਤਕਰਾ ਇਹ ਪਤਾ ਲੱਗਦਾ ਕਿ ਸਾਡੀਆਂ ਸਰਕਾਰਾਂ ਬੁੱਧੀਜੀਵੀ ਵਰਗ ਨੂੰ ਵੀ ਬਖਸ਼ਦੀਆਂ ਨਹੀਂ ਹੈਗੀਆਂ। ਪਰੰਤੂ ਜਿੱਥੋਂ ਤੱਕ ਫੈਸਲੇ ਦੀ ਗੱਲ ਆ, ਉਹਨਾਂ ਦਾ ਫੈਸਲਾ ਕੀ ਹੁੰਦਾ, ਵੱਡੀ ਮੰਗ ਇਹਨਾਂ ਨੇ NPA ਦੀ ਇਕੱਲੀ ਆ, ਬਹੁਤੀ ਵੱਡੀ ਮੰਗ ਜਾਂ ਅਲਾਉਂਸਸ ਨੇ ਉਹ ਕਾਮਨ ਨੇ। ਪਰ ਪੰਜਾਬ ਸਰਕਾਰ ਨੇ ਕੀ ਕੀਤਾ, ਜਿਹੜੇ 2006 ਤੋਂ ਲੈ ਕੇ 16 ਤੱਕ ਸਕੇਲ ਸੁਧਾਰਨੇ ਸੀ, ਉਹਦੇ ਬਜਾਏ 2011 'ਚ ਬਾਦਲ ਗਵਰਨਮੈਂਟ ਨੇ ਇੱਕ ਅਨੋਮਲੀ ਕਮੇਟੀ ਬਿਠਾਈ ਸੀ, 3 ਮੈਂਬਰੀ ਕਮੇਟੀ ਸੀ ਮੰਤਰੀਆਂ ਦੀ। ਉਸ ਅਨੋਮਲੀ ਕਮੇਟੀ ਨੇ ਕੁਝ ਚੀਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਉਹ ਤਰੁੱਟੀਆਂ ਦੂਰ ਕੀਤੀਆਂ ਸੀ। ਉਹ ਤਰੁੱਟੀਆਂ ਨੂੰ ਸਾਡੇ ਮੌਜੂਦਾ ਸਰਕਾਰ ਦੇ ਮਤਲਬ ਜਿਹੜੇ ਫਾਈਨਾਂਸ ਡਿਪਾਰਟਮੈਂਟ ਵਾਲੇ ਨੇ ਜਾਂ ਵਿੱਤ ਮੰਤਰੀ ਪੰਜਾਬ ਨੇ, ਉਹ ਕਹਿੰਦੇ ਵੀ ਜਿਹੜੀ 2011 ਦੇ ਵਿੱਚ ਸੁਧਾਰ ਹੋਇਆ ਉਹ ਵਾਪਸ ਲੈਣਾ, ਉਸ ਤੋਂ ਪਹਿਲਾਂ ਅਨਰਿਵਾਈਜ਼ ਪੇ ਤੇ ਕਰਾਂਗੇ। ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਮਤਲਬ ਰਿਵੀਜ਼ਨ ਕਰਨੀ ਸੀ ਉਹ ਰਿਵਰਸ ਗੇਅਰ ਪੈ ਗਿਆ, ਸਾਨੂੰ ਪਿੱਛੇ ਨੂੰ ਲੈ ਗਏ। ਅੱਛਾ, ਜਿਹੜੇ ਉਹਦੇ 4 ਬਕਾਏ ਬਣਨੇ ਨੇ ਉਹ ਬਕਾਏ ਕਿ 2026 ਤੱਕ ਮਿਲਣਗੇ। 2011 ਵਾਲੇ ਅਸੀਂ ਵਿਚਾਰਾਂਗੇ, 26 ਵਾਲੇ ਮਿਲਣਗੇ। ਪਿਛਲੀ ਸਰਕਾਰ ਦਾ ਅਸੀਂ ਛਾਣਬੀਣ ਕਰਾਂਗੇ, ਸਾਡੇ ਜਿਹੜੇ ਪੈਸੇ ਬਣਨਗੇ ਉਹ ਅਗਲੀ ਸਰਕਾਰ ਦੇਊਗੀ। ਤਾਂ ਜਿਹੜੀ ਵਿਚਾਲੇ ਸਰਕਾਰ ਇਹਨੇ ਕੀ ਕੀਤਾ, ਇਹ ਕਿਸ ਕੰਮ ਵਾਸਤੇ ਬਿਠਾਈ ਆ? ਇਹ ਵਿਚੋਲਗਿਰੀ ਕਰਨ ਵਾਸਤੇ ਆ ਵੀ ਤੁਹਾਡੀਆਂ ਕਮੀਆਂ ਮੈਂ ਗਾਹਾਂ ਦੱਸ ਦੂੰ, ਪੈਸੇ ਸਾਡੇ ਤੁਸੀਂ ਦੇ ਦਿਓ। ਇਹ ਬਿਲਕੁਲ ਦਲੀਲਹੀਣ ਤਰਕਸੰਗਤ ਗੱਲ ਆ, ਇਹਦੇ 'ਚ ਕੋਈ ਦਮ ਨਹੀਂ ਹੈਗਾ। ਸੋ ਜਿਹੜੀ ਮਤਲਬ ਭੱਤੇ ਨੇ ਸੁਧਾਰਨੇ ਸੀ ਉਹ ਨਹੀਂ ਸੁਧਾਰੇ। ਜਿਹੜੀ ਮਤਲਬ ਫੈਕਟਰ ਆ, ਇੱਕ ਉਹਨਾਂ ਨੇ 2.25 2.59 ਅਫੀਸਰ ਵਾਸਤੇ ਵੱਖਰਾ 2.64 2.72 ਵੀ ਆ। ਇਹ 'ਚ ਇਕਸਾਰਤਾ ਹੋਣੀ ਚਾਹੀਦੀ ਆ। ਇੱਕ DA ਦੀ ਕਿਸ਼ਤ 5% ਮਿਲਦੀ ਆ, ਉਹ ਦਰਜਾ 4 ਨੂੰ 5% ਮਿਲਦੀ ਆ, ਹੈੱਡ ਆਫ ਦੀ ਡਿਪਾਰਟਮੈਂਟ 5% ਮਿਲਦੀ ਆ। ਪਰ ਜਦੋਂ ਉਹਦੇ ਪੈਸੇ ਵੱਧਦੇ ਆ ਉਹਦੀ ਬੇਸਿਕ ਅਨੁਸਾਰ ਵਧ ਜਾਂਦੇ ਨੇ। ਤਾਂ ਇਹ ਫਾਰਮੂਲੇ 3-4 ਕਿਉਂ? ਇੱਕੋ ਫਾਰਮੂਲਾ ਚਾਹੀਦਾ ਸਟੇਟ ਦੇ ਵਿੱਚ, ਤਾਂ ਕਿ ਸਭ ਦੀ ਤਨਖਾਹ ਇਕਸਾਰ ਵਧੇ। ਉਹਦੇ ਵਿੱਚ ਪਰਸੈਂਟੇਜ 10 12 15 ਹੋ ਸਕਦੀ ਆ। ਪਰ ਉਹ ਜਿਹੜੀ ਤੁਸੀਂ ਇਕੱਠੇ ਸਾਰੀਆਂ ਜਥੇਬੰਦੀਆਂ ਨੇ ਇੱਕ ਕਮੇਟੀ ਬਣਾਈ ਹੈ, ਤਾਲਮੇਲ ਕਮੇਟੀ, ਉਹਦੇ ਹੁਣ ਪ੍ਰੋਗਰਾਮ ਕੀ ਚੱਲ ਰਹੇ ਨੇ? ਆਉਣ ਵਾਲੇ ਸਮੇਂ 'ਚ ਕੀ ਪ੍ਰੋਗਰਾਮ ਲਿਖੇ ਜਾ ਸਕਦੇ ਨੇ? ਬੜੇ ਲੰਮੇ ਸਮੇਂ ਬਾਅਦ ਪੰਜਾਬ ਦੇ ਮੁਲਾਜ਼ਮ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ ਪੈਨਸ਼ਨਰ ਫਰੰਟ ਉਹ ਤਿਆਰ ਹੋ ਗਿਆ। तमाम ਪੰਜਾਬ ਦੀਆਂ ਜਥੇਬੰਦੀਆਂ, ਦਰਜਾ 3 ਕਰਮਚਾਰੀ, ਦਰਜਾ 4 ਕਰਮਚਾਰੀ, ਇੱਥੋਂ ਤੱਕ ਕਿ ਅੱਜ ਰੋਡਵੇਜ਼ ਦੇ ਕਰਮਚਾਰੀ ਵੀ ਉਹਦੇ ਸਾਰੇ ਤਾਲਮੇਲ 'ਚ ਨੇ ਕਿ ਅੱਜ ਵੀ ਸਟ੍ਰਾਈਕ ਆ। ਇਦੋਂ ਪਿਛਲਾ ਹਫ਼ਤਾ ਸਟ੍ਰਾਈਕ ਚੱਲੀ 5 ਦਿਨ। ਤਾਂ ਸਰਕਾਰ ਦਾ ਹੁੰਗਾਰਾ ਨਾ ਦੇਖਦੇ ਹੋਇਆਂ ਸਾਂਝੇ ਮੁਲਾਜ਼ਮ ਮੰਚ ਨੇ ਰਾਤ ਮਤਲਬ ਫੈਸਲਾ ਕੀਤਾ, PSMS ਜੋ ਸਟੇਟ ਦੀ ਵੱਡੀ ਜਥੇਬੰਦੀ ਆ, ਜੋ DC ਦਫ਼ਤਰਾਂ ਦੇ ਵਿੱਚ ਬਹੁਤ ਪ੍ਰਭਾਵ ਰੱਖਦੀ ਆ, ਪਿੰਡ ਪੱਧਰ ਤੇ ਮਤਲਬ ਉਹਨਾਂ ਦੀਆਂ ਬਲਾਕ ਪੱਧਰ ਤੇ ਪੋਸਟਾਂ ਨੇ, ਉਹਨਾਂ ਨੇ ਫੈਸਲਾ ਕੀਤਾ ਕਿ ਇਹ ਜਿਹੜਾ ਸਟ੍ਰਾਈਕ ਨੂੰ 3 ਦਿਨ ਹੋਰ ਵਧਾਇਆ ਜਾਵੇ। ਕਿਉਂਕਿ ਇੱਕ ਸੰਗਠਨ ਬਣਿਆ, ਕਾਹਦੇ ਵਾਸਤੇ ਬਣਿਆ? ਪੇ ਕਮਿਸ਼ਨ ਦੀਆਂ ਰਿਪੋਰਟ ਕਿਸੇ ਦੇ ਵੀ ਮਤਲਬ ਫਾਇਦੇ 'ਚ ਹੈ ਨਹੀਂ, ਕਿਸੇ ਨੂੰ ਮਾਫਕ ਨਹੀਂ ਹੈਗੀ। ਪੈਨਸ਼ਨਰਾਂ ਨੂੰ ਸੁਣ ਲਓ, ਪੈਨਸ਼ਨਾਂ ਦਾ ਵਾਧਾ ਹੁੰਦਾ 8-10% ਜਿਵੇਂ ਹੋਊਗਾ, ਪਤਾ ਲੱਗੂ ਜਦੋਂ ਆ ਜਾਏਗੀ ਨੋਟੀਫਿਕੇਸ਼ਨ, ਜਦੋਂ ਇਹਨਾਂ ਦਾ ਫਿਟਮੈਂਟ ਚਾਰਟ ਬਾਹਰ ਆ ਜਾਏਗਾ, ਹੋਰ ਮੈਟ੍ਰਿਕਸ ਨਾਲ ਆਉਣਗੇ। ਹਜੇ ਨੋਟੀਫਾਈ ਨਹੀਂ ਹੋਇਆ, ਪਰੰਤੂ ਉਦੋਂ ਪਹਿਲਾਂ ਅੰਦਾਜ਼ੇ ਲਾਏ ਜਾਂਦੇ। ਜੋ ਕੱਚੀ ਪੀਲੀ ਗੱਲ WhatsApp ਤੇ ਆ ਰਹੀ ਆ ਕਿ ਜਿਹੜਾ ਤਨਖਾਹ ਕਮਿਸ਼ਨ ਨੇ ਇਹ ਵੀ ਕਿਹਾ ਕਿ ਜਿਹੜਾ ਪੈਨਸ਼ਨਰਾਂ ਨੂੰ ਕੋਈ ਬਕਾਏ ਮਿਲਣਗੇ ਤਾਂ ਉਹਦੀਆਂ 7 ਕਿਸ਼ਤਾਂ ਕਰੀਆਂ ਜਾਣਗੀਆਂ। ਪੈਨਸ਼ਨਰ ਅੱਜ 70 ਸਾਲ ਦਾ, 7 ਕਿਸ਼ਤਾਂ 'ਚ ਉਹਨੂੰ 4 ਸਾਲ ਹੋਰ ਮਿਲ ਕੇ 5 ਸਾਲ 2026 ਤੱਕ ਕਹਿਤਾ। ਤਾਂ 2026 ਤੱਕ ਕੀ ਇੱਕ ਬਜ਼ੁਰਗ ਬਿਮਾਰੀਆਂ ਤੋਂ ਪੀੜਤ ਅਰਦਾਸ ਕਰਦੇ ਆ ਕਿ ਉਹ 90 ਸਾਲ ਦੇ ਹੋਣ, ਪਰੰਤੂ ਕੀ ਪ੍ਰਮਾਤਮਾ ਜਾਂ ਇਹ ਮਨਪ੍ਰੀਤ ਬਾਦਲ ਜੀ ਉਹਨੂੰ ਉਮਰ ਦੇਣਗੇ ਨਾਲ, ਵੀ ਉਮਰ ਵੀ ਨਾਲ ਦੇਵਾਂਗੇ। ਉਹਨੂੰ ਪੈਸੇ ਦੀ ਅੱਜ ਲੋੜ ਆ। ਅੱਜ ਤੱਕ ਬਕਾਏ ਦੀਆਂ ਕਿਸ਼ਤਾਂ ਕਦੇ ਨਹੀਂ ਹੋਈਆਂ ਸੀਆਂ। ਇਹ ਬਾਦਲ ਗਵਰਨਮੈਂਟ ਨੇ ਪਿਛਲੇ ਜਦੋਂ ਮਾਨਯੋਗ ਪਰਮਿੰਦਰ ਢੀਂਡਸਾ ਜੀ ਵਿੱਤ ਮੰਤਰੀ ਸੀ, ਉਦੋਂ ਇਹ ਰਿਵਾਜ ਚੱਲਿਆ ਸੀ। ਕਿਸ਼ਤਾਂ ਹੁੰਦੀਆਂ ਨੇ ਜਦੋਂ ਆਪਾਂ ਕਰਜ਼ਾ ਮੋੜਦੇ ਹਾਂ, ਆਪਾਂ ਕੋਈ ਬੈਂਕ ਤੋਂ ਕਰਜ਼ਾ ਲਿਆ, ਟਰੈਕਟਰ ਲਿਆ, ਤਾਂ ਜਿਹੜੇ ਬੈਂਕ ਆ ਏਜੰਸੀ ਨੂੰ ਪੂਰੇ ਪੈਸੇ ਦੇ ਦਿੰਦੀ ਆ, ਕਿਸ਼ਤਾਂ ਕੰਜ਼ਿਊਮਰ ਮੋੜਦਾ, ਜਿਹਨੇ ਉਹ ਖਪਤਕਾਰ ਮੋੜਦਾ। ਸੋ ਅਸੀਂ ਕਿਸ਼ਤਾਂ, ਸਾਨੂੰ ਕਿਸ਼ਤਾਂ ਕਾਹਦੀ ਦਿੰਦੇ ਨੇ? ਉਹ ਸਾਨੂੰ ਸਾਡੇ ਪੈਸੇ ਦੇਣ, ਕਿਸ਼ਤਾਂ ਅਸੀਂ ਲੋਕਾਂ ਦੀਆਂ ਮੋੜਦੀਆਂ ਨੇ। ਇਹ ਵੀ ਸਵਾਲ ਉੱਠਦਾ ਹੈ ਕਿ ਜਿਹੜੇ ਮੰਤਰੀ ਨੇ, ਵਿਧਾਇਕ ਨੇ, ਉਹ ਵੀ ਆਪਣੇ ਭੱਤਿਆਂ ਤੇ ਕੱਟ ਲਾ ਲੈਣ। ਉਹ ਆਪਣੇ ਭੱਤੇ ਵਧਾ ਲੈਂਦੇ ਨੇ, ਮੁਲਾਜ਼ਮਾਂ ਦੇ ਕੱਟ ਲਾਉਂਦੇ ਨੇ। ਜੇ ਇਹੀ ਕੱਟ ਉਹ ਆਪਣੀਆਂ ਤਨਖਾਹਾਂ, ਆਪਣੀਆਂ ਪੈਨਸ਼ਨਾਂ ਤੇ ਲਾ ਲੈਂਦੇ ਨੇ, ਫਿਰ ਤੁਹਾਨੂੰ ਮਨਜ਼ੂਰ ਹੋਏਗਾ ਵੀ ਭਾਈ ਚਲੋ ਤੁਹਾਡੇ ਬਰਾਬਰ ਹੋ ਗਏ ਅਸੀਂ? ਇਹ ਮੀਡੀਏ ਦੇ ਰੌਲੇ ਗੋਲੇ ਕਰਕੇ ਪਿਛਲੇ ਸਮੇਂ ਮੁਲਾਜ਼ਮਾਂ ਦੀ